फरीदा तेरी जिंदगी गल कटियां के पास जिस घर मौजा माणियां रहन ना दिंदे रात सत श्री अकाल जी। मैं राधिका शर्मा सिरदूल सिकंदर जी जिन्होंने पंजाब की गायकी नूं सिखरां ते लैके जिता। उन्होंने पिंड पहुँच चुके हैं जी खेड़ी नौद सिंह ਜਿਹੜੇ कि कल इस फानी संसार ਨੂੰ अलविदा कह गए। उम्र 60 साल। मोहाली के फोर्टिस हॉस्पिटल ਦੇ ਵਿੱਚ ਹੁਣੇ उनका किडनी ट्रांसप्लांट भी होया सी। कहा जाता है कि उन्होंने धर्म पत्नी अमर नूरी जी ने उन्होंने अपनी किडनी डोनेट भी की सी। कोविड की रिपोर्ट भी उन्होंने पॉजिटिव आई सी। 60 साल की उम्र के ਵਿੱਚ अलविदा कह गए जिन्हों ने सुरां दे बादशाह सिरदूल सिकंदर जी इत्थे पंजाब का हर एक गायक इत्थे उन्होंने श्रद्धांजलि देने लिए पहुँच चुका जी। उन्होंने पिंड खेड़ी नौद सिंह। सो वेख सकते हो किन्ना वैरागमई इत्थे मंजर है। पंजाब का हर कलाकार इत्थे सिरदूल सिकंदर जी नूं आके श्रद्धांजलि देना चाहता है। विखा सकते हैं थोनों किन्ने कलाकार पहुँच चुके हैं। मैं एक बाइट दे दूँगी ना, एक बाइट दे। सो गुरप्रीत पंगू जी भी श्रद्धांजलि देने लिए आए ने। मैम श्रद्धांजलि लिए 2 शब्द बोल दो। ਅੱਜ ਮੈਨੂੰ ਲੱਗਦਾ ਵੀ ਸਾਡੇ ਕੋਲ ਬੋਲਿਆ ਨਹੀਂ ਜਾ ਰਿਹਾ, ਨਾ ਹੀ ਅਸੀਂ ਬੋਲ ਸਕਦੇ ਹਾਂ। ਬਸ ਇੱਕ ਗੱਲ ਮੈਂ ਕਹੂੰਗੀ ਕਿ ਉਹ ਦੁਨੀਆ ਦਾ ਸਿਕੰਦਰ ਸੀ। ਸਿਕੰਦਰ ਨੇ ਦੁਨੀਆ ਜਿੱਤੀ, ਪਰ ਜਿਹੜੀ ਮੌਤ ਸੀ ਉਹਨੂੰ ਜਿੱਤ ਕੇ ਲੈ ਗਈ। ਚਲੋ ਖੈਰ, ਉਸ ਲੋਕਾਂ ਦੇ ਪੁੱਤ ਨੂੰ ਮੈਂ ਕਹਿੰਦੀ ਹਾਂ ਪਰਮਾਤਮਾ ਦੇ ਚਰਨਾਂ 'ਚ ਨਿਵਾਸ ਦੇਵੇ। ਸਾਰਾ ਹੀ ਪਰਿਵਾਰ ਹੀ ਵੈਸੇ ਤਾਂ ਬਹੁਤ ਹੀ ਪਿਆਰ ਮੁਹੱਬਤ ਵਾਲਾ, ਪਰ ਉਹ ਇੰਨੀਆਂ ਮੁਹੱਬਤਾਂ ਵੰਡਦਾ ਸੀ, ਜਿੱਥੇ ਵੀ ਬੈਠਦਾ ਸੀ ਮੁਹੱਬਤਾਂ ਖਿਲਾਰਦਾ ਸੀ। ਅੱਜ ਉਹਦੇ ਪਿਆਰ ਤੋਂ ਜਿਹੜੇ ਸਾਰੇ ਲੋਕ ਆ ਤੁਸੀਂ ਦੇਖ ਹੀ ਰਹੇ ਹੋ, ਇਕੱਠੇ ਵਾਂਝਾ ਹੋ ਗਿਆ। ਪਰ ਹੁਣ ਇਹ ਜ਼ੋਰ ਨਹੀਂ ਕਿਸੇ ਮੂਹਰੇ, ਪਰਮਾਤਮਾ ਮੂਹਰੇ ਜ਼ੋਰ ਨਹੀਂ। ਇਸ ਕਰਕੇ ਅਸੀਂ ਤਾਂ ਬਸ ਕੁਛ ਅੱਜ ਕਹਿ ਹੀ ਨਹੀਂ ਸਕਦੇ। ਮੈਨੂੰ ਲੱਗਦਾ ਕੱਲ੍ਹ ਦੀ ਜਦੋਂ ਦੀ ਇਹ ਖਬਰ ਪਬਲਿਕ ਦੇ ਵਿੱਚ ਫੈਲੀ ਹੈ, ਹਰ ਅੱਖ ਰੋਈ ਆ ਉਸ ਨੂੰ। ਇਹ ਅੱਖ ਕਿਉਂ ਰੋਈ ਆ? ਇਹੀ ਕਿ ਉਹ ਮੁਹੱਬਤੀ ਬੰਦਾ ਸੀ ਅਤੇ ਉਹ ਪਿਆਰ ਕਰਦਾ ਸੀ ਸਾਰਿਆਂ ਨੂੰ। ਉਹਨੇ ਸੰਗੀਤ ਦੀ ਦੁਨੀਆ ਦੇ ਵਿੱਚ ਤਾਂ ਉਹਦਾ ਕੋਈ ਸਾਨੀ ਹੈ ਹੀ ਨਹੀਂ, ਇੰਨੀ ਦੇਣ ਸੀ ਉਹਦੀ। ਪਰ ਉਹ ਐਜ਼ ਏ ਮੈਨ, ਉਹ ਇੱਕ ਇਨਸਾਨ ਦੇ ਤੌਰ 'ਤੇ ਬਹੁਤ ਵਧੀਆ ਸ਼ਖਸੀਅਤ ਸੀ। ਇਹੋ ਜਿਹੀਆਂ ਸ਼ਖਸੀਅਤਾਂ ਬਹੁਤ ਘੱਟ ਜਨਮ ਲੈਂਦੀਆਂ ਨੇ। ਉਹਨਾਂ ਦੇ ਜਾਣ ਦਾ ਇਹ ਸਭ ਤੋਂ ਵੱਡਾ ਦੁੱਖ ਹੈ ਅਤੇ ਸਾਨੂੰ ਸਾਰਿਆਂ ਨੂੰ ਬਹੁਤ ਵੱਡਾ ਘਾਟਾ ਹੈ। ਸੋ ਪੰਜਾਬ ਦੇ ਕਾਫੀ ਕਲਾਕਾਰ ਪਹੁੰਚੇ ਨੇ। ਮੈਮ ਤੁਸੀਂ ਵੀ 2 ਸ਼ਬਦ ਬੋਲ ਦਿਓ ਉਹਨਾਂ ਦੇ ਲਈ। ਜਿੱਦਾਂ ਮੈਡਮ ਨੇ ਕਿਹਾ ਕਿ ਅੱਜ ਮੂੰਹ 'ਚੋਂ ਕੋਈ ਸ਼ਬਦ ਨਹੀਂ ਨਿਕਲ ਰਿਹਾ, ਕਿਉਂਕਿ ਮੈਂ ਤਾਂ ਉਹਨਾਂ ਦੇ ਨਾਲ ਆਪਣਾ ਜਿਹੜਾ ਹੈਗਾ ਬਚਪਨ ਅਸੀਂ ਇਕੱਠਿਆਂ ਨੇ, ਮੇਰਾ ਪਿੰਡ ਹੀ ਹੈ, ਅਸੀਂ ਨਾਲੇ ਗੁਆਂਢ ਦੇ ਵਿੱਚ ਇਕੱਠੇ ਹੀ ਅਸੀਂ ਬਚਪਨ ਤੋਂ ਮਤਲਬ ਬੜੇ ਹੋਏ, ਖੇਡਿਆ। ਮੇਰਾ ਵਿਆਹ ਹੋ ਗਿਆ, ਉਹ ਆਪਣੇ ਚਲੇ ਗਏ ਵੱਖ, ਪਰ ਉਹਦੀਆਂ ਜਿਹੜੀਆਂ ਯਾਦਾਂ ਨੇ ਅੱਜ ਵੀ ਸਾਡੇ ਜ਼ਿਹਨ ਦੇ ਵਿੱਚ ਨੇ। ਕਿਉਂਕਿ ਉਹ ਦੇਖੋ ਕਿਸੇ ਦੁੱਖ ਦੇ ਵਿੱਚ ਚਲੇ ਜਾਂਦੇ ਸੀ ਤਾਂ ਐਂ ਲੱਗਦਾ ਸੀ ਕਿ ਦੁੱਖ ਘਟ ਗਿਆ, ਕਿਸੇ ਸੁੱਖ ਦੇ ਵਿੱਚ ਚਲੇ ਜਾਂਦੇ ਸੀ ਤਾਂ ਐਂ ਲੱਗਦਾ ਸੀ ਕਿ ਸੁੱਖ ਜਿਹੜਾ ਹੈਗਾ ਇਹ ਖੁਸ਼ੀਆਂ ਸਾਡੀਆਂ ਦੁੱਗਣੀਆਂ ਹੋ ਗਈਆਂ। ਅਸੀਂ ਤਾਂ ਦੇਖੋ ਉਹਨੂੰ ਛੋਟੇ ਨਾਮ ਦੇ ਨਾਲ ਹੀ ਬੁਲਾਉਂਦੇ ਹੁੰਦੇ ਸੀ, ਪਰ ਉਹ ਕਰਦੇ ਕਰਦੇ ਆਪਣੇ ਸੁਭਾਅ ਕਰਕੇ ਉਹ ਮਤਲਬ ਇੱਕ ਸਿਕੰਦਰੇ ਬਣ ਗਿਆ ਸੀ, ਜਿਨ੍ਹਾਂ ਨੇ ਹਰੇਕ ਦੇ ਦਿਲ ਦੇ ਉੱਤੇ ਨੇ ਬੰਦੇ ਨੇ ਰਾਜ ਕੀਤਾ। ਪਰ ਅੱਜ ਜਿਹੜੀ ਹੈਗੀ ਹੈ ਕਹਿੰਦੇ ਦੁੱਖ ਦੇ ਜਿਹੜੀ ਮੌਤ ਹੈ ਉਹਦੇ ਮੂਹਰੇ ਸਾਰੇ ਜਣੇ ਬੇਬਸ ਨੇ, ਉਹ ਨਹੀਂ ਦੇਖਦੀ ਫਿਰ ਕਿਸੇ ਨੂੰ। ਸੋ ਵੇਖ ਸਕਦੇ ਹੋ ਜੀ ਕਿੰਨਾ ਵੈਰਾਗਮਈ ਮਾਹੌਲ ਹੈ। ਇਹਨਾਂ ਦਾ ਕਹਿਣਾ ਹੈ ਕਿ ਹਰ ਇੱਕ ਉਹ ਅੱਖ ਰੋਈ ਹੈ ਕਿਉਂਕਿ ਉਹ ਸੁਰਾਂ ਦੇ ਬਾਦਸ਼ਾਹ ਸੀ। ਸੋ ਉਹਨਾਂ ਦਾ ਤੁਸੀਂ ਘਰ ਵੇਖ ਸਕਦੇ ਹੋ, ਇਹ ਉਹਨਾਂ ਦਾ ਘਰ ਹੈ, ਉਹਨਾਂ ਦਾ ਜੱਦੀ ਪੁਸ਼ਤੈਨੀ ਘਰ। ਉਹਨਾਂ ਦੀ ਅੰਤਿਮ ਇੱਛਾ ਸੀ ਕਿ ਜਦੋਂ ਉਹ ਅਕਾਲ ਚਲਾਣਾ ਕਰ ਜਾਣ ਤਾਂ ਇੱਕ ਵਾਰ ਉਹਨਾਂ ਨੂੰ ਉਹਨਾਂ ਦੇ ਜੱਦੀ ਪੁਸ਼ਤੀ ਘਰ, ਉਹਨਾਂ ਦੇ ਜੱਦੀ ਪਿੰਡ ਖੇੜੀ ਨੌਦ ਸਿੰਘ ਜ਼ਰੂਰ ਲਿਆਇਆ ਜਾਵੇ। ਸੋ ਇੰਨਾ ਵੈਰਾਗਮਈ ਮਾਹੌਲ ਹੈ। ਹਰ ਇੱਕ ਗਾਇਕ ਇੱਥੇ ਆ ਕੇ, ਹਰ ਪੰਜਾਬ ਦਾ ਕਲਾਕਾਰ ਆ ਕੇ ਇਹਨਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ ਹੈ। 2 ਵਜੇ ਦਾ ਟਾਈਮ ਦਿੱਤਾ ਗਿਆ ਸੀ, 2 ਵਜੇ ਉਹਨਾਂ ਨੂੰ ਸਪੁਰਦੇ ਖਾਕ ਕੀਤਾ ਜਾਵੇਗਾ। ਪੰਜਾਬ ਦਾ ਹਰ ਇੱਕ ਕਲਾਕਾਰ, ਹਰ ਇੱਕ ਸ਼ਖਸੀਅਤ ਖੇੜੀ ਨੌਦ ਸਿੰਘ ਪਿੰਡ ਪਹੁੰਚ ਚੁੱਕੀ ਹੈ ਸਿਰਦੂਲ ਸਿਕੰਦਰ ਜੀ ਨੂੰ ਸ਼ਰਧਾਂਜਲੀ ਦੇਣ ਦੇ ਲਈ। ਜਿਵੇਂ ਕਿ ਰੂਬੀ ਮੈਮ ਨੇ ਦੱਸਿਆ ਕਿ ਹਰ ਇੱਕ ਉਹ ਅੱਖ ਰੋਈ ਹੈ ਕਿਉਂਕਿ ਉਹ ਸੁਰਾਂ ਦੇ ਬਾਦਸ਼ਾਹ ਸੀ। ਸੋ ਕਮਲ ਖਾਨ ਜੀ ਵੀ ਪਹੁੰਚ ਚੁੱਕੇ ਨੇ, ਉਹਨਾਂ ਨੂੰ 2 ਸ਼ਰਧਾਂਜਲੀ ਦੇ ਸ਼ਬਦ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਜਿਹੜਾ ਇਹ ਘਟਨਾ ਜਿਹੜੀ ਵਾਪਰੀ ਹੈ, ਮੈਨੂੰ ਲੱਗਦਾ ਕਿ ਸਾਰਾ ਸੰਗੀਤ ਜਗਤ ਉਦਾਸ ਹੈ ਇਸ ਗੱਲ ਤੋਂ, ਕਿਉਂਕਿ ਖਾਨ ਸਾਹਿਬ ਦਾ ਇੱਦਾਂ ਅਚਾਨਕ ਚੱਕ ਜਾਣਾ, ਬਿਮਾਰ ਹੋਣਾ, ਮੈਨੂੰ ਨਹੀਂ ਲੱਗਦਾ ਇਸ ਗੱਲ ਨਾਲ ਕੋਈ ਸਹਿਮਤ ਹੋਊਗਾ ਕਿ ਇੰਨੀ ਜਲਦੀ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਏ। ਕਿਉਂਕਿ ਉਹਨਾਂ ਦੇ ਗਾਣਿਆਂ ਦੇ ਵਿੱਚੋਂ, ਉਹਨਾਂ ਦੇ ਬੋਲਾਂ ਦੇ ਵਿੱਚੋਂ ਹਰ ਪੰਜਾਬੀ ਇੰਡਸਟਰੀ ਦੇ ਜਿੰਨੇ ਵੀ ਮੁੰਡੇ ਨਵੇਂ ਉੱਠੇ ਨੇ, ਈਵਨ ਤੋਂ ਸਾਡੇ ਵਰਗੇ ਜਾਂ ਸਾਡੇ ਤੋਂ ਪਹਿਲਾਂ ਵੀ ਜਿਹੜੇ ਗਾ ਰਹੇ ਨੇ,
ਸਭ ਨੇ ਸਰਦੂਲ ਸਾਹਿਬ ਨੂੰ ਸੁਣ ਕੇ ਅੱਗੇ ਆਏ ਨੇ ਤੇ ਉਹਨਾਂ ਦੇ ਗਾਣਿਆਂ ਦੇ ਵਿੱਚੋਂ ਹੀ ਗਾਣੇ ਬਣੇ ਨੇ। ਤੇ ਇਸ ਪਿੰਡ ਆਉਣ ਦਾ ਸੁਪਨਾ ਬਹੁਤ ਵੱਡਾ ਸੀ ਮੇਰਾ ਕਿ ਇੱਥੇ ਜਾਵਾਂਗੇ, ਇਸ ਧਰਤੀ ਨੂੰ ਨਤਮਸਤਕ ਕਰੀਏ, ਪਰ ਅੱਜ ਇਸ ਤਰੀਕੇ ਨਾਲ ਨਤਮਸਤਕ ਹੋਣਾ ਸੀ ਇਹ ਵੀ ਰੱਬ ਨੂੰ ਮਨਜ਼ੂਰ ਸੀ। ਪਰ ਸਾਡੀ ਸਾਰਿਆਂ ਦੀ ਦਿਲੋਂ ਦੁਆਵਾਂ ਉਹਨਾਂ ਲਈ ਕਿ ਅੱਲਾਹ ਪਾਕ ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖਣ, ਆਪਣੇ ਕਦਮਾਂ 'ਚ ਰੱਖਣ ਤੇ ਉਹਨਾਂ ਦੇ ਗਾਣੇ, ਉਹਨਾਂ ਦਾ ਪਿਆਰ ਹਮੇਸ਼ਾ ਸਾਡੇ ਦਿਲਾਂ 'ਚ ਹੈ, ਹਮੇਸ਼ਾ ਸਾਡੇ ਦਿਲਾਂ 'ਚ ਵਸਦਾ ਰਹੂਗਾ। ਥੈਂਕ ਯੂ। ਸੋ ਸਾਰੀਆਂ ਸ਼ਖਸੀਅਤਾਂ ਇੱਥੇ ਪਹੁੰਚੀਆਂ ਹੋਈਆਂ ਨੇ। ਕਮਲ ਖਾਨ ਜੀ, ਮਾਸ਼ਾ ਅਲੀ ਜੀ। ਸੋ ਮਾਸ਼ਾ ਅਲੀ ਜੀ, 2 ਸ਼ਬਦ ਸ਼ਰਧਾਂਜਲੀ ਲਈ ਬੋਲ ਦਿਓ। ਸਤਿ ਸ਼੍ਰੀ ਅਕਾਲ ਜੀ। ਕੀ ਬੋਲੀਏ, ਬਸ ਤੁਹਾਨੂੰ ਪਤਾ ਹੀ ਹੈ ਜੀ, ਸਾਰੇ ਬੋਲ ਆਪਣੇ ਨਾਲ ਹੀ ਲੈ ਗਏ ਨੇ। ਬਸ ਇਹ ਕਹਿ ਸਕਦੇ ਕਿ ਉਹੋ ਜਿਹਾ ਇਨਸਾਨ ਨਾ ਮੁੜ ਕੇ ਦੁਨੀਆ 'ਚ ਆਉਣਾ ਤੇ ਨਾ ਕਿਤੇ ਲੱਭਣਾ ਵਾ। ਐਸਾ ਸੁਰ ਸੀ ਜਿਹੜਾ ਖਤਮ ਹੋ ਗਿਆ ਜ਼ਿੰਦਗੀ ਦੇ ਵਿੱਚ, ਉਹਨਾਂ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ। ਬਸ ਇਹ ਕਹਾਂਗੇ ਉਹਨਾਂ ਦੀ ਕਮੀ ਕਦੇ ਨਾ ਪੂਰੀ ਹੁਣ ਹੋਣੀ ਹੈ, ਔਰ ਨਾ ਹੀ ਉਹਨਾਂ ਦੇ ਲਈ ਅਸੀਂ ਇੰਨਾ ਕੁਝ ਬੋਲ ਸਕਦੇ ਹਾਂ। ਬਸ ਮਾਲਕ ਉਹਨਾਂ ਦੀ ਜਿਹੜੀ ਯਾਤਰਾ ਜਿੰਨੀ ਵੀ ਸਾਡੇ ਨਾਲ ਨਿਭਾ ਕੇ ਗਏ ਆ, ਉਹਨਾਂ ਨੂੰ ਯਾਦ ਰੱਖਾਂਗੇ, ਹਮੇਸ਼ਾ ਸਾਡੇ ਨਾਲ ਰਹਿਣਗੇ। ਉਹ ਸਾਡੇ ਗੀਤਾਂ ਦੇ ਵਿੱਚ ਉਹਨਾਂ ਨੂੰ ਗਾਵਾਂਗੇ, ਉਹਨਾਂ ਨਾਲ ਹੀ ਸ਼ੁਰੂ ਹੋਏ ਸੀ, ਉਹਨਾਂ ਦੇ ਗਾਣੇ ਦੇਖ ਦੇਖ ਕੇ ਅਸੀਂ ਗਾਉਣ ਲੱਗੇ ਹਾਂ। ਤੇ ਬਸ ਇੰਨਾ ਹੀ ਕਹਾਂਗੇ, ਹੋਰ ਸਾਡੇ ਕੋਲ ਸ਼ਬਦ ਹੀ ਨਹੀਂ ਕੁਛ ਬੋਲਣ। ਸੋ ਪਰਮਾਤਮਾ ਉਹਨਾਂ ਦੀ ਰੂਹ ਨੂੰ ਸੱਚਖੰਡ ਵਿੱਚ ਵੀ ਰਾਜੇ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਸਾਡੇ ਵੱਲੋਂ ਵੀ ਇਹ ਦੁਆ ਹੈ। ਸਿਰਦੂਲ ਸਿਕੰਦਰ ਜੀ, ਪੰਜਾਬੀ ਗਾਇਕੀ ਨੂੰ ਜਿਨ੍ਹਾਂ ਨੇ ਸਿਖਰਾਂ ਤੇ ਲੈ ਕੇ ਜਾਂਦਾ, ਸੁਰਾਂ ਦੇ ਬਾਦਸ਼ਾਹ, ਜਿਨ੍ਹਾਂ ਨੂੰ ਸਿਕੰਦਰ ਦਾ ਨਾਮ ਦਿੱਤਾ ਗਿਆ। ਸਿਕੰਦਰ ਵੀ ਵੈਸੇ ਦੁਨੀਆ ਜਿੱਤ ਕੇ ਖਾਲੀ ਹੱਥ ਜਹਾਨ ਛੱਡ ਕੇ ਚਲਾ ਗਿਆ ਸੀ। ਸੋ ਇੱਥੇ ਜਿੰਨੀਆਂ ਵੀ ਸ਼ਖਸੀਅਤਾਂ ਪਹੁੰਚੀਆਂ ਨੇ, ਉਹ ਕਹਿੰਦੇ ਉਹ ਰੀਅਲ ਵਿੱਚ ਸਿਕੰਦਰ ਸੀ। ਇਸ ਫਾਨੀ ਸੰਸਾਰ ਨੂੰ ਕੱਲ ਅਲਵਿਦਾ ਕਹਿ ਗਏ ਮੋਹਾਲੀ ਦੇ ਫੋਰਟਿਸ ਹਸਪੀਟਲ ਦੇ ਵਿੱਚ। ਥੋੜ੍ਹੇ ਚਿਰ ਪਹਿਲਾਂ ਉਹਨਾਂ ਦਾ ਕਿਡਨੀ ਟ੍ਰਾਂਸਪਲਾਂਟ ਹੋਇਆ ਸੀ। ਉਹਨਾਂ ਦੀ ਧਰਮ ਪਤਨੀ ਨੇ ਉਹਨਾਂ ਨੂੰ ਕਿਡਨੀ ਵੀ ਡੋਨੇਟ ਕੀਤੀ ਸੀ। ਵੇਖ ਸਕਦੇ ਹੋ ਉਹਨਾਂ ਦੇ ਜੱਦੀ ਪਿੰਡ ਪਹੁੰਚ ਚੁੱਕੀਆਂ ਜੀ, ਖੇੜੀ ਨੌਦ ਸਿੰਘ। ਉਹਨਾਂ ਦੀ ਅੰਤਿਮ ਇੱਛਾ ਸੀ ਕਿ ਜਦੋਂ ਅਕਾਲ ਚਲਾਣਾ ਕਰ ਜਾਣ ਇਸ ਫਾਨੀ ਸੰਸਾਰ ਤੋਂ, ਤਾਂ ਉਹਨਾਂ ਦੀ ਦੇਹ ਨੂੰ ਇੱਥੇ ਲਿਆਂਦਾ ਜਾਵੇ, ਉਹਨਾਂ ਦੇ ਜੱਦੀ ਪਿੰਡ ਖੇੜੀ ਨੌਦ ਸਿੰਘ। ਸੋ ਵੇਖ ਸਕਦੇ ਹੋ ਕਿੰਨਾ ਇਕੱਠ ਇੱਥੇ ਵੇਖਣ ਨੂੰ ਮਿਲ ਰਿਹਾ ਹੈ। ਹਰ ਕਲਾਕਾਰ, ਹਰ ਸ਼ਖਸੀਅਤ ਇੱਥੇ ਆ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨਾ ਚਾਹੁੰਦੀ ਹੈ। 2 ਵਜੇ ਦਾ ਟਾਈਮ ਦਿੱਤਾ ਗਿਆ ਸੀ, ਉਹਨਾਂ ਨੂੰ ਸਪੁਰਦੇ ਖਾਕ ਕੀਤਾ ਜਾਵੇਗਾ। ਸੋ ਪੰਜਾਬ ਦਾ ਹਰ ਇੱਕ ਕਲਾਕਾਰ ਇੱਥੇ ਪਹੁੰਚਿਆ ਹੋਇਆ ਹੈ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ। ਹਰ ਇੱਕ ਉਹ ਅੱਖ ਰੋਈ ਹੈ ਜਿਹੜੀ ਕਿ ਉਹਨਾਂ ਦੀ ਗਾਇਕੀ ਨੂੰ ਪਸੰਦ ਕਰਦੀ ਸੀ। ਪੂਰਾ ਪੰਜਾਬ ਦਾ ਹਰ ਇੱਕ ਕਲਾਕਾਰ, ਹਰ ਇੱਕ ਸ਼ਖਸੀਅਤ ਇੱਥੇ ਆ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਆਈ ਹੈ। ਸੋ ਵੇਖ ਸਕਦੇ ਹੋ ਕਿੰਨਾ ਇਕੱਠ ਇੱਥੇ ਜੁੜ ਚੁੱਕਾ ਹੈ। ਖੇੜੀ ਨੌਦ ਸਿੰਘ ਪਿੰਡ ਦੇ ਵਿੱਚ ਸਾਰੇ ਬਜ਼ੁਰਗ ਇੱਥੇ ਪਹੁੰਚ ਚੁੱਕੇ ਨੇ, ਕਲਾਕਾਰ ਸਾਰੇ ਆਏ ਨੇ। ਕੀ ਰਿਸ਼ਤਾ ਸੀ ਤੁਹਾਡਾ ਸਿਰਦੂਲ ਸਿਕੰਦਰ ਜੀ? ਮੈਂ ਇਸ ਘਰ ਦਾ ਦਾਸ। ਰਿਸ਼ਤਾ ਮੇਰਾ ਇੱਦਾਂ ਦਾ ਕਿ ਮੈਂ ਬਿਆਨ ਨਹੀਂ ਕਰ ਸਕਦਾ। ਇਸ ਘਰ ਦਾ ਜਵਾਈ ਸੀ ਮੈਂ, ਬਹਿਨੋਈ ਹਾਂ ਛੋਟਾ। ਮੇਰਾ ਨਾਮ ਜਸਵਿੰਦਰ ਸਿੰਘ ਖਾਲਸਾ ਔਰ ਸਰਦੂਲ ਭਾਜੀ ਹੋਣੀ, ਗਮਦੂਰ ਜੀ, ਭਰਪੂਰ ਜੀ, ਇਹ ਮੇਰੇ ਰੀਅਲ ਬ੍ਰਦਰ ਇਨ ਲਾ ਸੀ, ਸਾਲਾ ਸਾਹਿਬ ਮੇਰੇ। ਪਰ ਮੈਂ ਇਹਨਾਂ ਨੂੰ ਆਪਣਾ ਪਿਤਾ ਸਮਾਨ ਸਮਝਦਾ ਸੀ ਕਿ ਗਾਇਕੀ ਦੇ ਹਿਸਾਬ ਨਾਲ, ਮਿਊਜ਼ਿਕ ਕਲਾ ਦੇ ਹਿਸਾਬ ਦੇ ਨਾਲ ਇਹ ਮੇਰੇ ਉਸਤਾਦ ਸਨ, ਇਹ ਗੁਰੂ ਸੀ, ਮੇਰੇ ਪਿਤਾ ਸਨ।
ਤੇ ਬਹੁਤ ਸਾਡਾ ਮਾਣ ਸਤਿਕਾਰ ਇੱਕ ਦੂਜੇ ਦਾ ਅਸੀਂ ਕਰਦੇ ਸੀ, ਪਰ ਇਹ ਸੋਚਿਆ ਨਹੀਂ ਸੀ ਸਾਡੇ ਤਿੰਨੋਂ ਭਰਾ ਇੱਕਦਮ ਸਾਨੂੰ ਛੱਡ ਕੇ ਚਲ ਜਾਣਗੇ। ਕੁਛ ਸਮਾਂ ਪਹਿਲਾਂ ਗਮਦੂਰ ਜੀ ਚੜ੍ਹਾਈ ਕਰ ਗਏ, ਆਪਣੇ ਹੱਥੀਂ ਤੋਰਿਆ ਇਹਨਾਂ ਨੂੰ, ਵੀਰ ਜੀ ਨੂੰ, ਗਮਦੂਰ ਜੀ ਨੂੰ ਵੀ। ਫਿਰ ਆ 7 ਕੁ ਮਹੀਨੇ ਆ ਲੋਕਡਾਊਨ ਦੇ ਵਿੱਚ ਭਰਪੂਰ ਜੀ ਨੂੰ ਤੋਰਿਆ ਜੀ। ਆ ਚਾਨਣੀਆਂ ਕਰਾਤਾਂ ਫੇਰ ਲੱਗੀਆਂ, ਸਾਡੇ ਭੈਣ ਭਰਾ ਇਕੱਠੇ ਨੇ। ਹੁਣ ਸਰਦੂਲ ਜੀ ਨੂੰ ਤੋਰ ਰਹੇ ਆ, ਸਾਡੇ ਸੁਰਾਂ ਦੇ ਬਾਦਸ਼ਾਹ ਜਨਾਬ ਸਰਦੂਲ ਸਿਕੰਦਰ ਸਾਹਿਬ, ਉਹ ਅੱਜ ਸਾਨੂੰ ਅਲਵਿਦਾ ਕਹਿ ਕੇ ਫਾਨੀ ਦੁਨੀਆ ਤੋਂ ਸਾਨੂੰ ਛੱਡ ਕੇ ਚਲੇ ਗਏ ਨੇ, ਕੂਚ ਕਰ ਗਏ ਨੇ ਜੀ ਮਹਾਰਾਜ। ਸਾਡਾ ਘਰ ਖਤਮ ਹੋ ਗਿਆ ਜੀ ਉਹਨਾਂ ਤੋਂ ਬਗੈਰ ਸਾਡਾ। ਕਿ ਇੱਕ ਸਿਕੰਦਰ, ਇੱਕ ਤਲਵਾਰ ਦਾ ਸਿਕੰਦਰ ਸੀ, ਇਹ ਮਤਲਬ ਸੁਰਾਂ ਦੇ ਬਾਦਸ਼ਾਹ ਸੀ ਕਿ ਸੁਰਾਂ ਦੇ ਨਾਲ ਇਹਨਾਂ ਨੇ ਦੁਨੀਆ ਨੂੰ ਪਿਆਰ ਦਿੱਤਾ, ਗਾਇਕੀ, ਆਪਣੀ ਗਾਇਕੀ ਦਾ ਪੈਗਾਮ ਦਿੱਤਾ ਲੋਕਾਂ ਦੇ ਵਿੱਚ। ਸੋ ਵੇਖ ਸਕਦੇ ਹੋ ਜੀ ਕਿੰਨਾ ਜ਼ਿਆਦਾ ਇੱਥੇ ਇਕੱਠ ਪਹੁੰਚ ਚੁੱਕਿਆ ਹੈ, ਹਰ ਇੱਕ ਇਨਸਾਨ ਇੱਥੇ ਸ਼ਰਧਾਂਜਲੀ ਦੇਣ ਪਹੁੰਚ ਚੁੱਕਿਆ ਸਰਦੂਲ ਸਿਕੰਦਰ ਜੀ ਨੂੰ। ਸ਼ਰਧਾਂਜਲੀ ਜੀ ਅਸੀਂ ਹੁਣ ਕੀ ਕਹਿ ਸਕਦੇ ਹਾਂ, ਸਾਡਾ ਤਾਂ ਸਾਰਾ ਕੁਝ ਖਤਮ ਹੋ ਗਿਆ। ਸ਼ਰਧਾਂਜਲੀ ਤਾਂ ਇਹੀ ਹੈ ਵੀ ਪਰਮਾਤਮਾ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ, ਮਗਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਕਿਉਂਕਿ ਬੱਚੇ, ਪਰਿਵਾਰ, ਸਾਰੀਆਂ ਲਾਪ, ਨੂਰੀ, ਭੋਲਾ, ਸਾਰੇ ਮਤਲਬ ਭਤੀਜੇ, ਭਾਣਜੇ, ਉਹ ਸਾਰੀ ਉਹਦੀ ਦੇਣ ਸੀ। ਉਹਨੂੰ ਦੇਖ ਦੇਖ ਕੇ ਸਾਰੇ ਲੱਗੇ, ਚਾਹੇ ਭਾਣਜੇ ਨੇ ਉਹਨਾਂ ਦੇ ਕੀਰਤਨ ਕਰਦੇ ਨੇ, ਚਾਹੇ ਭਤੀਜੇ ਨੇ ਅਤੇ ਚਾਹੇ ਬੇਟੇ ਨੇ, ਅਤੇ ਵੀ ਉਹਨਾਂ ਦਾ ਇੱਕ ਸਾਡਾ ਬਾਦਸ਼ਾਹ ਗੁੰਮ ਹੋ ਗਿਆ, ਇਸ ਦੁਨੀਆ ਤੋਂ ਚਲਿਆ ਗਿਆ। ਬਹੁਤ ਮੁਸ਼ਕਿਲ ਲੱਗਦੀ ਹੈ। ਸੋ ਵੇਖ ਸਕਦੇ ਹੋ ਜੀ ਕਿੰਨੀਆਂ ਸ਼ਖਸੀਅਤਾਂ ਇੱਥੇ ਪਹੁੰਚੀਆਂ ਨੇ, ਹਰ ਇੱਕ ਕਲਾਕਾਰ ਆ ਕੇ ਇਹਨਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ ਹੈ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਵੀ ਆਏ ਨੇ। ਸੋ ਕਿੱਥੋਂ ਆਏ ਹੋ ਜੀ? ਮੇਰਾ ਪਿੰਡ ਦੁੱਲੂ ਹੈ ਭੈਣ ਜੀ। ਮੈਂ ਛੋਟੇ ਜਿਹੇ ਹੁੰਦਾ, ਜਦੋਂ ਇਹ ਛੋਟਾ ਤਾ, ਅਸੀਂ ਉਦੋਂ ਤੱਕ ਤੋਂ ਪਹਿਲਾਂ ਦੇ ਆਪਸ ਵਿੱਚ ਹੀ ਸਾਡਾ ਭਰਾਵਾਂ ਵਾਂਗੂ ਪਿਆਰ ਤਾ, ਭਰਾਵਾਂ ਵਾਂਗੂ ਪਿਆਰ ਤਾ, ਇੱਕ ਦੂਜੇ ਦੇ ਘਰ ਆਉਂਦੇ ਜਾਂਦੇ ਤੇ। ਇਹ ਗਰੀਬੀ ਪਰਿਵਾਰ ਦੇ ਵਿੱਚੋਂ ਪਹੁੰਚ ਕੇ ਅੱਜ ਕਿੱਥੇ ਪਹੁੰਚੇ, ਤੇ ਇਹ ਪਰਮਾਤਮਾ ਨੇ ਇਹਨਾਂ ਪਰ ਬਖਸ਼ਿਸ਼ ਕੀਤੀ ਤੀ। ਇਹਨਾਂ ਨਾਲ ਹਰੇਕ ਬੰਦੇ ਦਾ ਪਿਆਰ ਤਾ, ਹਰੇਕ ਬੰਦੇ ਨੂੰ ਖੁੱਲ੍ਹ ਦਿਲੀ ਨਾਲ ਮਿਲਦੇ ਤੇ, ਹਰੇਕ ਦੇ ਫੰਕਸ਼ਨਾਂ 'ਤੇ ਆਉਂਦੇ ਜਾਂਦੇ ਤੇ। ਸਰਦੂਲ ਦਾ ਜਾਣਾ ਇਸ ਘਰ ਨੂੰ ਤਾਂ ਘੱਟ ਹੈ, ਲੇਕਿਨ ਸਾਨੂੰ ਬੰਨੇ 'ਚ ਨੂੰ ਯਾਰ ਇਲਾਕੇ ਨੂੰ ਬਹੁਤ ਘੱਟ ਹੈ, ਕਿਉਂਕਿ ਸਾਨੂੰ ਇੱਕ ਅਜਿਹੀ ਸ਼ਖਸੀਅਤ ਦੂਰ ਚਲੇਗੀ ਤੇ ਸਾਨੂੰ ਕਦੇ ਜ਼ਿੰਦਗੀ 'ਚ ਮਿਲੇਗੀ ਨਹੀਂ। ਸੋ ਮੈਂ ਤਾਂ ਇਹੀ ਕਹਿੰਦਾ ਵੀ ਪਰਮਾਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ, ਔਰ ਇਹਦੀ ਰੂਹ ਨੂੰ ਆਪਣੇ ਚਰਨਾਂ 'ਚ ਸਮੋ ਕੇ ਰੱਖੇ। ਮੈਂ ਇੱਕ ਗੀਤਕਾਰ ਹੋਣ ਦੇ ਨਾਤੇ ਇਸ ਵੀਰ ਨਾਲ ਦਿਲੋਂ ਹਮਦਰਦੀ ਰੱਖਦਾ ਆ, ਉਹਦੇ ਦੁੱਖ ਦੇ ਵਿੱਚ ਸ਼ਰੀਕ ਹੁੰਦਾ, ਔਰ ਇਹ ਪਰਿਵਾਰ ਨੂੰ ਕਹਿੰਦਾ ਭਾਣਾ ਮੰਨਣ ਦਾ ਬਲ ਬਖਸ਼ੀ। ਆਤਮਾ ਸਿੰਘ ਜੀ ਵੀ ਸ਼ਰਧਾਂਜਲੀ ਦੇਣ ਪਹੁੰਚ ਚੁੱਕੇ ਨੇ ਜੀ। ਬਹੁਤ ਦੁੱਖ ਦੀ ਗੱਲ ਹੈ ਬਈ ਸਾਡੇ ਉਹ ਯੁੱਗ, ਇੱਕ ਯੁੱਗ ਦਾ ਅੰਤ ਹੋਇਆ ਅੱਜ, ਤੇ ਇੰਨਾ ਸਦਮਾ ਸਹਿਣਾ ਬਹੁਤ ਔਖਾ ਔਰ ਬਹੁਤ ਵੱਡਾ ਘਾਟਾ ਪਿਆ ਪੰਜਾਬੀ ਸੱਭਿਆਚਾਰ ਨੂੰ। ਇੱਕ ਇਹ ਪਰਿਵਾਰ ਜਾਣੀ ਇੱਕ ਘਰਾਣਾ ਕਹਿ ਸਕਦੇ ਹਾਂ, ਸੰਗੀਤ ਦਾ ਘਰਾਣਾ ਸੀਗਾ, ਜਿੱਥੇ ਮੰਨ ਲਓ ਇਹਨਾਂ ਨੇ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ, ਉੱਥੇ ਆਪਣੇ ਪਿੰਡ ਦਾ ਵੀ ਨਾਂ ਦੁਨੀਆ ਦੇ ਵਿੱਚ ਮੰਨ ਲਓ ਅਮਰ ਕੀਤਾ। ਇਸ ਕਰਕੇ ਆਖਰੀ ਸਾਹ ਤੱਕ ਆਉਣ ਵਾਲੀਆਂ ਪੀੜ੍ਹੀਆਂ ਵੀ ਇਹਨਾਂ ਨੂੰ ਯਾਦ ਕਰਦੀਆਂ ਰਹਿਣਗੀਆਂ। ਸਤਵਿੰਦਰ ਬੁੱਗਾ ਜੀ ਪੰਜਾਬ ਦੀ ਬੁਲੰਦ ਆਵਾਜ਼ ਸ਼ਰਧਾਂਜਲੀ ਦੇਣ ਪਹੁੰਚ ਚੁੱਕੇ ਆ ਜੀ। ਖੇੜੀ ਨੋਦ ਸਿੰਘ ਪਿੰਡ, ਕੀ ਕਹਿਣਾ ਚਾਹੁੰਦੇ ਜੀ? ਬਿਲਕੁਲ, ਅੱਜ ਸਮਝਦਾ ਕਿ ਮੈਂ ਐਸਾ ਕਾਲਾ ਦਿਨ ਹੈ ਪੰਜਾਬੀ ਸੰਗੀਤ ਲਈ, ਜਿੱਥੇ ਕਿ ਸਾਡਾ ਐਸਾ ਸ਼ੇਰ ਗਵਈਆ ਜਿਹਨੂੰ ਪੂਰੀ ਦੁਨੀਆ ਮੰਨਦੀ ਸੀ, ਅੱਜ ਉਹ ਸਾਡੇ ਕੋਲੋਂ ਖੁੱਸ ਗਿਆ। ਇਹ ਘਾਟਾ ਅਸੀਂ ਸਮਝਦੇ ਹਾਂ ਕਿ ਇਹ ਕਦੇ ਪੂਰਾ ਨਹੀਂ ਹੋ ਸਕਦਾ। ਸੋ ਉਹਨਾਂ ਦੀ ਵਾਈਫ ਨੇ ਆਪਣੀ ਕਿਡਨੀ ਡੋਨੇਟ ਕੀਤੀ ਸੀ। ਜਦੋਂ ਉਹਨਾਂ ਨੇ ਕਿਡਨੀ ਡੋਨੇਟ ਕੀਤੀ, ਥੋੜ੍ਹੇ ਦਿਨ ਬਾਅਦ ਕਿਸੇ ਫੰਕਸ਼ਨ 'ਚ ਆਏ ਸੀ ਇੱਥੇ, ਹੁਣੀ ਪਿੰਡ ਦਾ ਇੱਕ ਬੰਦਾ ਕਹਿ ਰਿਹਾ ਸੀ ਕੋਈ ਛੋਟਾ ਮੋਟਾ ਬੰਦਾ ਵੀ ਫੰਕਸ਼ਨ 'ਚ ਬੁਲਾ ਲਵੇ ਤੇ ਆ ਜਾਂਦੇ ਸੀ, ਤੇ ਸਾਡੇ ਵਰਗੇ ਛੋਟੇ ਮੋਟੇ ਕਲਾਕਾਰ ਨਾਲ ਵੀ ਖੜ ਕੇ ਮਤਲਬ ਗੱਲਬਾਤ ਕਰਦੇ ਸੀ। ਨਹੀਂ ਤਾਂ ਅੱਜ ਕੱਲ੍ਹ ਦੇ ਨਿਊ ਜਨਰੇਸ਼ਨ 'ਚ ਜਿਹੜੇ ਕਲਾਕਾਰ ਬਣੇ, ਹੰਕਾਰ ਬੜਾ ਉਹਨਾਂ 'ਚ, ਇੰਨੀ ਮਾਣੀ ਰੂਹ, ਇੰਨੀ ਬੁਲੰਦੀਆਂ ਨੂੰ ਛੂ ਕੇ ਵੀ ਮਤਲਬ ਕਦੀ ਨਹੀਂ ਘਾਟਾ ਪੂਰਾ ਹੋ ਸਕਦਾ। ਜੀ ਇਹ ਗੱਲ ਨੋਟਿਸ ਕਰਨ ਵਾਲੀ ਹੈ। ਇਹ ਪੱਤਰਕਾਰ ਕਿਉਂ ਗੱਲ ਕਹਿੰਦੇ ਕਿ ਅੱਜ ਦੇ ਕਲਾਕਾਰਾਂ ਦੇ ਵਿੱਚ ਹੰਕਾਰ ਹੈ? ਜੇ ਤੁਸੀਂ ਨੋਟਿਸ ਕੀਤਾ ਹੈ, ਸੋ ਤੁਹਾਨੂੰ ਨੋਟਿਸ ਕਰਨਾ ਬਣਦਾ ਕਿ ਇਹ ਸਾਡੇ 'ਤੇ ਇਸ ਤਰ੍ਹਾਂ ਦੀ ਗੱਲ ਕਿਉਂ ਕਹੀ ਜਾਂਦੀ ਹੈ, ਸਾਡੇ 'ਤੇ ਇਸ ਤਰ੍ਹਾਂ ਦੀ ਗੱਲ ਕਿਉਂ ਗਲਤੀ ਹੈ? ਭਾਜੀ ਸਰਦੂਲ ਵਾਹਿਦ ਇੱਦਾਂ ਦੇ ਇੱਕ ਆਰਟਿਸਟ ਸੀਗੇ, ਕਿਸੇ ਦੇ ਵੀ ਦੁੱਖ ਸੁੱਖ ਦੇ ਵਿੱਚ ਇਹ ਅਵੇਸਲੇ ਨਹੀਂ ਸੀ ਹੁੰਦੇ ਹੈ।
ਭਾਵੇਂ ਉਹ ਕੋਈ ਨਵਾਂ ਮਜ਼ੀਸ਼ੀਅਨ ਹੈ, ਕੋਈ ਛੋਟਾ ਮਜ਼ੀਸ਼ੀਅਨ ਹੈ, ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਇਹ ਜਾਂਦੇ ਸੀਗੇ। ਹਾਂ, ਦੇਰ ਸਵੇਰ ਹੋ ਸਕਦੀ ਹੈ, ਲੇਕਿਨ ਜਾਂਦੇ ਜ਼ਰੂਰ ਸੀਗੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ। ਸੋ ਇੱਦਾਂ ਦੇ ਵੱਡੇ ਗਵਈਏ ਜਿਹੜੇ ਹੈ ਉਹਨਾਂ ਕੋਲ ਇਹ ਸਾਡੇ ਆਈਡਲ ਹੁੰਦੇ ਨੇ। ਇਹਨਾਂ ਸਾਨੂੰ ਆਈਡਲ ਮੰਨ ਕੇ ਇਹਨਾਂ ਦੀਆਂ ਸਿੱਖਿਆਵਾਂ ਜਿਹੜੀ ਹੈਗੀਆਂ ਉਹ ਸਾਨੂੰ ਲੈਣੀਆਂ ਚਾਹੀਦੀਆਂ ਨੇ, ਤਾਂ ਕਿ ਅਸੀਂ ਅੱਗੇ ਆਪਣਾ ਜਿਹੜਾ ਅਗਾਊਂ ਜੀਵਨ ਹੈ ਉਹ ਅੱਛਾ ਬਤੀਤ ਕਰ ਸਕੀਏ। ਟੀ ਸ਼ਿਫਟ ਕਰਾਇਆ ਉਹਨਾਂ ਨੂੰ ਤੇ ਉਦੋਂ ਖੁਸ਼ ਸੀਗੇ। ਦੀਪ ਹਸਪਤਾਲ ਲੁਧਿਆਣੇ ਮਹੀਨਾ ਕੁ ਪਹਿਲਾਂ, ਤੇ 20 ਤਰੀਕ ਨੂੰ ਗੱਲ ਹੋਈ ਹੈ ਪਰਿਵਾਰ ਨਾਲ। ਵਿੱਚ ਗਾਣਿਆਂ ਦੀਆਂ ਐਗਜ਼ਾਮਪਲਾਂ ਦਿੱਤੀਆਂ ਜਾਂਦੀਆਂ ਨੇ। ਆਉਣ ਵਾਲੀਆਂ ਬਹੁਤ ਸਾਰੀਆਂ ਪੀੜ੍ਹੀਆਂ ਜਿਹੜੀਆਂ ਉਹਨਾਂ ਦੇ ਗਾਣਿਆਂ ਤੋਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ। ਮਾਨ ਸਾਹਿਬ, ਜਿਹੜਾ ਸਰਕਾਰ ਦੇ ਉੱਤੇ ਤੁਸੀਂ ਕਹੋਗੇ ਕਿ ਆਰਥਿਕ ਮੌਕੇ ਦੇ ਉੱਤੇ ਆਇਆ ਤਾਂ ਕਾਫੀ ਸਾਹਮਣਾ ਕਰਨਾ ਪਿਆ, ਬਾਅਦ ਚੋਂ ਇਹ ਐਲਾਨ ਕਰਦੀ ਪਈ ਹੈ ਕਿ ਅਸੀਂ 10 ਲੱਖ ਤੱਕ। ਦੇਖੋ ਇੱਥੇ ਕੋਈ ਮੇਰੀ ਬੇਨਤੀ ਸੁਣੋ, ਜਿਹੜੇ ਸਿੰਗਰ ਸਾਥੀ ਵੀ ਨੇ, ਜਿੱਦਾਂ ਤੁਸੀਂ ਵੀ ਰਹੇ ਹੋ, ਸਾਰੇ ਰਹੇ ਨੇ ਜੀ, ਕੀ ਸਰਕਾਰ ਦੇ ਨਾਲ ਸਿੰਗਰਾਂ ਨੂੰ ਵੀ ਨਹੀਂ ਚਾਹੀਦਾ ਸੀਗਾ ਕਿ ਆਰਥਿਕ ਹਾਲਾਤ ਕਰਨ? ਦੇਖੋ, ਪਹਿਲੀ ਗੱਲ ਤਾਂ ਇੱਥੇ ਕੋਈ ਰਾਜਨੀਤਿਕ ਜਾਂ ਕੋਈ ਨੁਕਤਾਚੀਨੀ ਨਹੀਂ ਮੈਂ ਕਰਨੀ। ਬਾਕੀ ਇਹ ਹੈ ਕਿ ਜਿਹੜੇ ਸਿੰਗਰ ਨੇ, ਕਵੀ ਨੇ, ਨਾਵਲਕਾਰ ਨੇ, ਨਾਟਕਕਾਰ, ਕੌਮ ਦਾ ਸਰਮਾਇਆ ਹੋਣਾ, ਉਹਨਾਂ ਦੇ ਸਾਂਭ ਸੰਭਾਲ ਉਹਨਾਂ ਦੇ ਆਖਰੀ ਦਿਨਾਂ ਦੇ ਵਿੱਚ ਹੋ ਜੇ ਤਾਂ ਇਸ ਤਰ੍ਹਾਂ ਦਾ ਕੋਈ ਮਿਊਚੁਅਲ ਫੰਡ ਸਰਕਾਰ ਨੂੰ ਜਾਂ ਇਸ ਤਰ੍ਹਾਂ ਦਾ ਇੱਕ ਮਹਿਕਮਾ ਜਿਹੜਾ ਪੈਦਾ ਕਰਨਾ ਚਾਹੀਦਾ ਕਿ ਕਲਾਕਾਰਾਂ ਦੇ ਜਿਹੜੇ ਠੀਕ ਹੈ, ਜਦੋਂ ਉਹਨਾਂ ਦੇ ਦਿਨ ਹੁੰਦੇ ਆ ਉਦੋਂ ਤਾਂ ਨਹੀਂ ਪਤਾ ਲੱਗਦਾ, ਜਦੋਂ ਵਕਤ ਦੌਰ ਗੁਜ਼ਰ ਜਾਂਦਾ ਤਾਂ ਫਿਰ ਉਹਨਾਂ ਨੂੰ ਕੋਈ ਪੁੱਛਦਾ ਨਹੀਂ। ਤਾਂ ਇਸ ਕਰਕੇ ਇਸ ਜਿਹੜੀ ਜ਼ਲਾਲਤ ਤੋਂ ਬਚਣ ਲਈ ਸਰਕਾਰ ਨੂੰ ਕੋਈ ਮਹਿਕਮਾ ਪੈਦਾ ਕਰਨਾ ਚਾਹੀਦਾ। ਇਸ ਵਕਤ ਦੇਖੋ 3 ਆਰਟਿਸਟ ਜਿਹੜੇ ਆ ਪਾਰਲੀਮੈਂਟ ਦੇ ਵਿੱਚ ਆ, ਮੁਹੰਮਦ ਹੰਸਰਾਜ ਹੰਸ ਜੀ ਇੱਥੋਂ, ਚਲੋ ਸਨੀ ਦਿਓਲ ਬੰਬੇ ਨੂੰ ਬਿਲੋਂਗ ਕਰਦੇ ਨੇ ਪਰ ਹੈਗੇ ਉਹ ਵੀ ਆਰਟਿਸਟ ਨੇ। ਇਸ ਵਕਤ ਇੱਕ ਅਸੀਂ ਇਕੱਠੇ ਬਹਿ ਕੇ ਪੰਜਾਬ ਸਰਕਾਰ ਨਾਲ ਕੋਈ ਗੱਲ ਕਰੀਏ ਆਰਟਿਸਟਾਂ ਨੂੰ ਨਾਲ ਲੈ ਕੇ ਕਿ ਇੱਕ ਮਿਊਚੁਅਲ ਫੰਡ ਇਸ ਤਰ੍ਹਾਂ ਦਾ ਕ੍ਰੀਏਟ ਕੀਤਾ ਜਾਵੇ ਤਾਂ ਕਿ ਕਲਾਕਾਰ ਹੋਵੇ, ਜੇ ਉਹਦੇ 'ਤੇ ਪਰਿਵਾਰ 'ਤੇ ਕੋਈ ਤਰਾਸ਼ਦੀ ਆਉਂਦੀ ਹੈ ਤਾਂ ਉਹਨੂੰ ਘੱਟੋ ਘੱਟ ਆਰਥਿਕ ਪੱਖੋਂ ਉਹਨੂੰ ਕੋਈ ਕਿਸੇ ਕਿਸਮ ਦੀ ਕਮੀ ਨਾ ਸੀ। ਤੇ ਮੈਂ ਬਹੁਤ ਛੋਟਾ ਸੀਗਾ ਉਦੋਂ, ਤੇ ਸਕੂਲ ਤੋਂ ਬੰਕ ਮਾਰ ਕੇ ਮੈਂ ਉਹਨਾਂ ਨੂੰ ਦੇਖਣ ਗਿਆ ਸੀ, ਤੇ ਸਿਰਫ ਇੱਕ ਝਲਕ ਦੇਖਣ ਗਿਆ ਸੀ, ਕਿਉਂਕਿ ਮੈਨੂੰ ਪਤਾ ਸੀ ਸ਼ਾਮ ਨੂੰ ਮੈਨੂੰ ਘਰੇ ਟਾਈਮ ਨਾਲ ਪਹੁੰਚਣਾ ਆ, ਮੈਨੂੰ ਘਰੋਂ ਗਾਲਾਂ ਪੈ ਸਕਦੀਆਂ, ਪਰ ਮੈਨੂੰ ਐਂ ਸੀਗਾ ਵੀ ਸਰਦੂਲ ਭਾਈ ਨੂੰ ਦੇਖਣਾ। ਇੱਕ ਬੂਹੇ ਦੇ ਛੋਟੀ ਜਿਹੀ ਉਹ ਝੀਸ ਜਿਹਨੂੰ ਕਹਿ ਦਿੰਦੇ ਆ, ਉਹਦੇ ਵਿੱਚ ਦੀ ਸਰਦੂਲ ਭਾਈ ਦੀ ਸ਼ਕਲ, ਨੂਰੀ ਭੈਣ ਜੀ ਦੀ ਸ਼ਕਲ ਦੇਖ ਕੇ ਤੇ ਮੈਂ ਵਾਪਸ ਚਲਾ ਗਿਆ। ਬੜਾ ਮਨ ਨੂੰ ਸਕੂਨ ਮਿਲਿਆ ਤੇ ਬੜਾ ਪ੍ਰਾਊਡ ਫੀਲ ਕਰਦੇ ਸੀ ਜਦੋਂ ਉਹਨਾਂ ਦੇ ਨਾਲ ਗੱਲ ਹੁੰਦੀ ਸੀ ਵੀ ਅਸੀਂ ਉਹਨਾਂ ਲੋਕਾਂ ਨਾਲ ਗੱਲ ਕਰ ਰਹੇ ਹਾਂ ਜਿਹੜੇ ਲੋਕਾਂ ਨੂੰ ਅਸੀਂ ਕਦੀ ਦੇਖਣ ਨੂੰ। ਇੱਕ ਲਾਈਨ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਨੂੰ ਬਣਾਉਣਾ ਹੋਵੇ ਕੀ ਉਹਨਾਂ ਦਾ ਇੱਕ ਗਾਣਾ ਸੀਗਾ ਜਿਹੜਾ ਮੈਂ ਅਕਸਰ ਹੀ ਉਹਨਾਂ ਨੂੰ ਕਹਿੰਦਾ ਹੁੰਦਾ, ਮਜ਼ਾਕ ਨਾਲ ਕਹਿੰਦਾ ਸੀ, ਭਾਜੀ ਮੈਂ ਤੁਹਾਡਾ ਗਾਣਾ ਤੁਹਾਡੇ ਵਰਗਾ ਤਾਂ ਨਹੀਂ ਗਾ ਹੋਣਾ, ਪਰ ਮੈਂ ਚੋਰੀ ਕਰਨਾ ਤੁਹਾਡਾ ਹੀ ਗਾਣਾ। ਉਹ ਸੀਗਾ, ਨਾਲ ਤੇਰੇ ਅੱਜ ਹੋਈਆਂ ਠੱਗੀਆਂ, ਤੈਨੂੰ ਰਾਸ ਨਾ ਆਈਆਂ ਲੱਗੀਆਂ, ਮੇਰੇ ਦਿਲ ਦੀ ਖਾਲੀ ਝੋਲ ਨਹੀਂ ਜਿੰਦੇ ਬੇਖਬਰੇ, ਤੈਨੂੰ ਸੱਜਣ ਤੁਰ ਗਏ ਰੋਲ ਨਹੀਂ ਜਿੰਦੇ ਬੇਖਬਰੇ। ਸੋ ਅੱਜ ਸਾਡਾ ਸੱਜਣ ਸਾਨੂੰ ਰੋਲ ਕੇ ਤੁਰ ਗਿਆ। ਧੰਨਵਾਦ। ਸੋ ਰਵਿੰਦਰ ਮੰਡ ਜੀ ਪੰਜਾਬੀ ਇੰਡਸਟਰੀ ਦੇ ਕਲਾਕਾਰ, ਉਹ ਵੀ ਸ਼ਰਧਾਂਜਲੀ ਦੇਣ ਇੱਥੇ ਪਹੁੰਚੇ ਨੇ। ਗੱਲਬਾਤ ਕਰਦਿਆਂ ਪਹੁੰਚੇ ਹੋਏ ਇੱਥੇ ਸ਼ਰਧਾਂਜਲੀ ਦੇਣ ਦੇ ਲਈ ਜੀ। ਸਰਦੂਲ ਸਿਕੰਦਰ ਜੀ ਇੱਕ ਵੱਡੀ ਸ਼ਖਸੀਅਤ ਜਿਨ੍ਹਾਂ ਨੂੰ ਛੋਟੇ ਹੁੰਦਿਆਂ ਤੋਂ ਸੁਣਦੇ ਰਹੇ ਇੰਨੇ ਪਿਆਰੇ ਗਾਣੇ, ਤੇ ਤੁਹਾਨੂੰ ਇਹ ਇਕੱਠ ਦੇਖ ਕੇ ਪਤਾ ਲੱਗ ਹੀ ਰਿਹਾ ਕਿ ਕਿੰਨੇ ਚੰਗੇ ਇਨਸਾਨ ਸੀ ਉਹ ਕਲਾਕਾਰ ਦੇ ਨਾਲ ਨਾਲ। ਤੇ ਸਾਰੇ ਹੀ ਭਰਾ, ਕਲਾਕਾਰ ਭਰਾ ਤੇ ਹੋਰ ਇਲਾਕਾ ਨਿਵਾਸੀ ਜਿੰਨੇ ਵੀ ਪੰਜਾਬੀ ਨੇ, ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪ੍ਰੀਤਵਾਨ ਸਾਰੇ ਹੀ ਪਹੁੰਚੇ ਹੋਏ ਨੇ ਉਹਨਾਂ ਦੇ ਪਿੰਡ ਦੇ ਵਿੱਚ ਖੇੜੀ ਨਾਦ ਸਿੰਘ। ਸੋ ਹਰਜੀਤ ਹਰਮਨ ਜੀ ਪੰਜਾਬ ਦਾ ਨਿਆਬ ਜਹੀਰਾ, ਉਹ ਵੀ ਸ਼ਰਧਾਂਜਲੀ ਦੇਣ ਇੱਥੇ ਪਹੁੰਚੇ ਹੋਏ ਨੇ ਸਰਦੂਲ ਸਿਕੰਦਰ ਜੀ ਨੂੰ, ਖੇੜੀ ਨੋਦ ਸਿੰਘ ਪਿੰਡ। ਦੋ ਸ਼ਬਦ। ਬਿਲਕੁਲ ਜੀ, ਕੱਲ੍ਹ ਜਦੋਂ ਖਬਰ ਸੁਣੀ ਜਨਾਬ ਸਰਦੂਲ ਸਿਕੰਦਰ ਜੀ ਦੇ ਜਾਣ ਦੀ, ਜਿੰਨੇ ਵੀ ਸੰਗੀਤ ਪ੍ਰੇਮੀ ਸੀ, ਕਲਾਕਾਰ ਭਾਈਚਾਰਾ, ਸਮੁੱਚਾ ਸੰਗੀਤ ਜਗਤ ਤੇ ਪੂਰਾ ਝੰਜੋੜ ਕੇ ਰੱਖਤਾ ਜੀ। ਅਚਾਨਕ ਸਾਨੂੰ ਪਤਾ ਨਹੀਂ ਸੀ ਵੀ ਬਿਮਾਰ ਨੇ, ਸਾਰਿਆਂ ਨੂੰ ਇਹੀ ਪਤਾ ਲੱਗਿਆ, ਅਚਾਨਕ ਖਬਰ ਮਿਲੀ ਇੱਦਾਂ ਦੀ। ਸੋ ਬਹੁਤ ਵੱਡਾ ਘਾਟਾ ਜਿਹੜਾ ਇਹ ਉਹਨਾਂ ਦੇ ਪ੍ਰਸ਼ੰਸਕਾਂ ਨੂੰ, ਪੂਰੇ ਸੰਗੀਤ ਜਗਤ ਨੂੰ ਪਿਆ। ਕਹਿੰਦੇ ਅੱਜ ਹਰ ਇੱਕ ਅੱਖ ਰੋਈ ਹੈ, ਹਰ ਕਲਾਕਾਰ ਇੱਥੇ ਆ ਕੇ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ ਹੈ। ਇੰਨੀ ਨਹੀਂ ਮਾਣਤਾ, ਪਰ ਅੱਜ ਕੱਲ੍ਹ ਦੇ ਕਲਾਕਾਰਾਂ 'ਚ ਇੰਨੀ ਹੰਬਲਨੈਸ ਨਹੀਂ ਦੇਖਣ ਨੂੰ ਮਿਲਦੀ। ਸੋ ਕੀ ਕਹਿਣਾ ਚਾਹੁੰਦੇ ਇਹਨਾਂ ਕਲਾਕਾਰਾਂ? ਨਹੀਂ, ਮੈਨੂੰ ਜੀ ਹੋਰਾਂ ਬਾਰੇ ਤਾਂ ਮੈਂ ਕਹਿ ਨਹੀਂ ਸਕਦਾ, ਪਰ ਸਰਦੂਲ ਸਿਕੰਦਰ ਸਾਹਿਬ ਆਪ ਇੱਕ ਸਮੁੰਦਰ ਸੀ ਸੰਗੀਤ ਦਾ। ਅੱਜ ਸੰਸਕਾਰ 'ਤੇ ਮੇਰੇ ਖਿਆਲ ਦੇ ਵਿੱਚ ਬੈਠਣ ਨੂੰ ਜਗ੍ਹਾ ਨਹੀਂ ਹੈ। ਇੰਨਾ ਪਿਆਰ ਲੋਕਾਂ ਦੇ ਵਿੱਚ,
ਖਿੱਚੇ ਤੁਰੇ ਆਏ ਲੋਕ ਜੋ ਉਹਨਾਂ ਦੀ ਆਵਾਜ਼ ਨੂੰ ਜਾਂ ਉਹਨਾਂ ਨੂੰ ਮੁਹੱਬਤ ਕਰਦੇ ਸੀ। ਬਹੁਤ ਜ਼ਿਆਦਾ ਰਸ਼ ਉਹਨਾਂ ਦੇ ਪਿੰਡ ਦੇ ਵਿੱਚ ਹੈ, ਮਤਲਬ ਤਿਲ ਸੁੱਟਣ ਨੂੰ ਜਗ੍ਹਾ ਨਹੀਂ। ਖੰਨੇ ਦੇ ਵਿੱਚੋਂ ਅਸੀਂ ਲੰਘੇ, ਲੋਕ ਗਲੀਆਂ ਦੇ ਵਿੱਚ ਖੜੇ ਨੇ, ਤਾਂ ਇੱਥੋਂ ਪਤਾ ਲੱਗ ਜਾਂਦਾ ਵੀ ਕਿੰਨਾ ਦਿਲੀ ਸਤਿਕਾਰ ਜਿਹੜੇ ਉਹਨਾਂ ਨੂੰ ਚਾਹੁਣ ਵਾਲੇ ਉਹਨਾਂ ਦਾ ਕਰਦੇ ਨੇ। ਘਾਟਾ ਤਾਂ ਵੈਸੇ ਪੂਰਾ ਨਹੀਂ ਹੋ ਸਕਦਾ, ਕਹਿੰਦੇ ਚੰਗੇ ਬੰਦਿਆਂ ਦੀ ਲੋੜ ਰੱਬ ਨੂੰ ਵੀ ਹੈ। ਉਹਦੇ ਮੋਦੀ ਸਰਕਾਰ ਹੈ, ਉਹਨਾਂ ਦੇ ਮਰਨ ਦੀਆਂ ਰੋਜ਼ ਲੋਕੀ ਅਰਦਾਸਾਂ ਕਰਦੇ ਨੇ ਕਿ ਰੱਬਾ ਇਹੋ ਜਿਹੀ ਸਰਕਾਰ ਨੂੰ ਤੂੰ ਲੈ ਜਾ, ਪਰ ਇਹੋ ਜਿਹੇ ਲੋਕਾਂ ਨੂੰ ਰੱਬ ਲੈ ਕੇ ਨਹੀਂ ਜਾਂਦਾ, ਪਰ ਚੰਗੇ ਲੋਕਾਂ ਨੂੰ ਰੱਬ ਲੈ ਕੇ ਜਾਂਦਾ। ਇਹ ਪਰਮਾਤਮਾ ਦੇ ਹੱਥ ਹੈ ਜੀ, ਕਦੋਂ ਕਿਹਨੇ ਜਾਣਾ ਹੈ ਨਾ। ਲਿਖਿਆ ਪਰਮਾਤਮਾ ਨੇ, ਹਰ ਇੱਕ ਨੇ ਤੁਰ ਜਾਣਾ, ਪਤਾ ਨਹੀਂ ਸਮਾਂ ਨਿਸ਼ਚਿਤ ਪਰਮਾਤਮਾ ਨੇ ਕਰਨਾ। ਤੇ ਕਿਸਾਨ ਰੈਲੀ ਦਾ ਵੀ ਕੱਲ੍ਹ ਕਲਿੱਪ ਚੱਲੇ, ਉੱਥੇ ਵੀ ਬੋਲ ਕੇ ਆਏ ਆਪਣੀ, ਚਾਹੇ ਉਹ ਉਦੋਂ ਸ਼ਾਇਦ ਠੀਕ ਸੀ ਜਾਂ ਕਿੱਦਾਂ ਹੈ ਨਾ, ਪਰ ਆਪਣੀ ਹਾਜ਼ਰੀ ਹੈ ਜਿਹੜੀ ਉਹ ਕਿਸਾਨਾਂ ਦੇ ਅੰਦੋਲਨ 'ਚ ਵੀ ਬਹੁਤ ਵਧੀਆ ਲਾ ਕੇ ਤੇ ਬਹੁਤ ਅੱਛਾ ਕਿਸਾਨਾਂ ਦੇ ਹੱਕ 'ਚ ਬੋਲ ਕੇ ਆਏ। ਕੋਈ ਤੁਹਾਨੂੰ ਕਿੱਸਾ ਯਾਦ ਹੋਵੇ ਸਰਦੂਲ ਸਿਕੰਦਰ ਜੀ ਦਾ? ਜਿਹੜੀ ਸਾਹਿਬ ਮੈਨੂੰ ਅਕਸਰ ਅਸੀਂ ਮਿਲਦੇ ਰਹੇ ਹਾਂ ਜੀ, ਮੇਰੇ ਬਹੁਤ ਸੀਨੀਅਰ ਨੇ, ਮੈਂ ਤਾਂ ਉਹਨਾਂ ਦੀਆਂ ਸਟੇਜਾਂ 'ਤੇ ਗਾਉਂਦਾ ਰਿਹਾ, ਉਹਨਾਂ ਦੇ ਗਾਣੇ ਗੁਣਗੁਣਾਉਂਦਾ ਰਿਹਾ। ਤੇ ਜਦੋਂ ਵੀ ਮੈਨੂੰ ਕਿਤੇ ਮੌਕਾ ਮਿਲਦਾ ਮੈਂ ਵੀ ਕਿਹਾ ਕਰਾਂ ਕਿ ਭਾਜੀ ਮੈਂ ਗਾਉਂਦਾ ਹੁੰਦਾ ਸੀ, ਹੁਣ ਮੇਰੇ ਵੀ ਗਾਣੇ ਗੁਣੇ ਚੱਲ ਗਏ ਜਾਂ ਇੱਦਾਂ। ਅਸੀਂ ਕੈਨੇਡਾ ਦੇ ਵਿੱਚ ਭਾਜੀ ਦੇ ਘਰੇ ਵੀ ਗਏ ਹਾਂ। ਤੇ ਹੁਣ ਲਾਸਟ ਟਾਈਮ ਡਿਬੇਟ ਹੋ ਰਹੀ ਸੀ ਇੱਕ ਚੈਨਲ ਦੇ ਉੱਤੇ ਕਿਸਾਨ ਅੰਦੋਲਨ ਨੂੰ ਲੈ ਕੇ, ਤੇ ਫਿਰ ਮੈਂ ਭਾਜੀ ਨਾਲ ਉਸ ਤੋਂ ਬਾਅਦ ਮੈਂ ਕਿਹਾ ਜੀ ਦੇਖੋ ਕੁਦਰਤ ਵੱਲੋਂ ਆਪਾਂ ਇੱਕ ਦੂਜੇ ਨਾਲ ਸੰਪਰਕ ਨਹੀਂ ਰੱਖਦੇ, ਗੱਲਾਂ ਕਿ ਮੈਂ ਫੋਨ ਤੇ ਜਿਹੜੀਆਂ ਕੀਤੀਆਂ ਉਹਨਾਂ ਨਾਲ ਕਾਫੀ। ਹਾਂਜੀ, ਇੱਥੇ ਕਈ ਕਲਾਕਾਰ ਪਹੁੰਚੇ ਨੇ, ਉਹਨਾਂ ਕਲਾਕਾਰਾਂ ਦਾ ਕਹਿਣਾ ਹੈ ਅਸੀਂ ਇਹਨਾਂ ਦੇ ਗਾਣੇ ਗਾ ਕੇ ਹੀ ਕਮਾਈ ਦਾ ਜ਼ਰੀਆ ਸਾਡਾ ਬਣਿਆ ਹੋਇਆ ਬਹੁਤ ਸੀ। ਵੱਡੇ ਉੱਪਰ ਹਿੱਟ ਮੈਂ ਕਹੂੰਗਾ ਜੀ, ਪ੍ਰਮਾਤਮਾ ਦੀ ਬਹੁਤ ਵੱਡੀ ਬਖਸ਼ਿਸ਼ ਸੀਗੀ ਜਨਾਬ ਸਰਦੂਲ ਸਿਕੰਦਰ ਸਾਹਿਬ ਦੇ। ਮੈਂ ਤਾਂ ਬਚਪਨ ਤੋਂ ਹੀ ਫੁੱਲਾਂ ਦੀ ਕੱਚੀ ਵਪਾਰ ਨੇ 94-92 ਤੋਂ ਇਹਨਾਂ ਦੇ ਗਾਣੇ ਆ ਜਿਹੜੇ, ਇਹਨਾਂ ਦੇ ਸ਼ੋਅ ਦੇਖਦਾ ਰਿਹਾ। ਬਹੁਤ ਵੱਡਾ ਨਾਂ ਜਿਹੜਾ ਸੰਗੀਤ ਜਗਤ ਦੇ ਵਿੱਚ ਸਰਦੂਲ ਸਾਹਿਬ ਦਾ ਸੀ। ਸੋ ਪੂਰਾ ਦਿਲਾਂ 'ਤੇ ਰਾਜ ਉਹਨਾਂ ਦੀ ਆਵਾਜ਼ ਨੇ ਪੰਜਾਬੀਆਂ ਦੀ 'ਤੇ ਕੀਤਾ। ਸੋ ਉਹਦੇ ਨਤੀਜੇ ਹੀ ਅੱਜ ਦੇਖੋ ਕਿੰਨਾ ਲੋਕ ਕਿੰਨੇ ਉਹਨਾਂ ਦੇ ਅੰਤਮ ਸੰਸਕਾਰ ਦੇ ਵਿੱਚ ਆਏ ਨੇ। ਸਦੱਸਿਆ ਇੱਥੇ ਪਹੁੰਚ ਚੁੱਕੇ ਨੇ। ਸੁਣਨ ਵਿੱਚ ਆਇਆ ਕਿ ਵਿਸ਼ਵ ਰਬਾਬੀ ਵੈਲਫੇਅਰ ਸੁਸਾਇਟੀ ਭਾਈ ਮਰਦਾਨਾ ਜੀ ਦੇ ਉਹ ਪ੍ਰਧਾਨ ਰਹਿ ਚੁੱਕੇ ਸੀ, ਪੂਰੇ ਪੰਜਾਬ ਦੇ ਪ੍ਰਧਾਨ ਸੀ। ਸੋ ਕੀ ਕਹਿਣਾ ਚਾਹੁੰਦੇ? ਮੈਂ ਮਸ਼ਹੂਰ ਅਲੀ ਲੀਗਲ ਅਸਿਸਟੈਂਟ ਵਿਸ਼ਵ ਰਬਾਬੀ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ। ਅੱਜ ਬਹੁਤ ਹੀ ਦੁੱਖ ਦੀ ਘੜੀ ਹੈ ਕਿ ਸਾਡਾ ਸੀ ਜੋ ਸੁਰਾਂ ਦਾ ਸਿਕੰਦਰ, ਜਿਨ੍ਹਾਂ ਨੇ ਆਪਣੇ ਸੁਰਾਂ ਦੇ ਜ਼ਰੀਏ, ਆਪਣੀ ਕਲਾ ਦੇ ਜ਼ਰੀਏ ਆਪਣਾ ਇੰਨਾ ਨਾਮਣਾ ਖੱਟਿਆ ਤੇ ਸਾਡੀ ਬਰਾਦਰੀ ਨੂੰ, ਆਪਣੀ ਕੌਮ ਨੂੰ ਦੁਨੀਆ ਦੇਸ਼ਾਂ ਪ੍ਰਦੇਸ਼ਾਂ ਤੱਕ ਉਹਨੇ ਆਪਣੀ ਪ੍ਰਸਿੱਧੀ ਦਵਾਈ, ਹਰਮਨ ਪਿਆਰਤਾ ਉਹਨਾਂ ਨੇ ਹਾਸਲ ਕੀਤੀ। ਔਰ ਬਹੁਤ ਹੀ ਸਾਨੂੰ ਇਸ ਕੌਮ ਨੂੰ, ਸਾਡੀ ਡੂਮ ਕਾਸਟ ਨੂੰ, ਮਿਰਾਸੀ ਕੌਮ ਨੂੰ, ਮੀਰ ਆਲਮ ਬਰਾਦਰੀ ਨੂੰ ਬਹੁਤ ਹੀ ਨਾ ਪੂਰਿਆ ਜਾਣ ਵਾਲਾ ਘਾਟਾ ਉਹਨਾਂ ਦੀ ਜਾਨ ਨਾਲ ਪਿਆ ਹੈ। ਵਿਸ਼ਵ ਰਬਾਬੀ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਦੇ ਜੋ ਸੀ ਨਾ ਸਰਦੂਲ ਸਿਕੰਦਰ ਜੀ ਸੰਸਥਾਪਕ ਸੀ। 2006 ਦੇ ਵਿੱਚ ਉਹਨਾਂ ਨੇ ਇਸ ਪੂਰੀ ਵਿਸ਼ਵ ਰਬਾਬੀ ਭਾਈ ਮਰਦਾਨਾ ਵੈਲਫੇਅਰ ਸੁਸਾਇਟੀ ਦਾ ਸੰਗਠਨ ਕੀਤਾ। ਪਟਿਆਲਾ ਵਿਖੇ ਉਹਨਾਂ ਨੇ ਪਹਿਲਾ ਦਫ਼ਤਰ ਖੋਲ੍ਹਿਆ ਤੇ ਉਸ ਨੂੰ ਅੱਗੇ ਲੈ ਕੇ, ਕਿਉਂਕਿ ਵਿਸ਼ਵ ਰਬਾਬੀ ਭਾਈ ਮਰਦਾਨਾ ਵੈਲਫੇਅਰ ਜਿਹੜੀ ਸੁਸਾਇਟੀ ਦੀ ਸਥਾਪਨਾ ਇਸ ਕਾਰਨ ਹੋਈ ਕਿ ਸਾਡੇ ਜਿਹੜੇ ਵੰਸ਼ਜ ਸੀ ਭਾਈ ਮਰਦਾਨਾ ਜੀ, ਉਹ ਗੁਰੂ ਸਾਹਿਬ ਦੇ ਪਹਿਲੇ ਕੀਰਤਨੀਏ ਸੀ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਉਹਨਾਂ ਨੇ ਪੂਰੇ 54 ਸਾਲ ਕੀਰਤਨ ਦੀ ਸੇਵਾ ਕੀਤੀ। ਉਹਨਾਂ ਦੇ ਅੰਸ਼ਜ ਦੇ ਵਿੱਚੋਂ ਸਾਡੀ ਜਿਹੜੀ ਡੂਮ ਮਿਰਾਸੀ ਜਿਹੜੀ ਮੀਰ ਆਲਮ ਕੌਮ ਹੈ, ਉਹਦੇ ਵੰਸ਼ਜ ਚਲੇ ਆ ਰਹੇ ਨੇ ਤੇ ਸੰਗੀਤ ਹੀ ਸਾਡਾ ਕਿੱਤਾ ਸੀ ਤੇ ਸੰਗੀਤ ਨੂੰ ਅਸੀਂ ਸਮਰਪਿਤ ਹਾਂ। ਤੇ ਸਰਦੂਲ ਜੀ ਨੇ ਇਸੇ ਸੰਗੀਤ ਨੂੰ ਵੰਡਦੇ ਹੋਏ ਆਪਣੀ ਜਿਹੜੀ ਪ੍ਰਸਿੱਧੀ ਹਾਸਲ ਕੀਤੀ ਦੀਨ ਦੁਨੀਆ ਦੇ ਵਿੱਚ, ਤੇ ਆਪਣੀ ਕੌਮ ਨੂੰ ਸੰਗਠਿਤ ਵੀ ਕੀਤਾ ਇਸ ਪਾਸੇ ਵੱਲ। ਤੇ ਉਹਨਾਂ ਨੇ ਆਪਣੀ ਕਲਾ ਦੇ ਨਾਲ ਨਾਲ ਇਸ ਨੂੰ ਪੋਲੀਟੀਕਲ ਦੇ ਤੌਰ ਤੇ ਜਾਂ ਰਾਜਸੀ ਤੌਰ ਤੇ ਵੀ ਬਹੁਤ ਸੁਚੇਤ ਕੀਤਾ ਤੇ ਆਪਣੇ ਹੱਕਾਂ ਪ੍ਰਤੀ ਵੀ ਸੁਚੇਤ ਕੀਤਾ। ਕਿਉਂਕਿ ਸਾਡਾ ਜਿਹੜਾ ਡੂਮ ਕਾਸਟ ਦਾ ਸੀ, ਉਹ ਸਰਟੀਫਿਕੇਟ ਬਣਦਾ ਸੀ, ਉਹ ਜਦੋਂ ਸਦੀਕ ਸਾਹਿਬ ਬਣੇ ਸੀ ਨਾ, ਉਸ ਟਾਈਮ ਕੁਛ ਰਾਜਸੀ ਉਹਨਾਂ ਕਰਕੇ ਉਹਦਾ ਬੰਦ ਕਰਤਾ ਸੀ। ਇੱਕ ਚਿੱਠੀ ਕੱਢਦੇ ਸੀ ਵੀ ਨਹੀਂ, ਇਹ ਬਣਾਇਆ ਨਹੀਂ ਜਾਊਗਾ। ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਾਡੀ ਇਸ ਜੋ ਮੰਗ ਹੈ ਉਹ ਇਹਨੂੰ ਦੁਬਾਰਾ ਚਾਲੂ ਕੀਤਾ ਜਾਵੇ। ਸਾਨੂੰ ਬਣਦਾ ਹੱਕ ਹੈ ਜਿਹੜਾ ਉਹ ਸਾਡੀ ਕਾਸਟ ਨੂੰ, ਕਿਉਂਕਿ ਸਾਡੀ ਕਾਸਟ ਥੋੜ੍ਹੀ ਘੱਟ ਗਿਣਤੀ 'ਚ ਹੋਣ ਕਰਕੇ ਪੰਜਾਬ ਦੇ ਵਿੱਚ, ਬਾਹਰ ਤਾਂ ਬਹੁਤ ਸਾਡੀ ਗਿਣਤੀ ਹੈ, ਤੇ ਉਹ ਸਾਡਾ ਬਣਦਾ ਹੱਕ ਹੈ ਜਿਹੜਾ ਸਾਨੂੰ ਦਿੱਤਾ ਜਾਵੇ। ਤੋ ਅਸੀਂ ਫਿਰ ਇਹ ਅੱਲਾ ਅੱਗੇ ਦੁਆ ਕਰਦੇ ਹਾਂ ਕਿ ਸਰਦੂਲ ਜੀ ਨੂੰ ਆਪਣੀ ਉਹਨਾਂ ਦੀ ਮਗਫਿਰਤ ਫਰਮਾਏ ਤੇ ਪਿੱਛੇ ਉਹਨਾਂ ਦੇ ਪਰਿਵਾਰ ਨੂੰ ਸਬਰੇ ਜ਼ਮੀਨ ਦਾ ਜਿਹੜਾ ਉਹ ਸਬਰ ਦਾ ਮੰਨਣ ਦਾ, ਭਾਣਾ ਮੰਨਣ ਦਾ ਵੱਲ ਬਖਸ਼ੇ। ਇਹਨਾਂ ਹੀ ਕਹਿੰਦਾ ਹੋਇਆ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸ਼ਰਧਾਂਜਲੀ ਦਿੰਦੇ ਅੱਜ ਸਾਡੇ ਮੈਂ ਬੁੱਟੇ ਸ਼ਾਹ ਸਾਬਰੀ ਜੀ
ਜੋ ਕਿ ਮਰਦਾਨੇ ਕੀ ਬਰਾਦਰੀ ਡੂਮ ਜਾਤੀ ਨਾਲ ਸੰਬੰਧ ਰੱਖਦੇ ਹਾਂ। ਜੋ ਸਰਦੂਲ ਸਿਕੰਦਰ ਜੀ ਸੀ ਸਾਡੇ, ਇਹ ਵੀ ਸਾਡੇ ਬਰਾਦਰ ਸੀ ਔਰ ਸਾਨੂੰ ਬਾਬਾ ਮਰਦਾਨਾ ਜੀ ਦੇ ਰਹਿਨਮਾਈ ਦੇ ਥੱਲੇ ਸਾਡੀ ਬਰਾਦਰੀ ਨੂੰ, ਮੀਰ ਆਲਮ ਮਰਾਸੀ ਡੂਮ ਜਾਤੀ ਨੂੰ ਇਹ ਇੱਕ ਵਰਦਾਨ ਸੀ ਕਿ ਜਿਨ੍ਹਾਂ ਦੇ ਵਿੱਚੋਂ ਸਾਡਾ ਇੱਕ ਸਰਦੂਲ ਸਿਕੰਦਰ ਇਸ ਦੁਨੀਆ ਦੇ ਵਿੱਚ ਐਸਾ ਸੁਪਰਸਟਾਰ ਅੱਲਾ ਵਾਹਿਗੁਰੂ ਨੇ ਪੈਦਾ ਕੀਤਾ, ਜਿਸ ਨਾਲ ਸਾਡੀ ਪੂਰੀ ਜਾਤ ਦੀ, ਮਰਦਾਨੇ ਕੀ ਬਰਾਦਰੀ ਦੀ, ਡੂਮ ਜਾਤੀ ਦੀ ਪੂਰੀ, ਮੈਂ ਇਹ ਸਮਝਦਾ ਕਿ ਵੀ ਸਾਡਾ ਅੱਜ ਇੱਜ਼ਤ ਬਣੀ। ਔਰ ਮੈਂ ਇਹ ਸਮਝਦਾ ਕਿ ਵੀ ਅੱਜ ਸਾਡੀ ਬਰਾਦਰੀ ਦਾ ਜਿਸ ਤਰ੍ਹਾਂ ਕਿ ਸਾਨੂੰ ਬਾਬਾ ਮਰਦਾਨਾ ਜੀ ਦੀ ਰਹਿਮਤ ਨਾਲ ਸਾਨੂੰ ਇਹ ਵਿਰਾਸਤ ਦੇ ਵਿੱਚ ਗਾਉਣਾ ਮਿਲਿਆ ਹੋਇਆ, ਉਸ ਦੇ ਮੁਤਾਬਕ ਸਾਡੀ ਵਿਰਾਸਤ ਦਾ ਇੱਕ ਹਿੱਸਾ ਸਾਡਾ, ਜਿਵੇਂ ਕਿ 4 ਪਾਏ ਹੁੰਦੇ ਨੇ, ਇੱਕ ਪਾਇਆ ਜਿਹੜਾ ਸਾਡਾ ਹਿੱਲਿਆ। ਔਰ ਸਾਨੂੰ ਸਰਦੂਲ ਜੀ ਦਾ ਸੰਗੀਤ ਜਗਤ ਦੇ ਵਿੱਚ ਤਾਂ ਬਹੁਤ ਵੱਡਾ ਘਾਟਾ, ਸਾਨੂੰ ਆਪਣੀ ਬਰਾਦਰੀ ਦੇ ਵਿੱਚ ਵੀ ਬਹੁਤ ਵੱਡਾ ਘਾਟਾ, ਕਿਉਂਕਿ ਜਦੋਂ ਵੀ ਕਿਸੇ ਬਰਾਦਰੀ ਦਾ ਛੋਟੇ ਪਰਿਵਾਰ ਦੇ ਵਿੱਚੋਂ, ਗਰੀਬੀ 'ਚੋਂ ਉੱਠ ਕੇ ਐਡਾ ਵੱਡਾ ਸੁਪਰਸਟਾਰ ਹੋ ਜਾਣਾ, ਇਹ ਸਭ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ, ਪਰਮਾਤਮਾ ਦੀ, ਲੋਕਾਂ ਦੀਆਂ, ਤੁਹਾਡੇ ਵਰਗੇ ਭੈਣ ਭਰਾਵਾਂ ਦੀਆਂ ਦੁਆਵਾਂ ਹੁੰਦੀਆਂ ਨੇ, ਛੋਟੇ ਛੋਟੇ ਬੱਚਿਆਂ ਦੀਆਂ ਦੁਆਵਾਂ ਹੁੰਦੀਆਂ ਨੇ। ਇੱਕ ਨਹੀਂ ਸਰਦੂਲ ਸਿਕੰਦਰ ਜੀ ਸਭ ਦੀਆਂ ਦੁਆਵਾਂ ਲੈਂਦੇ ਸੀ। ਅੱਜ ਦੇ ਇਕੱਠ ਨੂੰ ਦੇਖ ਕੇ ਮੈਂ ਇਹ ਮਹਿਸੂਸ ਕਰਦਾ ਕਿ ਸਰਦੂਲ ਜੀ ਸਾਡੇ ਵਿੱਚ ਜਾਤੀ ਤੌਰ ਤੇ ਸੀ, ਪਰ ਲੋਕਾਂ ਦੇ ਵਿੱਚ ਕੁਦਰਤ ਦੇ ਤੌਰ ਤੇ ਇੰਨੇ ਸਮੋਏ ਹੋਏ ਸੀ ਕਿ ਸਾਡੇ ਤੋਂ ਵੀ ਉੱਪਰ ਦੀ ਹੈ। ਇਸ ਕਰਕੇ ਅੱਜ ਸਾਨੂੰ ਬਹੁਤ ਵੱਡਾ ਘਾਟਾ ਪਿਆ। ਅਸੀਂ ਸਾਰੀ ਬਰਾਦਰੀ ਔਰ ਮੈਂ ਆਪਣੇ ਕੰਨਿਓ ਵੀ, ਤੁਹਾਡੇ ਕੰਨਿਓ ਵੀ ਇਹ ਪ੍ਰਾਰਥਨਾ ਕਰਦਾ ਕਿ ਅੱਲਾ ਵਾਹਿਗੁਰੂ ਉਹਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸੇ ਔਰ ਜੰਨਤ ਫਰਦੋਸ਼ ਕਰੇ, ਉਹਨਾਂ ਦੀ ਕਬਰ ਨੂਰੇ ਮਨੱਬਰ ਹੋ ਜਾਵੇ ਔਰ ਉਹਨਾਂ ਦਾ ਆਉਣ ਵਾਲਾ ਪਰਿਵਾਰ ਔਰ ਉਹਨਾਂ ਦੀ ਆਉਣ ਵਾਲੀ ਜਿਹੜੀ ਕੌਮ ਹੈ ਉਹ ਵੀ ਉੱਚੀਆਂ ਬੁਲੰਦੀਆਂ ਤੇ ਜਾਵੇ। ਔਰ ਇਸੇ ਜ਼ਰੀਏ ਮੈਂ ਇੱਕ ਸਰਕਾਰ ਤੋਂ ਮੰਗ ਕਰਦਾ ਕਿ ਸਾਡੀ ਜਿਹੜੀ ਡੂਮ ਜਾਤੀ ਹੈ ਉਹਦੇ ਵਿੱਚ ਬੱਚੇ ਪੜ੍ਹਦੇ ਨੇ, ਸਾਡੇ ਸਾਰੇ ਤਾਂ ਕਲਾਕਾਰ ਨਹੀਂ ਬਣਦੇ, ਕੁਝ ਬੱਚੇ ਸਾਡੇ ਪੜ੍ਹ ਲਿਖ ਕੇ ਨੌਕਰੀ ਪੇਸ਼ੇ ਨੂੰ ਜਾਂਦੇ ਨੇ, ਜਦ ਕਿ ਸਾਡੀ ਬਹੁਤ ਘੱਟ ਗਿਣਤੀ ਹੈ। ਸਰਕਾਰਾਂ ਜਿੰਨੀਆਂ ਵੀ ਬਣਦੀਆਂ ਨੇ ਉਹ ਘੱਟ ਗਿਣਤੀ ਦੀ ਮਦਦ ਤਾਂ ਕਹਿੰਦੀਆਂ ਨੇ, ਪਰ ਸਾਡਾ ਘੱਟ ਗਿਣਤੀ ਦੇ ਹੋਣ ਦੇ ਨਾਤੇ ਸਾਡੀ ਬੇਨਤੀ ਹੈ ਕਿ ਸਾਡੀ ਡੂਮ ਜਾਤੀ ਦੇ ਸਰਟੀਫਿਕੇਟ ਕੁਝ ਅਰਸੇ ਤੋਂ, ਕੁਝ ਸਾਲਾਂ ਤੋਂ ਉਹਨਾਂ ਨੂੰ ਕਲੋਜ਼ ਕਰਿਆ ਹੋਇਆ, ਬੰਦ ਕਰਿਆ ਹੋਇਆ, ਪਤਾ ਨਹੀਂ ਕੀ ਗੱਲ ਹੈ। ਅਸੀਂ ਸਾਡੀ ਸਟੇਟ ਗੌਰਮੈਂਟ ਨੂੰ ਵੀ, ਸੈਂਟਰ ਗੌਰਮੈਂਟ ਨੂੰ ਵੀ ਬੇਨਤੀ ਕਰਦੇ ਹਾਂ ਕਿ ਸਾਡੇ ਸਰਦੂਲ ਜੀ ਦੇ ਜਾਣ ਨਾਲ ਮੈਂ ਇਹ ਬੇਨਤੀ ਕਰਦਾ ਕਿ ਉਹਨਾਂ ਨੂੰ ਇਸ ਇਨਾਮ ਦੇ ਵਿੱਚ, ਉਹਨਾਂ ਦੀ ਇਸ ਮੌਤ ਦੇ ਸਦਮੇ ਦੇ ਵਿੱਚ ਸਾਡੀ ਸਰਕਾਰ ਨੂੰ ਚਾਹੀਦਾ ਕਿ ਸਾਡੀ ਬਰਾਦਰੀ ਨੂੰ ਇੱਕ ਇਹ ਵੀ ਇਨਾਮ ਬਖਸ਼ ਦੇਣ ਵੀ ਸਰਦੂਲ ਦੇ ਸਦਮੇ ਤੋਂ ਬਾਅਦ ਅਸੀਂ ਇਸ ਬਰਾਦਰੀ ਨੂੰ ਉੱਚਾ ਚੱਕਣ ਖਾਤਰ ਇਹਨਾਂ ਦੇ ਸਰਟੀਫਿਕੇਟ ਨੇ ਜਿਹੜੇ ਡੂਮ ਜਾਤੀ ਦੇ, ਉਹ ਦੁਬਾਰਾ ਅਲਾਉ ਕਰਦੇ। ਸੋ ਬਾਬੇ ਨਾਨਕ ਦੇ ਨਾਲ ਬਾਬਾ ਮਰਦਾਨਾ ਹੁੰਦਾ ਸੀ ਤੇ ਬਾਬੇ ਮਰਦਾਨੇ ਦੀ ਜਿਹੜੀ ਬਰਾਦਰੀ ਹੈ ਉਹ ਇਹਨਾਂ ਦੀ ਸਰਦੂਲ ਸਿਕੰਦਰ ਜੀ ਦੀ ਬਰਾਦਰੀ ਸੀ। ਉਹਨਾਂ ਦੀ ਬਰਾਦਰੀ ਦੇ ਲੋਕਾਂ ਦੇ ਨਾਲ, ਸ਼ਰੀਕੇ ਦੇ ਨਾਲ ਗੱਲਾਂ ਕੀਤੀਆਂ ਗਈਆਂ ਤੇ ਬਸ ਇਹੀ ਦੁਆ ਹੈ ਕਿ ਪਰਮਾਤਮਾ ਉਹਨਾਂ ਨੂੰ ਸੱਚਖੰਡ ਵਿੱਚ ਵਿਰਾਜੇ, ਉਹਨਾਂ ਦੀ ਰੂਹ ਨੂੰ ਸ਼ਾਂਤੀ ਮਿਲੇ ਤੇ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਉਹਨਾਂ ਦੇ ਜਿਹੜੇ ਬੱਚੇ ਉਹ ਵੀ ਉਹਨਾਂ ਵਾਂਗ ਬੁਲੰਦੀਆਂ ਨੂੰ ਛੂਹਣ। ਸੀਨੀਅਰ ਸਿੰਗਰ ਆ, ਇੱਕੋ ਜਿਹਾ ਸਤਿਕਾਰ, ਇੱਕੋ ਜਿਹਾ ਪਿਆਰ ਉਹ ਹਰ ਇੱਕ ਨੂੰ ਦਿੰਦੇ ਸੀ ਔਰ ਹਾਸਾ ਮਖੌਲ ਮਜ਼ਾਕ ਬਹੁਤ ਕਰਦੇ ਸੀ। ਮਹਿਫਲ ਦੇ ਵੀ ਕਹਿ ਲਓ ਧਨੀ ਸੀਗੇ, ਜਿੱਥੇ ਬਹਿ ਜਾਣਾ ਤੇ ਸਾਰਿਆਂ ਦਾ ਦਿਲ ਲਾਈ ਕਹਿੰਦੇ ਕਿ ਉਹਨਾਂ ਦਾ ਹੋ ਰਹੀ ਇਦਾਂ ਸੀਗਾ ਕਿ ਜਿੱਥੇ ਬਹਿ ਜਾਂਦੇ ਸੀਗੇ ਉੱਥੇ ਸਾਰੀ ਪੋਜ਼ਿਟਿਵ ਵਾਈਬ ਸੀ। ਬਿਲਕੁਲ ਬਿਲਕੁਲ ਜੀ, ਬਹੁਤ ਵਧੀਆ ਰੂਹ ਦੇ ਮਾਲਕ ਸੀਗੇ ਤੇ ਉਹਨੇ ਹੀ ਵਧੀਆ ਆਰਟਿਸਟ ਸੀ, ਉਹਨੇ ਹੀ ਵਧੀਆ ਇਨਸਾਨ ਸੀ। ਇਹ ਉਹਨਾਂ ਦਾ ਤੁਰ ਜਾਣਾ ਜਿਹੜਾ ਜੀ ਮੈਂ ਕਦੇ ਵੀ ਨਾ ਪੂਰਾ ਹੋਣ ਵਾਲਾ ਘਟਨਾ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਦਾਂ ਦਾ ਸਿਕੰਦਰ ਫਿਰ ਇੱਕ ਵਾਰ ਫੇਰ ਆਊਗਾ, ਪੂਰਾ ਦਾ ਸਿਕੰਦਰ ਆਊਗਾ। ਜੀ ਦੇਖੋ ਜੀ, ਇਹ ਆਏਗਾ ਜ਼ਰੂਰ, ਮੈਂ ਇਹ ਨਹੀਂ ਕਹਿ ਸਕਦਾ, ਕਿਸੇ ਚੀਜ਼ ਦਾ ਕਿਤੇ ਅੰਤ ਨਹੀਂ ਹੁੰਦਾ, ਪਰ ਸਰਦੂਲ ਸਿਕੰਦਰ ਵਰਗਾ ਗਵਈਆ ਤੇ ਪਰਫਾਰਮਰ ਇਹ ਸਦੀ 'ਚ ਇੱਕ ਵੱਡਾ ਆਰਟਿਸਟ ਇੱਦਾਂ ਦਾ ਪੈਦਾ ਹੁੰਦਾ ਔਰ ਅਸੀਂ ਦੁਆ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਹ ਘਾਟਾਂ ਆ, ਇਹ ਬਾਕੀ ਦੇ ਬੰਦੇ ਵਧੀਆ ਗਵਈਏ, ਵਧੀਆ ਸੁਰਾਂ ਦੇ ਮਾਲਕ, ਚੰਗੇ ਪਰਫਾਰਮਰ ਸਾਡੀ ਪੰਜਾਬ ਦੀ ਧਰਤੀ ਤੇ ਪੈਦਾ ਹੁੰਦੇ ਰਹਿਣ ਤੇ ਲੋਕਾਂ ਨੂੰ ਐਂਟਰਟੇਨ ਕਰਦੇ। ਇੰਨੀ ਜ਼ਿਆਦਾ ਨਿਮਾਣਤਾ ਉਹਨਾਂ ਵਿੱਚ ਦੇਖਣ ਨੂੰ ਮਿਲਦੀ ਸੀ, ਪਰ ਅੱਜ ਕੱਲ੍ਹ ਦੇ ਕਲਾਕਾਰਾਂ 'ਚ ਉਹ ਨਿਮਾਣਤਾ, ਉਹ ਹੰਬਲਨੈਸ ਨਹੀਂ ਦੇਖਣ ਨੂੰ ਮਿਲਦੀ। ਸਾਲ ਡੇਢ ਸਾਲ ਤੋਂ ਬਿਮਾਰ ਚੱਲ ਰਹੀ ਸੀ, ਉਹਦਾ ਕਿਡਨੀ ਟ੍ਰਾਂਸਪਲਾਂਟ ਵੀ ਹੋਇਆ, ਅਮਰ ਨੂਰੀ ਜੀ ਨੇ ਕਿਡਨੀ ਵੀ ਉਹਨਾਂ ਨੂੰ ਡੋਨੇਟ ਕੀਤੀ ਆ ਤੇ ਮਤਲਬ ਕਹਿੰਦੇ ਸੀ ਛੋਟੇ ਫੰਕਸ਼ਨਾਂ 'ਤੇ ਵੀ ਜੇਕਰ ਕੋਈ ਇਨਵਾਈਟ ਕਰੇ ਤਾਂ ਉੱਥੇ ਆ ਜਾਂਦੇ ਸੀ ਤੇ ਆਮ ਵੀ ਸਿੰਗਿੰਗ ਕਰ ਦਿੰਦੇ ਸੀ, ਹਰ ਇੱਕ ਨੂੰ ਹੱਸ ਕੇ ਮਿਲਣਾ। ਪਰ ਬਾਕੀ ਜਿਹੜੇ ਅੱਜ ਕੱਲ੍ਹ ਦੇ ਨਿਊ ਜਨਰੇਸ਼ਨ ਦੇ ਯੰਗਸਟਰਸ ਨੇ, ਕਲਾਕਾਰ ਨੇ, ਉਹਨਾਂ ਵਿੱਚ ਇੰਨੀ ਹੰਬਲਨੈਸ ਕਿਉਂ ਨਹੀਂ ਦੇਖਣ ਨੂੰ ਮਿਲਦੀ? ਦੇਖੋ ਜੀ, ਮੈਂ ਹੁਣ ਕਿਸੇ ਹੋਰ ਦੀ ਗੱਲ ਨਹੀਂ ਮੈਂ ਕਰਨੀ ਚਾਹੁੰਦਾ ਵੀ ਕਿਉਂ ਨਹੀਂ ਹੈ ਕਿਸੇ 'ਚ ਹੰਬਲਨੈਸ,
ਮੈਂ ਗੱਲ ਕਰੂੰਗਾ ਸਰਦੂਲ ਭਾਜੀ ਦੀ, ਜਿਹੜੇ ਅਸੀਂ ਦੁੱਖ ਦੇ ਵਿੱਚ ਸ਼ਰੀਕ ਹੋਣ ਲਈ ਇੱਥੇ ਪਹੁੰਚੇ ਹਾਂ, ਜੋ ਕਿ ਸਾਨੂੰ ਬਹੁਤ ਸਰਦੂਲ ਭਾਜੀ ਦੇ ਪਰਿਵਾਰ ਨੂੰ, ਉਹਨਾਂ ਦੇ ਸਾਰੇ ਪੰਜਾਬ ਦੇ ਸੰਗੀਤਕ ਪਰਿਵਾਰ ਨੂੰ ਤੇ ਪੰਜਾਬੀਆਂ ਨੂੰ ਜਿਹੜਾ ਅੱਜ ਬਹੁਤ ਵੱਡਾ ਘਾਟਾ ਪਿਆ, ਅਸੀਂ ਉਹਦੇ ਵਿੱਚ ਉਸ ਦੁੱਖ ਦੇ ਵਿੱਚ ਦੁੱਖ ਵੰਡਾਉਣ ਲਈ ਅਸੀਂ ਆਏ। ਤੇ ਮੈਂ ਭੈਣ ਜੀ ਨੂਰੀ ਹੋਣਾ ਦਾ, ਸਾਡੇ ਪੁੱਤ, ਸਾਡੇ ਭਤੀਜੇ ਸਾਰਿਆਂ ਤੇ ਆਲਾਪ, ਉਹਨਾਂ ਨੂੰ ਮੈਂ ਦੁਆ ਕਰਦਾ ਮਾਲਕ ਅੱਗੇ ਕਿ ਉਹਨਾਂ ਨੂੰ ਭਾਣਾ ਮੰਨਣ ਦੀ ਸ਼ਕਤੀ ਦੇਵੇ, ਮਾਲਕ ਤਾਕਤ ਦੇਵੇ, ਭਾਣਾ ਮੰਨਣ ਦਾ ਬਲ ਬਖਸ਼ੇ ਤੇ ਸਰਦੂਲ ਭਾਜੀ ਨੂੰ ਇੰਨੇ ਵਧੀਆ ਸੁਰੀਲੀ ਆਵਾਜ਼ ਨੂੰ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਬਖਸ਼ੇ। ਸੋ ਇਸੀ ਸਰਬਜੀਤ ਚੀਮਾ ਜੀ ਵੀ ਸ਼ਰਧਾਂਜਲੀ ਦੇਣ ਪਹੁੰਚ ਚੁੱਕੇ ਨੇ ਜੀ ਖੇੜੀ ਨੌਧ ਸਿੰਘ ਪਿੰਡ ਵਿਖੇ, ਤੇ ਕਹਿੰਦੇ ਨੇ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਮੈਂ ਤਾਂ ਸ਼ੁਰੂ ਹੀ ਸਰਦੂਲ ਸਿਕੰਦਰ ਦੇ ਕੀਤਾ ਤੇ ਕਿੰਨਾ ਸਮਾਂ ਸਰਦੂਲ ਸਿਕੰਦਰ ਦੇ ਗੀਤ ਤੋਂ ਤਾਂ ਮੇਰੀ ਕਲਾਕਾਰੀ ਸ਼ੁਰੂ ਹੋਈ ਹੈ ਜੀ। ਉਹਨਾਂ ਦਾ ਗੀਤ ਹਿੱਟ ਹੋਇਆ ਫੁੱਲਾਂ ਦੀ ਕੱਚੀ ਪਾਰ ਨੇ, ਤਾਂ ਮੈਂ ਉਹਦੀ ਪੈਰੋਡੀ ਕੀਤੀ ਗੋਭੀ ਦੀ ਕੱਚੀ ਪਾਰ ਨੇ, ਜਿਹੜੀ ਮੇਰੀ ਪਹਿਲੀ ਕੈਸਟ ਸੀ। ਜੇ ਸਰਦੂਲ ਸਿਕੰਦਰ ਫੁੱਲਾਂ ਦੀ ਕੱਚੀ ਪਾਰ ਨੇ ਨਾ ਗਾਉਂਦਾ ਭਗਵੰਤ ਮਾਨ ਹੋਣੀ ਸੀ। ਸੋ ਇਸ ਤੋਂ ਉਹਨਾਂ ਤੋਂ ਤਾਂ ਸਿੱਖਦੇ ਰਹੇ ਹਾਂ, ਉਹਨਾਂ ਦੇ ਨਾਲ ਰਹੇ ਹਾਂ ਫਿਲਮਾਂ 'ਚ, ਬਾਹਰਲੇ ਸ਼ੋਆਂ 'ਚ। ਆ ਸਾਰੇ ਮੁੰਡੇ ਆ, ਸਟੇਜ ਸੈਕਟਰੀ ਪਵਨ ਮੁੰਡਾ ਹੁੰਦਾ, ਜੀਲਾ ਢੋਲ ਬਾਕੀ ਉਹ ਚਿੰਨ੍ਹ ਜਿਹੜੀ ਉਹਨਾਂ ਨੇ ਲਗਾਈ ਤੁਹਾਡੇ ਵਿੱਚ ਵੀ ਲੱਗੀ। ਬਿਲਕੁਲ ਅਸੀਂ ਹਰ ਵਕਤ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ, ਹਰ ਵਕਤ ਹੱਸਦੇ ਖੇਡਦੇ ਰਹਿੰਦੇ ਸੀ। ਕਈ ਵਾਰੀ ਕੈਸਟਾਂ ਰਿਲੀਜ਼ ਕਰਨ ਤੋਂ ਪਹਿਲਾਂ ਮੈਂ ਉਹਨੂੰ ਪ੍ਰੂਵ ਕਰਾਉਂਦਾ ਸੀ ਉਹਨਾਂ ਤੋਂ ਕਿ ਆਹ ਕੈਸਟ ਆਊਗੀ ਜੀ, 'ਚ ਕੋਈ ਕਮੀਆਂ ਦੱਸ ਦਿਓ। ਦੱਸ ਦਿੰਦੇ ਸੀ ਕਿ ਇਹਨੂੰ ਇੱਥੋਂ ਕਰ ਲੈ, ਇਹਨੂੰ ਆਹ ਕਰ ਲੈ। ਕਦੇ ਉਹਨਾਂ ਨੇ ਕਿਸੇ ਗੱਲ ਦਾ ਕੋਈ ਜੈਲਸੀ ਨਹੀਂ ਕਿਸੇ ਕਲਾਕਾਰ ਨਾਲ ਕੀਤੀ। ਕੋਈ ਛੋਟਾ ਕੋਈ ਵੱਡਾ ਹੈ, ਉਹਨੂੰ ਬਿਠਾ ਕੇ ਸਮਝਾਉਣਾ, ਜੇ ਕੁਝ ਗਲਤ ਗਾ ਰਿਹਾ ਉਹਨੂੰ ਕਹਿਣਾ ਵੀ ਨਹੀਂ ਆਹ ਇੱਥੋਂ ਸੁਰ ਠੀਕ ਕਰ ਲੈ। ਸੋ ਰੱਬੀ ਰੂਹ ਸੀ। ਬਿਜ਼ੀ ਸ਼ਡਿਊਲ ਦੇ ਵਿੱਚੋਂ ਵੀ ਤੁਹਾਡੇ ਲਈ ਜਾਂ ਹੋਰ ਲੋਕਾਂ ਦੇ ਲਈ ਸਮਾਂ ਕੱਢਦੇ ਸੀ? ਬਹੁਤ ਜ਼ਿਆਦਾ, ਮਤਲਬ ਉਹਨਾਂ ਕੋਲੇ ਜੇ ਕੋਈ ਬੰਦਾ 1 ਘੰਟੇ ਵਾਸਤੇ ਜਾਂਦਾ ਤਾਂ ਸਮਝ ਲਓ 2 ਦਿਨਾਂ ਬਾਅਦ ਮੁੜੂਗਾ ਉੱਥੋਂ। ਉਹ ਇੰਨਾ ਜ਼ਿਆਦਾ ਮਹਿਮਾਨ ਨਵਾਜ਼ੀ ਕਰਦੇ ਸੀ, ਇੰਨੀ ਖਾਣ ਪੀਣ ਪੱਖੋਂ। ਮਤਲਬ ਜੇ ਤੁਸੀਂ ਇਹ ਕਹਤਾ ਕਿ ਮੈਂ ਘੰਟਾ ਸਰਦੂਲ ਸਿਕੰਦਰ ਜੀ ਕੋਲ ਘਰੇ ਜਾ ਕੇ ਆਉਣਾ, ਇਹਦਾ ਮਤਲਬ 2 ਦਿਨਾਂ ਬਾਅਦ ਆਉਂਗੇ ਤੁਸੀਂ, ਇੰਨਾ ਪਿਆਰ ਉਹ ਕਰਦੇ ਸੀ। ਸੋ ਦੁੱਖ ਸੁੱਖ ਦੇ ਵਿੱਚ ਵੀ ਹਰ ਕਲਾਕਾਰ ਦੇ ਪਰਿਵਾਰ ਸਮੇਤ ਜਾਂਦੇ ਸੀ। ਇੰਨਾ ਉਮੀਦ ਨਹੀਂ ਸੀ ਛੇਤੀ ਕਿ ਇੰਨਾ ਛੇਤੀ ਚਲੇ ਜਾਣਗੇ ਉਹ, ਪਰ ਪਰਮਾਤਮਾ ਕਿਉਂਕਿ ਉਹ ਆਪਦੇ ਆਪ 'ਚ ਕੰਪਲੀਟ ਕਲਾਕਾਰ ਸੀ ਨਾ ਜੀ। ਜਿਹੜੇ ਕੰਟਰੋਵਰਸੀ ਵਾਲੇ ਹੁੰਦੇ ਨੇ ਉਹ ਆਪਦੀਆਂ ਕਮੀਆਂ ਲੁਕਾਉਣ ਦੇ ਮਾਰੇ ਕਿਸੇ ਨਾਲ ਲੜਦੇ ਹੋਣਗੇ, ਕਿਸੇ ਨੂੰ ਮਾੜਾ ਚੰਗਾ ਬੋਲਦੇ ਨੇ। ਉਹਨਾਂ ਦੀ ਤਾਂ ਸਰਸਵਤੀ ਆਪਦੇ ਗਲੇ 'ਚ ਵਾਸ ਕਰਦੀ ਸੀ। ਉਹ ਤਾਂ ਆਪਦੇ ਆਪ 'ਚ ਕੰਪਲੀਟ ਕਲਾਕਾਰ ਸੀ। ਉਹਨਾਂ ਨੂੰ ਕਿਸੇ ਨਾਲ ਜੈਲਸੀ ਕਰਨ ਦੀ, ਉਹਨਾਂ ਨੂੰ ਕਿਸੇ ਨਾਲ ਨੰਬਰਿੰਗ ਦੀ ਗੇਮ 'ਚ ਜਾਂ ਛੋਟੇ ਵੱਡੇ ਦੀ ਦੌੜ 'ਚ ਪੈਣ ਦੀ ਲੋੜ ਹੀ ਨਹੀਂ ਪੈਂਦੀ ਸੀ ਉਹਨਾਂ ਨੂੰ। ਸੋ ਚਾਹੇ ਭੇਟਾਂ ਗਾਉਣੀਆਂ ਹੋਣ, ਚਾਹੇ ਧਾਰਮਿਕ ਗੀਤ, ਚਾਹੇ ਡਿਊਟ, ਚਾਹੇ ਸੈਡ ਸੌਂਗ, ਚਾਹੇ ਡਾਂਸਿੰਗ ਬੀਟ, ਹਰ ਕਿਸਮ ਦੇ ਗੀਤਾਂ ਲਈ ਉਹਨਾਂ ਦੀ ਆਵਾਜ਼ ਜਿਵੇਂ ਮਤਲਬ ਪਰਮਾਤਮਾ ਨੇ ਇਸੇ ਕੰਮ ਵਾਸਤੇ ਭੇਜੇ ਹੋਣ, ਉਹਨਾਂ ਦੇ ਗੀਤ ਅੱਜ ਵੀ ਗੂੰਜਦੇ ਨੇ। ਜੇਕਰ ਉਹਨਾਂ ਦੀ ਬਰਾਦਰੀ ਦੀ ਗੱਲ ਕਰੀਏ, ਸਾਰੇ ਤਾਂ ਕਲਾਕਾਰ ਨਹੀਂ ਬਣਦੇ, ਜਿਹੜੇ ਬਾਕੀ ਰਹਿ ਜਾਂਦੇ ਨੇ ਉਹਨਾਂ ਦੀ ਬਰਾਦਰੀ ਨੂੰ ਹਲੇ ਉਹ ਮਤਲਬ ਜੋ ਮਿਲਣਾ ਚਾਹੀਦਾ ਮੈਜੋਰਟੀ ਹੈ ਉਹ ਨਹੀਂ ਮਿਲ ਰਿਹਾ, ਉਹਨਾਂ ਬਾਰੇ ਕੀ ਕਹਿਣਾ? ਦੇਖੋ ਸਰਦੂਲ ਭਾਜੀ ਨੇ ਤਾਂ ਆਪਣੇ ਪਰਿਵਾਰ ਦੇ ਆਪਦੇ ਸਾਰੇ ਈਵਨ ਭੂਆ ਮਾਸੀਆਂ ਦੇ ਮੁੰਡਿਆਂ ਤੱਕ ਵੀ, ਉਹਨਾਂ ਦੇ ਪਰਿਵਾਰਾਂ ਤੱਕ ਵੀ ਉਹਨਾਂ ਨੂੰ ਸ਼ਾਗਿਰਦਾਂ ਨੂੰ ਵੀ ਸਾਰਿਆਂ ਨੂੰ ਪਾਲਿਆ। ਉਹ ਤਾਂ ਮੈਂ ਕਹੂੰਗਾ ਕਿ ਅੱਜ ਪੰਜਾਬੀ ਗਾਇਕੀ ਦਾ ਲਾਣੇਦਾਰ ਚਲਾ ਗਿਆ। ਸਾਡੇ ਲਾਣੇਦਾਰ ਸੀ ਉਹ, ਜਿਵੇਂ ਲਾਣੇਦਾਰ ਆਪਦੇ ਹਿਸਾਬ ਨਾਲ ਆਪਣੇ ਪਰਿਵਾਰ ਨੂੰ ਚਲਾਉਂਦਾ, ਉਹ ਸਾਡੇ ਪਰਿਵਾਰ ਦੇ ਕਬੀਲਦਾਰ ਸੀਗੇ, ਲਾਣੇਦਾਰ ਸੀਗੇ। ਉਹਨਾਂ ਨੂੰ ਪੁੱਛ ਕੇ ਕੰਮ ਹੁੰਦੇ ਸੀ, ਆਹ ਕਰ ਲਈ, ਆਹ ਨਾ ਕਰ ਲਈ। ਕੋਈ ਰੌਲਾ ਵੀ ਪੈ ਜਾਂਦਾ ਕਿਸੇ ਦਾ ਤਾਂ ਸਰਦੂਲ ਸਿਕੰਦਰ ਜਿਹੜੇ ਨੇ ਉਹ ਆ ਕੇ ਵਿਚਾਲੇ ਜਦੋਂ ਬਹਿ ਗਏ ਤਾਂ ਦੋਨੇ ਤਰ੍ਹਾਂ ਕਹਿੰਦੇ ਜਿਵੇਂ ਤੁਸੀਂ ਕਹੋਗੇ ਮੈਂ ਕਰ ਲਾਂਗੇ। ਮਤਲਬ ਇੱਕ ਮਹਾਨ ਸ਼ਖਸੀਅਤ ਹੋਣਾ ਚਾਹੀਦਾ ਜੀ। ਜਿਹੜਾ ਵੀ ਸਨਮਾਨ ਉਹਨਾਂ ਨੂੰ ਦਿੱਤਾ ਜਾਊਗਾ ਤਾਂ ਉਹ ਸਨਮਾਨ ਦੀ ਵੀ ਗਰਮਾ ਵਧੂ ਉਹਦੇ ਨਾਲ। ਸਰਦੂਲ ਸਿਕੰਦਰ ਸਨਮਾਨ ਨਾ ਦੇਣ ਨਾਲ ਨਾ ਤਾਂ ਛੋਟਾ ਹੋਣ ਲੱਗਿਆ। ਜੇ ਸਨਮਾਨ ਸਰਦੂਲ ਸਿਕੰਦਰ ਨੂੰ ਮਿਲੂਗਾ ਤਾਂ ਸਨਮਾਨ ਦੀ ਗਰਮਾ ਵਧੂਗੀ, ਸਨਮਾਨ ਦਾ ਜਿਹੜਾ ਗਰਿਮਾ ਉਹਦੀ ਉੱਚੀ ਹੋਊਗੀ। ਤਾਂ ਉਹਨਾਂ ਨੂੰ ਤਾਂ ਜਿਹੜਾ ਵੀ ਮਰਜ਼ੀ ਸਨਮਾਨ ਦੇ ਦਿਓ। ਸੁਰਾਂ ਦੇ ਬਾਦਸ਼ਾਹ ਤਾਂ ਲੋਕਾਂ ਨੇ ਦੇ ਰੱਖਿਆ ਸੀ। ਸੋ ਬੜੀ ਦੁੱਖ ਦੀ ਗੱਲ ਹੈ ਜੀ। ਸੋ ਭਗਵੰਤ ਮਾਨ ਸਾਹਿਬ ਵੀ ਇੱਥੇ ਆ ਕੇ ਸ਼ਰਧਾਂਜਲੀ ਦੇ ਕੇ ਗਏ ਨੇ ਸਰਦੂਲ ਸਿਕੰਦਰ ਜੀ ਨੂੰ। ਕਈਆਂ ਨੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਦਿੱਤਾ ਜਾਵੇਗਾ, ਤਾਂ ਉਹਨਾਂ ਨੇ ਕਿਹਾ ਕਿ ਸਰਕਾਰ ਦੇਵੇ ਜਾਂ ਨਾ ਦੇਵੇ, ਪਰ ਲੋਕਾਂ ਨੇ ਉਹਨਾਂ ਨੂੰ ਸੁਰਾਂ ਦੇ ਬਾਦਸ਼ਾਹ ਦਾ ਨਾਂ ਦਿੱਤਾ ਗਿਆ ਹੈ ਤੇ ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਦੀ ਇੰਨੀ ਲੋੜ ਨਹੀਂ ਹੈ, ਉਹ ਆਲਰੇਡੀ ਸੁਰਾਂ ਦੇ ਬਾਦਸ਼ਾਹ ਸੀ। ਹਰ ਇੱਕ ਕਲਾਕਾਰ ਚਾਹੇ ਉਹ ਛੋਟਾ ਹੈ ਚਾਹੇ ਵੱਡਾ, ਇੱਥੇ ਸ਼ਰਧਾਂਜਲੀ ਦੇਣ ਪਹੁੰਚ ਚੁੱਕਿਆ ਹੈ। ਖੇੜੀ ਨੌਧ ਸਿੰਘ ਪਿੰਡ ਦੇ ਵਿੱਚ ਪਵਨ ਪਰਦੇਸੀ ਜੀ ਨੇ, ਦਿਲਬਾਗ ਬਾਗੀ ਜੀ ਨੇ, ਸੁਰਾਜ ਮੁਹੰਮਦ ਜੀ। ਸੋ ਦੋ ਸ਼ਬਦ ਉਹਨਾਂ ਬਾਰੇ ਕੋਈ ਵੀ ਸ਼ਬਦ ਬੋਲਦੇ ਹਾਂ ਜੀ
ਤਾਂ ਉਹ ਫਿੱਕਾ ਲੱਗਦਾ ਕਿ ਇਹ ਕਹਿ ਸਕਦੇ ਹਾਂ ਕਿ ਉਹਨਾਂ ਦਾ ਰੁਤਬਾ ਇੰਨਾ ਵੱਡਾ, ਜੇ ਪੰਜਾਬੀ ਖੇਤਰ ਦੀ ਗੱਲ ਕਰਦੇ ਹਾਂ, ਪੰਜਾਬੀ ਗਾਇਕੀ ਦੀ ਗੱਲ ਕਰਦੇ ਹਾਂ, ਤੇ ਇੱਕ ਸਰਦੂਲ ਸਿਕੰਦਰ ਸਾਹਿਬ ਇੱਕ ਗਰੀਬੀ ਨੂੰ ਹੰਢਾਉਂਦੇ ਹੋਏ ਗਰੀਬੀ 'ਚੋਂ ਉੱਠ ਕੇ ਐਡਾ ਵੱਡਾ ਰੁਤਬਾ ਕਾਇਮ ਕਰਨਾ, ਐਡਾ ਵੱਡਾ ਮੁਕਾਮ ਹਾਸਲ ਕਰਨਾ ਆਮ ਬੰਦੇ ਦੇ ਬਸ ਦਾ ਕੰਮ ਨਹੀਂ। ਇਹ ਕਹਿ ਸਕਦੇ ਜਿੱਥੋਂ ਤੱਕ ਅਸੀਂ ਸਿਕੰਦਰ ਸਾਹਿਬ ਦੇ ਘਰ ਦੇ ਵਿੱਚ ਆਪਣੀ ਜ਼ਿੰਦਗੀ ਬਿਤਾਈ ਹੈ, ਮੈਂ 15 ਸਾਲ ਕੰਮ ਕੀਤਾ ਗੁਰੂ ਜੀ ਹੁਣਾਂ ਨਾਲ, ਔਰ ਮੇਰੇ ਗੁਰਭਰਾ ਸੁਰਾਜ ਮੁਹੰਮਦ ਦਿਲਬਾਗ ਬਾਗੀ ਜੀ, ਅਸੀਂ ਸ਼ਾਗਿਰਦ ਹਾਂ ਇਸ ਘਰ ਦਾ ਨਮਕ ਖਾਧਾ ਸੀ, ਤੇ ਜਿੰਨਾ ਅਸੀਂ ਨੇੜਤਾ ਪੂਰਵਕ ਸਿਕੰਦਰ ਸਾਹਿਬ ਨੂੰ ਦੇਖਿਆ, ਜਿੱਥੇ ਉਹ ਐਜ਼ ਏ ਗਾਇਕੀ ਇੱਕ ਗਾਇਕ ਹੋਣ ਦੇ ਨਾਤੇ ਗਾਇਕੀ ਖੇਤਰ 'ਚ ਵਧੀਆ ਸੀਗੇ, ਉਹਨਾਂ ਦਾ ਬਦਲ ਨਹੀਂ ਹੈ ਕੋਈ। ਸਰਦੂਲ ਸਿਕੰਦਰ ਸਾਹਿਬ ਦੀ ਗਾਇਕੀ ਇੰਨੀ ਸਖਤ ਔਰ ਇੰਨੀ ਵਧੀਆ ਗਾਇਕੀ, ਇੰਨਾ ਸੁਰੀਲਾਪਨ, ਜਿਹਨੂੰ ਤਮਾਮ ਪੰਜਾਬ ਆਪਣਾ ਕਲਾਕਾਰ ਭਾਈਚਾਰਾ ਇਸ ਗੱਲ ਨੂੰ ਮੰਨਦਾ ਕਿ ਉਹ ਪੰਜਾਬੀ ਗਾਇਕੀ ਦਾ ਬੇਤਾਜ ਬਾਦਸ਼ਾਹ, ਪੰਜਾਬੀ ਗਾਇਕੀ ਦੇ ਸੁਰਾਂ ਦੇ ਸਿਕੰਦਰ ਕਰਕੇ ਅਕਸਰ ਉਹਨਾਂ ਨੂੰ ਮਾਣ ਸਤਿਕਾਰ ਮਿਲਦਾ। ਉਹਨਾਂ ਦਾ ਬਦਲ ਕੋਈ ਨਹੀਂ, ਔਰ ਅਸੀਂ ਸ਼ਾਗਿਰਦ ਤਾਂ ਇਹੀ ਕਹਾਂਗੇ ਉਹਨਾਂ ਬਾਰੇ ਕਿ ਅਸੀਂ ਰੱਜ ਕੇ ਬੇਸੁਰੇ, ਰੱਜ ਕੇ ਬੇਤਾਲੇ, ਫਿਰ ਵੀ ਉਹਨਾਂ ਨੇ ਸਾਨੂੰ ਆਪਣੀ ਝੋਲੀ 'ਚ ਪਾਇਆ, ਆਪਣੇ ਗਲ ਨਾਲ ਲਾਇਆ, ਤੇ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ, ਤੇ ਸਾਨੂੰ ਰੋਜੀ ਰੋਟੀ ਤੇ ਲਾ ਕੇ ਗਏ ਨੇ। ਵੈਸੇ ਕਦੇ ਵੀ ਜਦੋਂ ਕੋਈ ਅਕਾਲ ਚਲਾਣਾ ਕਰ ਜਾਂਦਾ ਹੈ, ਲੋਕ ਉਹਦੀ ਚੰਗੀਆਂ ਗੱਲਾਂ ਨੂੰ ਹੀ ਯਾਦ ਕਰਦੇ ਨੇ। ਭਗਵੰਤ ਮਾਨ ਸਾਹਿਬ ਕਹਿ ਰਹੇ ਸੀ ਕਿ ਜੇਕਰ ਘੰਟੇ ਲਈ ਜਾਂ 2 ਘੰਟੇ ਲਈ ਉਹਨਾਂ ਨੂੰ ਮਿਲਣ ਜਾਓ ਤਾਂ 2-2 ਦਿਨ ਨਹੀਂ ਆਉਣ ਦਿੰਦੇ ਸੀ, ਪਰ ਇੱਕ ਕਲਾਕਾਰ ਹੋਣ ਦੇ ਨਾਤੇ ਇੰਨਾ ਬਿਜ਼ੀ ਸ਼ਡਿਊਲ, ਇੰਨਾ ਟਾਈਮ ਤਾਂ ਅੱਜਕੱਲ੍ਹ ਆਮ ਬੰਦੇ ਕੋਲ ਨਹੀਂ ਹੈ, ਤੇ ਇੰਨੇ ਵੱਡੇ ਕਲਾਕਾਰ ਹੋ ਕੇ ਵੀ ਇੰਨੀ ਨਿਮਾਣਤਾ ਰੱਖਣੀ। ਮੈਡਮ ਜੀ ਇੱਦਾਂ ਵੀ ਭਗਵੰਤ ਮਾਨ ਜੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ, ਉਹ ਸਿਰਫ ਉਹਨਾਂ ਨੂੰ ਨਿਮਰਤਾ ਨੂੰ ਮੁੱਖ ਰੱਖ ਕੇ ਉਹਨਾਂ ਨੇ ਗੱਲ ਕੀਤੀ। ਇਹ ਬਿਲਕੁਲ ਸੱਚਾਈ ਹੈ ਕਿ ਜਦੋਂ ਵੀ ਉਹਨਾਂ ਕੋਲ ਕੋਈ ਜਾਂਦਾ ਸੀ, ਜੇ ਅਸੀਂ ਆਪਣਾ ਗਰੁੱਪ ਵੀ ਇਕੱਠਾ ਹੁੰਦਾ, ਕੋਈ ਮਹਿਮਾਨ ਨਵਾਜੀ ਦੇ ਵਿੱਚ ਕੋਈ ਵੀ ਉਹਨਾਂ ਕੋਲ ਆਉਂਦਾ ਸੀ, ਤੇ ਉਹਨਾਂ ਦੇ ਮਨ ਦੇ ਵਿੱਚ ਇੰਨੀ ਨੇੜਤਾ, ਇੰਨੀ ਆਪਣਤ, ਇੰਨੀ ਹਮਦਰਦੀ ਹੁੰਦੀ ਸੀ। ਤੇ ਉਹ ਜੇ ਸੱਚਾਈ ਹੈ, ਜਿਵੇਂ ਭਗਵੰਤ ਭਾਜੀ ਨੇ ਕਿਹਾ, ਅਸੀਂ ਮਾੜੇ ਵਕਤਾਂ 'ਤੇ ਇਕੱਠੇ ਰਹੇ, ਭਗਵੰਤ ਮਾਨ ਤੇ ਅਸੀਂ ਸਾਰਿਆਂ ਨੇ ਇਕੱਠੇ ਨੇ, ਸਾਡਾ ਇਕੱਠਾ ਬੈਚ ਸੀ, ਅਸੀਂ ਮਾੜੇ ਵਕਤਾਂ ਦੇ ਇਕੱਠੇ, ਅਸੀਂ ਇਕੱਠਿਆਂ ਨਾਲ ਕੰਮ ਕੀਤਾ। ਇਹ ਸੱਚਾਈ ਹੈ ਕਿ ਜੇ ਉਹਨਾਂ ਕੋਲ 1 ਘੰਟੇ ਲਈ ਗਿਆ ਤਾਂ ਉਹ ਇੱਕ ਦਿਨ 2-2 ਦਿਨ ਨਹੀਂ ਮੁੜਦਾ ਸੀ, ਕਿ ਉਹਨਾਂ ਕੋਲੋਂ ਪਿਆਰ ਸਤਿਕਾਰ ਹੀ ਇੰਨਾ ਮਿਲਦਾ ਸੀ। ਤੇ ਇਹ ਆ ਵੀ ਸਿਕੰਦਰ ਸਾਹਿਬ ਨੂੰ ਪਰਮਾਤਮਾ ਨੇ ਨਿਮਰਤਾ ਵੀ ਦਿੱਤੀ ਹੈ, ਔਰ ਉਨਾ ਹੀ ਵਧੀਆ ਰੱਬ ਨੇ ਉਹਨਾਂ ਨੂੰ ਸੁਭਾਅ ਦਿੱਤਾ, ਤੇ ਉਹਨਾਂ ਦਾ ਬਦਲ ਕੋਈ ਨਹੀਂ। ਦੁਆ ਕਰਦੇ ਹਾਂ ਅਖੀਰ ਦੇ ਵਿੱਚ, ਹੁਣ ਜ਼ਿਆਦਾ ਮਨ ਭਰਦਾ ਤੇ ਉਹਨਾਂ ਬਾਰੇ ਬਹੁਤੀ ਗੱਲ ਨਹੀਂ ਕਰ ਸਕਦੇ। ਦੁਆ ਕਰਦੇ ਹਾਂ ਰੱਬ ਅੱਗੇ ਕਿ ਪਰਮਾਤਮਾ ਨੂੰ ਜੰਨਤ ਨਸੀਬ ਕਰੇ। ਸੋ 2 ਸ਼ਬਦ ਉਹਨਾਂ ਦੀ ਸ਼ਰਧਾਂਜਲੀ। ਦੇਖੋ ਜੀ, ਸਿਕੰਦਰ ਸਾਹਿਬ ਐਸੇ ਨੇਕ ਇਨਸਾਨ ਸੀਗੇ, ਮਤਲਬ ਕਲਾਕਾਰ ਬਹੁਤ ਅੱਛੇ ਹੋ ਸਕਦੇ ਨੇ ਮੈਡਮ, ਬਹੁਤ ਸੁਰੀਲੇ ਵੀ ਹੁੰਦੇ ਆ, ਪਰ ਉਹਨਾਂ ਦੇ ਨਾਲ ਇਨਸਾਨ ਵੀ ਬਹੁਤ ਵਧੀਆ ਸੀਗੇ। ਕਲਾਕਾਰ ਤਾਂ ਬਹੁਤ ਵਧੀਆ ਸੀਗੇ ਹੀ, ਉਹ ਨਾਲ ਇਨਸਾਨ ਇੰਨੇ ਅੱਛੇ ਸੀਗੇ। ਥੋੜ੍ਹੇ ਦਿਨ ਦੀ ਗੱਲ ਹੈ, ਮਹੀਨੇ 1.5 ਮਹੀਨੇ ਪਹਿਲਾਂ ਦੀ, ਫੋਨ ਕਰਕੇ ਸਾਨੂੰ ਬੁਲਾਇਆ, ਅਸੀਂ 4-5 ਜਣੇ ਇਕੱਠੇ ਹੋ ਕੇ ਚਲੇ ਗਏ। ਬਸ ਮੈਂ ਕਿਹਾ ਚੱਲ ਘੰਟੇ ਕੁ ਮੁੰਡੇ ਆਵਾਂਗੇ, 6 ਘੰਟੇ ਨਹੀਂ ਸਾਨੂੰ ਆਉਣ ਦਿੱਤਾ, ਗੱਲਾਂ ਕਰੀ ਗਏ। ਇੱਦਾਂ ਉਹ ਜ਼ਮਾਨਾ ਇੱਦਾਂ ਸੀ, ਆਪਾਂ ਕਿਵੇਂ ਕਰਦੇ ਹੁੰਦੇ ਸੀ, ਕਿੱਦਾਂ ਇੰਜੋਏ ਕਰਦੇ ਹੁੰਦੇ ਸੀ, ਹੁਣ ਜ਼ਮਾਨਾ ਹੋਰ ਹੋ ਗਿਆ। ਸੋ ਬਹੁਤ ਹੀ ਨਾਈਸ ਪਰਸਨ ਸੀਗੇ ਜੀ, ਇੱਦਾਂ ਦੇ ਇਨਸਾਨ ਬਣਨਾ, ਮੈਂ ਤਾਂ ਨਹੀਂ ਕਹਿੰਦਾ ਵੀ ਕਦੇ ਕਿਸੇ ਲੜਾਈ ਝਗੜੇ 'ਚ ਉਹਨਾਂ ਦਾ ਨਾਮ ਨਹੀਂ ਆਇਆ। ਬਿਲਕੁਲ ਲੜਨ ਵਾਲੇ ਤਾਂ ਉੱਚਾ ਬੋਲ ਤਾਂ ਕਦੇ ਜ਼ਿੰਦਗੀ 'ਚ ਉਹਨਾਂ ਨੇ ਸਾਨੂੰ ਵੀ ਨਹੀਂ ਸੀ ਬੋਲਿਆ। ਸੀ ਉਹਨਾਂ ਦੇ ਬੱਚੇ ਆ, ਮਤਲਬ ਸਾਨੂੰ ਵੀ ਕਦੇ ਉੱਚੀ ਆਵਾਜ਼ ਨਾਲ ਗੱਲ ਨਹੀਂ ਸੀ ਕਰਦੇ, ਇੰਨੇ ਨੇਕ ਇਨਸਾਨ ਸੀ। ਨਹੀਂ ਤਾਂ ਜਿਹੜੇ ਕਲਾਕਾਰ ਹੁੰਦੇ, ਜੇ ਕੋਈ ਵਿਆਹ ਸ਼ਾਦੀ 'ਚ ਬੁਲਾ ਲਵੇ ਤਾਂ ਥੋੜਾ ਉਹ ਕਰਦੇ ਨੇ ਕਿ ਅਸੀਂ ਨਹੀਂ ਜੀ ਗਾਣਾ, ਅਸੀਂ ਸ਼ਗਨ ਦੇ ਕੇ ਹੀ ਮੁੜ ਜਾਣਾ, ਲੋਕ ਫੋਟੋਆਂ ਖਿਚਾਉਣ ਨੂੰ ਤੰਗ ਕਰਦੇ ਨੇ। ਜੇ ਆਮ ਵੀ ਕਿਸੇ ਬਰਥਡੇ ਪਾਰਟੀ ਤੇ ਵੀ ਚੱਲ ਗਏ ਤਾਂ ਵੀ ਮਤਲਬ 1-2 ਗਾਣੇ ਗਾ ਕੇ ਹੀ ਆਉਣਾ ਉਹਨਾਂ ਨੇ। ਹਾਂਜੀ, ਇਹ ਤਾਂ ਉਹਨਾਂ ਫ੍ਰੀ ਵਿੱਚ। ਹਾਂਜੀ, ਮੈਂ ਖੁਦ ਆਪਣੀ ਮੈਰਿਜ ਦੀ ਗੱਲ ਕਰਦਾ, ਮੇਰੇ ਵਿਆਹ ਤੇ ਚਲੇ ਗਏ, ਸਾਰੇ ਕਲਾਕਾਰਾਂ ਦੀ ਸਟੇਜ ਸੈਕਟਰੀ ਕੀਤੀ, ਸਾਰਾ ਦਿਨ ਸਟੇਜ ਤੇ ਇਹਨੂੰ ਪੇਸ਼ ਕਰਨਾ, ਇਹਨੂੰ ਪੇਸ਼ ਕਰ, ਲਾਸਟ 'ਚ ਗਾਇਆ। ਹੁਣ ਉਹਨਾਂ 'ਚੋਂ ਮੈਂ ਨਹੀਂ ਸੀ, ਮੈਂ ਐਡਾ ਵੱਡਾ ਸਟਾਰ ਹਾਂ ਵੀ ਮੈਂ ਕਿਉਂ ਇਹਨਾਂ ਨੂੰ ਛੋਟਿਆਂ ਨੂੰ ਜਾਂ ਵੱਡਿਆਂ ਨੂੰ ਕਿਉਂ ਪੇਸ਼ ਕਰਾਂ। ਬਹੁਤ ਅੱਛੇ ਇਨਸਾਨ ਸੀਗੇ ਜੀ, ਬੜਾ ਉਹਨਾਂ ਦਾ ਘਾਟਾ ਤਾਂ ਜ਼ਿੰਦਗੀ 'ਚ ਪੂਰਾ ਹੀ ਨਹੀਂ ਕਦੀ ਹੋ ਸਕਦਾ। ਤੇ ਸਾਡੇ ਤਾਂ ਫੈਮਿਲੀ ਰਿਲੇਸ਼ਨ ਸੀਗੇ, ਬਚਪਨ ਤੋਂ ਇੱਥੇ ਰਹੇ ਹਾਂ, ਪਵਨ ਜੀ, ਸੁਰਾਜ ਜੀ, ਮੈਂ ਤਾਂ ਇੱਥੇ ਖੇੜੀ ਪਹਿਲਾਂ ਰਹੇ ਹਾਂ, ਫਿਰ ਖੰਨੇ ਰਹੇ ਹਾਂ। ਸਾਡੇ ਉਸਤਾਦ ਜੀ ਜਨਾਬ ਸਰਦੂਲ ਸਿਕੰਦਰ ਸਾਹਿਬ। ਸਰਦੂਲ ਇੱਕ ਅਦਭੁਤਾਨਾ ਹੈ, ਜਿਨ੍ਹਾਂ ਦੇ ਕੋਲੋਂ ਸਾਰੀ ਜ਼ਿੰਦਗੀ ਦੇ ਵਿੱਚ ਅਸੀਂ ਅਦਬ ਕਰਨਾ ਔਰ ਸਿੰਗਿੰਗ ਕਰਨਾ, ਉਹਨਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਅਸੀਂ ਰਿਆਜ਼ ਕੀਤਾ ਹੈ। ਮੇਰਾ ਭਰਾ ਛੋਟਾ ਪਵਨ ਦਿਲਬਾਗ ਬਾਗੀ, ਅੱਜ ਤੋਂ 40 ਕੁ ਸਾਲ ਪਹਿਲਾਂ ਅਸੀਂ ਸ਼ੁਰੂ ਦੇ ਵਿੱਚ ਇਕੱਠੇ ਹੋਏ ਸੀ, ਜੋ ਅੱਜ ਤੱਕ ਉਹਨਾਂ ਦੇ ਚਰਨਾਂ ਦੇ ਵਿੱਚ ਜ਼ਿੰਦਗੀ ਗੁਜ਼ਾਰੀ ਹੈ। ਪਰ ਅੱਜ ਸਾਨੂੰ ਬਹੁਤ ਹੀ ਦੁੱਖ ਹੈ ਵੀ ਸਾਡੇ ਤੋਂ ਬਹੁਤ ਦੂਰ ਚਲੇ ਗਏ, ਜਿਨ੍ਹਾਂ ਨੇ ਕਦੇ ਸਾਡੇ ਵਿੱਚ ਮੁੜ ਕੇ ਆਉਣਾ ਨਹੀਂ। ਪਰਮਾਤਮਾ ਕਰੇ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ
ਨਿਵਾਸ ਦੇ। ਕਹਿ ਦਿੰਦੇ ਆ ਪਰ ਉਰੇ ਆ ਕੇ ਕਿਉਂਕਿ ਸਾਡੀ ਇੱਕ ਉਹ ਰੂਹ ਆ ਜਿਹੜੀ ਰਹੂਗੀ ਤਾਂ ਸਾਡੇ ਕੋਲੇ, ਸਰੀਰ ਪੱਖੋਂ ਨਹੀਂ ਉਹਨਾਂ ਨੇ ਸਾਨੂੰ ਮਿਲਣਾ। ਤੇ ਇਹਦੇ ਵਿੱਚ ਪਹਿਲਾਂ ਹੀ ਮੇਰੇ ਵੱਡੇ ਭਰਾਵਾਂ ਨੇ ਦੱਸ ਦਿੱਤਾ, ਜਿੱਦਾਂ ਕਿ ਸਰਾਜ ਮਾਮਾ ਜੀ ਹੋ ਗਏ, ਇੱਧਰ ਪਵਨ ਪ੍ਰਦੇਸੀ ਵੀਰ ਜੀ, ਵੱਡਾ ਹੀ ਇਹਨਾਂ ਦਾ ਬਹੁਤ ਵੱਡਾ, ਉਹਨਾਂ ਦੇ ਨਾਲ ਲੰਬੇ ਸਮੇਂ ਤੋਂ, ਮੇਰਾ ਵੀ 91-92 ਤੋਂ ਮਤਲਬ ਅਸੀਂ ਦਿਨ ਰਾਤ ਇਕੱਠੇ ਸੌਂਦੇ ਸੀਗੇ। ਕਿਤੇ ਵੀ ਚਲੇ ਜਾਣਾ, ਕੋਈ ਫੰਕਸ਼ਨ ਸੀ ਜਾਂ ਕਿਤੇ ਕੋਈ ਹੋਸਟਲ ਆ ਜਾਂ ਘਰ ਆ, ਉਹਨਾਂ ਨੇ ਜੱਸੀ ਤੋਂ ਤੇ ਮੈਨੂੰ ਬੁਲਾਉਂਦੇ ਸੀਗੇ ਵੀ ਜੱਸੀ ਤੂੰ ਮੇਰੇ ਕੋਲ ਰਹਿਣਾ। ਪਰ ਬੜਾ ਮੌਕਾ ਮਿਲਿਆ, ਮਨ ਨੂੰ ਖੁਸ਼ੀ ਵੀ ਬਹੁਤ ਹੋਈ ਆ ਵੀ ਇੱਕ ਇਹੋ ਜਿਹੀ ਸ਼ਖਸੀਅਤ ਦੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਇੱਧਰੋਂ ਇਹ ਬਰੂਹਾਂ ਕੋਲ ਖੜੀਆਂ ਜਿਹੜੀਆਂ, ਇਹ ਵੀ ਇੱਕ ਰੱਬ ਦਾ ਰੂਪ ਨੇ, ਪੂਰਾ ਪਰਿਵਾਰ ਜਿਹੜਾ ਸਾਨੂੰ ਇਹ ਮਿਲਿਆ। ਬਾਕੀ ਸਿਕੰਦਰ ਸਾਹਿਬ ਨੇ, ਉਹਨਾਂ ਬਾਰੇ ਕੀ ਕਹਿ ਸਕਦੇ ਆ, ਉਹ ਚਲੇ ਗਏ ਪਰ ਉਹਨਾਂ ਦੀ ਜਿਹੜੀ ਰੂਹ ਆ ਉਹ ਹਰ ਵਕਤ ਸਾਡੇ ਨਾਲ ਹੈ, ਪੂਰੇ ਦੇਸ਼ ਦੇ, ਪੂਰੇ ਵਰਲਡ ਦੇ ਨਾਲ ਹੈ। ਉਹਨਾਂ ਨੂੰ ਕੋਈ ਭੁਲਾਊਗਾ ਨਹੀਂ ਕਿਉਂਕਿ ਉਹ ਸਦਾ ਬਹਾਰ ਸੀਗੇ। ਇਸ ਤੋਂ ਅੱਗੇ ਅਸੀਂ ਕਰ ਸਚਿਨ ਅਹੂਜਾ ਜੀ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਵਧੀਆ ਕਲਾਕਾਰ ਨੇ, ਉਹ ਵੀ ਸ਼ਰਧਾਂਜਲੀ ਦੇਣ ਪਹੁੰਚੇ ਨੇ, ਕੀ ਕਹਿਣਾ ਚਾਹੁੰਦੇ? ਕਹਿਣ ਨੂੰ ਤਾਂ ਸ਼ਬਦ ਹੈ ਨਹੀਂ ਜੀ। ਹੁਣ ਦੁਖੀ ਹਾਂ, ਦਿਲ ਬਹੁਤ ਪਰੇਸ਼ਾਨ ਹੈ। ਔਰ ਪੰਜਾਬ ਤੋਂ ਸਭ ਤੋਂ ਸੁਰੀਲਾ ਸੁਰ ਜਿਹੜਾ ਸੀ ਉਹ ਖਾਮੋਸ਼ ਹੋ ਗਿਆ ਤੇ ਹੁਣ ਪਤਾ ਨਹੀਂ ਉੱਦਾਂ ਦੀ ਆਵਾਜ਼ ਸਾਡੇ ਜਿਉਂਦੇ ਜੀ ਤਾਂ ਨਹੀਂ ਸਾਨੂੰ ਸੁਣਨ ਨੂੰ ਮਿਲੇਗੀ। ਸਾਡੇ ਜਾਣ ਤੋਂ ਬਾਅਦ ਕਿਤੇ ਆ ਜਾਏ ਤਾਂ ਪਤਾ ਨਹੀਂ। ਉਹਨਾਂ ਦੇ ਵਰਗਾ ਨਾ ਕੋਈ ਉਹਨਾਂ ਤੋਂ ਪਹਿਲਾਂ ਹੋਇਆ ਸੀ, ਨਾ ਮੈਨੂੰ ਲੱਗਦਾ ਉਹਨਾਂ ਤੋਂ ਬਾਅਦ ਕਿਸੇ ਨੇ ਹੋਣਾ। ਕਹਿੰਦੇ ਸਦੀ ਵਿੱਚ ਇੱਕ ਸਿੰਗਰ ਇਹੋ ਜਿਹਾ ਪੈਦਾ ਹੁੰਦਾ ਏ, ਇੰਨੀ ਨਿਮਾਣੀ ਰੂਹ, ਕਦੀ ਕੋਈ ਕਿਸੇ ਕੰਟਰੋਵਰਸੀ ਵਿੱਚ ਨਹੀਂ ਆਏ, ਇੰਨੇ ਲੰਬੇ ਸਮੇਂ ਦੌਰਾਨ ਉਹਨਾਂ ਨੇ ਕੰਮ ਕੀਤਾ। ਜਿਹਨੂੰ ਸੁਰ ਨਾਲ, ਜਿਹਨੂੰ ਗਾਣੇ ਨਾਲ ਇਸ਼ਕ ਹੋਏ, ਉਹਨੇ ਹੋਰ ਕੰਟਰੋਵਰਸੀਆਂ 'ਚ ਪੈ ਕੇ ਕੀ ਕਰਨਾ। ਉਹਨੇ ਸਾਰੀ ਦੁਨੀਆ 'ਚ ਆਪਣਾ ਲੋਹਾ ਆਪਣੇ ਗਾਣੇ ਨਾਲ ਮਨਵਾਇਆ ਹੋਇਆ ਸੀ ਉਹਨਾਂ ਨੇ। ਤੇ ਜਿਹੜਾ ਬੰਦੇ ਨੂੰ ਦਾ ਸਿੱਕਾ ਲੋਹਾ ਜਿਹੜਾ ਹੈ ਦੁਨੀਆ ਮੰਨਦੀ ਹੋਏ, ਉਹ ਕੀ ਕੰਟਰੋਵਰਸੀ ਹੋਣੀ। ਮਲਕੀਤ ਰੋਣੀ ਜੀ ਨਾਲ ਗੱਲ ਹੋਈ, ਉਹ ਕਹਿੰਦੇ ਜਦੋਂ ਉਹਨਾਂ ਨੂੰ ਮਿਲਣਗੇ, ਉਹਨਾਂ ਦੀ ਮਤਲਬ ਜਦੋਂ ਬਿਮਾਰ ਸੀ ਤਾਂ ਉਹਨਾਂ ਨੇ ਕਿਹਾ ਕੀ ਹਾਲ ਹੈ ਤੁਹਾਡਾ? ਕਹਿੰਦੇ ਮੇਰੇ ਹਾਲ ਨੂੰ ਛੱਡ ਤੂੰ ਕਿਸਾਨਾਂ ਦਾ ਹਾਲ ਸੁਣਾ ਕਿ ਉੱਥੇ ਕੀ ਚੱਲ ਰਿਹਾ ਕਿਸਾਨਾਂ। ਦੇਖੋ ਜੀ, ਬਿਮਾਰੀ ਦੇ ਹਾਲਾਤ 'ਚ ਵੀ ਉਹ ਕਿਸਾਨ ਮੋਰਚੇ ਤੇ ਗਏ ਔਰ ਉੱਥੇ ਸ਼ਿਰਕਤ ਕੀਤੀ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਇਹ ਟਾਈਮ ਐਸਾ ਹੈ ਜਦੋਂ ਸਾਰਾ ਪੰਜਾਬ ਇਕੱਠਾ ਹੋਇਆ ਔਰ ਇਹਨਾਂ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਕਿਸਾਨਾਂ ਦਾ, ਕਿਉਂਕਿ ਉਹ ਜੋ ਇੱਕ ਸੰਘਰਸ਼ ਕਰ ਰਹੇ, ਉਹ ਸੰਘਰਸ਼ ਦਾ ਹਿੱਸਾ ਬਣਨਾ ਚਾਹੀਦਾ ਹੈ। ਸੋ ਉੱਥੇ ਜਾ ਕੇ ਉਹਨਾਂ ਨੇ ਆਪਣਾ ਫਰਜ਼ ਨਿਭਾਇਆ ਤੇ ਬਟ ਹੁਣ ਹੈ ਨਹੀਂ ਸਾਡੇ ਵਿਚਕਾਰ, ਤਾਂ ਹੁਣ ਕੀ ਕਿਹਾ ਜਾ ਸਕਦਾ। ਥੈਂਕ ਯੂ। ਪੰਜਾਬੀ ਸੰਗੀਤ ਜਗਤ ਨੂੰ ਨਾ ਪੂਰਾ ਜਾਂ ਬੜਾ ਘੱਟ ਹੈ। ਸਰਦੂਲ ਸਿਕੰਦਰ ਪੰਜਾਬੀ ਸੁਰਾਂ ਦਾ ਸਾਹ ਸਵਾਰ ਜਿਹਨੇ ਮੁਕਾਮ ਹਾਸਲ ਕੀਤਾ, ਗਾਇਕੀ ਦੇ ਵਿੱਚ ਨਵੇਂ ਮੁਕਾਮ ਬਣਾਏ ਨੇ। ਸੋ ਮੈਂ ਸਮਝਦਾ ਇਹ ਅੱਜ ਜਿਹਦੇ 'ਤੇ ਅਸੀਂ ਅੱਜ ਸਰਦੂਲ ਬਾਈ ਉਹਨਾਂ ਦੇ ਪਿੰਡ ਖੜ੍ਹੇ ਹਾਂ, ਖੇੜੀ ਨੌ ਸਿੰਘ, ਇਹ ਕਿਸੇ ਇੱਕ ਗਾਇਕ ਦੀ ਮੌਤ ਨਹੀਂ। ਮੈਂ ਸਮਝਦਾ ਕਿ ਉਹਨਾਂ ਲੋਕਾਂ ਲਈ ਇੱਕ ਚੰਨ ਮਨਾਰਾ ਸੀ ਸਰਦੂਲ ਸਿਕੰਦਰ, ਜਿਨ੍ਹਾਂ ਬੱਚਿਆਂ ਨੇ ਇਸ ਫੀਲਡ ਦੇ ਵਿੱਚ ਆਪਣਾ ਨਾਮ ਬਣਾਉਣਾ ਆ ਕੇ, ਜਿਨ੍ਹਾਂ ਨੇ ਇਸ ਫੀਲਡ ਦੇ ਵਿੱਚ ਅੱਗੇ ਵਧਣਾ, ਜਿਨ੍ਹਾਂ ਬੱਚਿਆਂ ਨੂੰ ਇਹ ਲੱਗਦਾ ਕਿ ਸਾਡੇ ਕੋਲ ਬਹੁਤ ਸਾਰੇ ਪੈਸੇ ਨਹੀਂ, ਸਾਡੇ ਕੋਲ ਕੋਈ ਇਹੋ ਜਿਹੀ ਵੱਡੀ ਸਿਫਾਰਿਸ਼ ਨਹੀਂ, ਸਾਡੇ ਕੋਲ ਸਿਰਫ ਸਾਡੀ ਮਿਹਨਤ ਲਗਨ ਹੈ। ਇਹ ਉਹਨਾਂ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਾਲਾ ਸੀ ਸਰਦੂਲ ਸਿਕੰਦਰ, ਕਿਉਂਕਿ ਸਰਦੂਲ ਸਿਕੰਦਰ ਨੇ ਆਪ ਇਸ ਪਿੰਡ ਦੇ ਵਿੱਚੋਂ ਉੱਠ ਕੇ, ਬਹੁਤ ਹੇਠਲੇ ਲੈਵਲ ਤੋਂ ਉੱਠ ਕੇ, ਛੋਟੇ ਪਰਿਵਾਰ 'ਚੋਂ ਉੱਠ ਕੇ, ਗਰੀਬ ਪਰਿਵਾਰ 'ਚੋਂ ਉੱਠ ਕੇ ਇੱਕ ਨਵੇਂ ਮੁਕਾਮ ਹਾਸਲ ਕੀਤੇ ਨੇ, ਦੁਨੀਆ ਦੇ ਵਿੱਚ ਸਾਡੀ ਪੰਜਾਬੀ ਗਾਇਕੀ ਨੂੰ ਪਹੁੰਚਾਇਆ। ਪਾਕਿਸਤਾਨ ਦੇ ਅਸੀਂ ਜ਼ਿਕਰ ਕਰਦੇ ਹਾਂ ਕਿ ਪਾਕਿਸਤਾਨ ਦੇ ਲੋਕ ਜਿਹੜੇ ਗਾਇਕੀ ਦੇ ਵਿੱਚ ਪਰਪੱਕ ਲੋਕ ਮੰਨੇ ਜਾਂਦੇ ਨੇ, ਮੈਂ ਸਮਝਦਾ ਹਾਂ ਕਿ ਅੱਜ ਉਹ ਸਰਦੂਲ ਸਿਕੰਦਰ ਦੇ ਵੀ ਫੈਨ ਸੀ। ਜਦੋਂ ਅਸੀਂ ਕਿਸੇ ਪਾਕਿਸਤਾਨ ਦੇ ਗਾਇਕ ਨਾਲ ਗੱਲ ਕਰਦੇ ਹਾਂ ਤਾਂ ਉਹ ਸਾਨੂੰ ਕਹਿੰਦੇ ਨੇ ਕਿ ਸਰਦੂਲ ਸਿਕੰਦਰ ਦੇ ਪਿੰਡ ਤੋਂ ਤੁਹਾਡਾ ਪਿੰਡ ਕਿੰਨੀ ਕੁ ਦੂਰ ਹੈ। ਸੋ ਕੱਲ੍ਹ ਸਰਦੂਲ ਭਾਜੀ ਹੋਰੀ ਇਸ ਦੁਨੀਆ ਦੇ ਵਿੱਚੋਂ ਗਏ ਤੇ ਪਰਸੋਂ ਮੈਂ ਸਰਦੂਲ ਭਾਜੀ ਉਹਨਾਂ ਨੂੰ ਮਿਲਿਆ ਸੀ ਹਸਪਤਾਲ ਦੇ ਵਿੱਚ। ਮੈਂ ਜਿਹੜੀ ਤੁਹਾਡੇ ਮਾਧਿਅਮ ਰਾਹੀਂ ਸਭ ਤੋਂ ਵੱਡੀ ਗੱਲ ਕਰਨੀ ਚਾਹੁੰਦਾ ਕਿ ਸਰਦੂਲ ਸਿਕੰਦਰ ਜ਼ਮੀਨ ਨਾਲ ਜੁੜਿਆ ਉਹ ਬੰਦਾ ਸੀ। ਅਸੀਂ ਅਕਤੂਬਰ ਦੇ ਐਂਡ ਦੇ ਵਿੱਚ ਮੋਰਿੰਡੇ ਸ਼ਹਿਰ ਦੇ ਵਿੱਚ ਇਕੱਠ ਰੱਖਿਆ ਰੇਲਵੇ ਲਾਈਨ ਉੱਤੇ ਕਿਸਾਨਾਂ ਦਾ। ਉੱਥੇ ਨੂਰੀ ਭੈਣ ਜੀ ਤੇ ਸਰਦੂਲ ਸਿਕੰਦਰ ਹੋਰੀ ਦੋਨੇ ਆਏ, ਹਾਲਾਂਕਿ ਥੋੜ੍ਹੇ ਢਿੱਲੇ ਸੀ ਫਿਰ ਵੀ ਉੱਥੇ ਆਏ, ਫਿਰ ਦਿੱਲੀ ਵੀ ਗਏ, ਆਪਾਂ ਸਾਰਿਆਂ ਨੂੰ ਪਤਾ ਹੈ। ਪਰ ਜਿਹੜੀ ਮੈਂ ਉਹਨਾਂ ਦੀ ਡੈਥ ਤੋਂ ਇੱਕ ਦਿਨ ਪਹਿਲਾਂ ਦੀ ਗੱਲ ਕਰਦਾ, ਸਿਰਫ ਰਾਤ ਹੀ ਵਿਚਾਲੇ ਲੰਘੀ ਹੈ, ਮਤਲਬ ਇੱਕ ਜਿਹੜੀ ਪਹਿਲੀ ਸ਼ਾਮ ਸੀ, ਲਾਸਟ ਸ਼ਾਮ ਸੀ ਜਿਹੜੀ ਉਹਨਾਂ ਦੀ, ਉਹ ਸ਼ਾਮ ਜਦੋਂ ਸਰਦੂਲ ਭਾਜੀ ਨੂੰ ਮਿਲਦੇ ਹਾਂ ਤਾਂ ਮੈਂ ਹੱਥ ਫੜ ਕੇ ਉਹਨਾਂ ਦੀ ਗੱਲ ਕਰਦਾ ਤਾਂ ਉਹ ਸਾਨੂੰ ਇਹ ਪੁੱਛਦੇ ਨੇ ਕਿ ਕਿਸਾਨੀ ਅੰਦੋਲਨ ਦਾ ਕੀ ਹਾਲ ਹੈ। ਸਾਡੇ ਜਿਹੜੇ ਕਲਾਕਾਰ ਲੋਕ ਨੇ ਉਹ ਹਜੇ ਵੀ ਦਿੱਲੀ ਜਾ ਰਹੇ ਨੇ ਤੇ ਕਿਵੇਂ ਜਾ ਰਹੇ ਨੇ, ਉੱਥੇ ਸਾਡੇ ਕਲਾਕਾਰਾਂ ਦੀ ਕਿੰਨੀ ਕੁ ਹਾਜ਼ਰੀ ਹੈ, ਆਮ ਲੋਕਾਂ ਦਾ ਇਕੱਠ ਕਿੰਨਾ ਵਧਿਆ ਘਟਿਆ ਤੇ ਕਿਸਾਨੀ ਅੰਦੋਲਨ ਕਿੱਥੇ ਚੱਲ ਰਿਹਾ। ਸੋ ਅਸੀਂ ਬਾਰ-ਬਾਰ ਟਾਲ ਕੇ ਉਹਨਾਂ ਨੂੰ ਗੱਲ ਕਰਦੇ ਹਾਂ ਕਿ ਭਾਜੀ ਤੁਹਾਡੀ ਸਿਹਤ ਦਾ ਕੀ ਹਾਲ ਚਾਲ ਹੈ, ਤੁਹਾਡੀ ਸਿਹਤ ਅੱਗੇ ਨਾਲੋਂ ਚੰਗੀ ਹੈ, ਤੁਹਾਨੂੰ ਕੀ ਤਕਲੀਫ ਹੈ, ਇਹ ਗੱਲ ਕਰਦੇ ਹਾਂ। ਪਰ ਉਹ ਕਹਿੰਦਾ ਉਹ ਛੱਡੋ ਯਾਰ, ਇਹ ਤਾਂ ਗੱਲਾਂ ਚੱਲੀ ਜਾਣੀਆਂ।
ਸੋ ਮੈਂ ਇਹਨਾਂ ਨੂੰ ਕਿਹਾ ਤੁਸੀਂ ਠੀਕ ਹੋ ਜਾਣਾ, ਉਹ ਕਹਿੰਦੇ ਹਾਂ ਇੰਨਾ ਮਤਲਬ ਬਿੱਲ ਪਾਵਰ ਵਾਲਾ ਇਨਸਾਨ ਸੀ ਉਹ ਆਖਰੀ ਇੱਕ ਦਿਨ ਪਹਿਲਾਂ ਵੀ ਇਹੀ ਗੱਲਾਂ ਕਰਦਾ ਕਿ ਆਪਾਂ ਨੇ ਠੀਕ ਹੋ ਜਾਣਾ, ਠੀਕ ਹੋ ਕੇ ਆਪਾਂ ਫਿਰ ਦਿੱਲੀ ਜਾਣਾ, ਫਿਰ ਮੋਰਚੇ 'ਚ ਆਪਾਂ ਜਾਣਾ, ਲੋਕਾਂ ਨੂੰ ਫਿਰ ਹੌਸਲਾ ਦੇਣਾ। ਸਾਡੇ ਫੋਲੋਵਰਸ ਨੇ ਜਿਹੜੇ ਲੋਕ ਨੇ ਸਾਡੀ ਜਿਹੜੇ ਨਾਲ ਨੌਜਵਾਨੀ ਸਾਡੇ ਗੀਤਾਂ ਨੂੰ ਸੁਣਦੀ ਹੈ, ਉਹ ਕਹਿੰਦੇ ਸੀ ਕਿ ਉਹ ਲੋਕ ਸਾਡੀ ਗੱਲਾਂ ਸੁਣਦੇ ਨੇ ਤੇ ਅਸੀਂ ਉਹਨਾਂ ਨੂੰ ਅਪੀਲ ਕਰਨੀ ਹੈ ਕਿ ਤੁਸੀਂ ਕਿਸਾਨੀ ਮੋਰਚੇ 'ਚ ਜਾ ਕੇ ਸੰਘਰਸ਼ ਨੂੰ ਹੋਰ ਉੱਚਾ ਕਰਨਾ ਹੈ। ਕੱਲ ਵੀ ਉਹਨਾਂ ਨੇ ਜਦੋਂ ਟੈਸਟ ਉਹਨਾਂ ਦੇ ਹੋਏ ਉਹਨਾਂ ਨੇ ਇਹੀ ਕਿਹਾ ਸੀ ਵੀ ਛੁੱਟੀ ਮਿਲ ਜਾਏਗੀ ਕੱਲ ਤੱਕ, ਪਰ ਕੱਲ ਅਚਾਨਕ ਜਿਹੜੀ ਡੈਥ ਹੋ ਗਈ, ਕੀ ਕਾਰਨ ਹੋ ਸਕਦਾ? ਨਹੀਂ, ਇਨਫੈਕਸ਼ਨ ਵਧੀ, ਪਰਸੋਂ ਦੀ ਗੱਲ ਹੈ ਇਹ, ਮਤਲਬ 2 ਦਿਨ ਪਹਿਲਾਂ ਡਾਕਟਰ ਨੇ ਕਿਹਾ ਸੀ ਵੀ 1 ਦਿਨ ਛੁੱਟੀ ਹੋ ਜਾਣੀ ਹੈ ਤੇ ਪਰਸੋਂ ਉਹਨਾਂ ਨੂੰ ਆ ਕੇ ਸਵੇਰੇ ਜਿਹੜੇ ਟੈਸਟ ਆਏ ਉਹਨਾਂ ਵਿੱਚ ਇਨਫੈਕਸ਼ਨ ਜ਼ਿਆਦਾ ਹੋਈ, ਬਲੱਡ ਇਨਫੈਕਸ਼ਨ ਹੋਈ, ਇਸ ਕਰਕੇ ਉਹ ਥੋੜ੍ਹੇ ਜਿਹੇ ਔਖੇ ਹੋਏ। ਉਹਨਾਂ ਨੇ ਕਿਹਾ ਕਿ ਨਹੀਂ ਪ੍ਰੋਬਲਮ ਹੈ ਹੁਣ ਥੋੜ੍ਹੀ। ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਦੇ ਸੀ, ਗੁਰਪ੍ਰੀਤ ਘੁੱਗੀ ਫਰੀ ਮੇਰੇ ਨਾਲ ਸੀ, ਕਰਮਜੀਤ ਅਨਮੋਲ ਸੀ ਸਾਡੇ ਨਾਲ, ਜਪਜੀ ਖਹਿਰਾ ਸੀ, ਤਰਸੇਮ ਪੌਲ, ਸਾਰੇ ਬੰਦੇ ਅਸੀਂ ਸੀ। ਸਾਡੀ ਐਸੋਸੀਏਸ਼ਨ ਆਪਣੀ ਇੱਕ ਨਾਰਥ ਜ਼ੋਨ ਫਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ, ਅਸੀਂ ਕਾਫੀ ਦਿਨਾਂ ਤੋਂ ਇਹਨਾਂ ਦੇ ਟੱਚ ਦੇ ਵਿੱਚ ਹਾਂ, ਰੋਜ਼ ਗੱਲਬਾਤ ਕਰਦੇ ਹਾਂ, ਖਬਰ ਲੈਂਦੇ ਹਾਂ। ਅਸੀਂ ਕਿਤੇ ਨਾ ਕਿਤੇ ਸੋਚਦੇ ਸੀ ਵੀ ਇਹਨਾਂ ਨੂੰ ਪੀਜੀਆਈ ਜਾਂ ਕਿਸੇ ਹੋਰ ਪਾਸੇ ਸ਼ਿਫਟ ਕਰੀਏ, ਤਾਂ ਡਾਕਟਰ ਸਾਹਿਬ ਨਾਲ ਜਦੋਂ ਸਲਾਹ ਕਰਨ, ਡਾਕਟਰ ਸਾਹਿਬ ਕਹਿੰਦੇ ਵੀ ਇੱਕ ਅੱਜ ਇਹਨਾਂ ਦੀ ਹਾਲਤ ਨਾਜ਼ੁਕ ਹੈ, ਬਹੁਤੀ ਚੰਗੀ ਨਹੀਂ, ਪਰ ਸਰਦੂਲ ਉਹਨਾਂ ਜਦੋਂ ਗੱਲ ਕਰਦੇ ਸੀ ਉਹ ਹਮੇਸ਼ਾ ਇਹੀ ਕਹਿੰਦੇ ਸੀ ਨਹੀਂ ਮੈਂ ਠੀਕ ਹਾਂ, ਕੋਈ ਗੱਲ ਨਹੀਂ, ਵੀ ਤੁਸੀਂ ਹੌਸਲਾ ਰੱਖੋ, ਮੈਂ ਠੀਕ ਹੋ ਕੇ ਘਰ ਆ ਜਾਵਾਂਗਾ। ਸਰ ਕੋਈ ਪੁਰਾਣੀਆਂ ਯਾਦਾਂ ਨਾਲ ਜੁੜੀਆਂ ਜਿਹੜੇ ਕੋਈ ਖਾਸ ਪਲ ਜਿਵੇਂ ਹੁੰਦੇ ਨੇ ਤੁਹਾਡੇ ਜਿਹੜੇ ਤੁਸੀਂ ਸਾਂਝੇ ਕਰਨੇ ਚਾਹੋ ਦਰਸ਼ਕਾਂ ਨਾਲ? ਨਹੀਂ, ਯਾਦਾਂ ਦੇਖੋ ਬਹੁਤ ਸਾਰੀਆਂ ਜਦੋਂ ਬੰਦਾ ਇਸ ਦੁਨੀਆ ਤੋਂ ਚਲਾ ਜਾਂਦਾ ਉਹਦੇ ਪਿੱਛੇ ਯਾਦਾਂ ਰਹੇ। ਸਭ ਤੋਂ ਵੱਡੀ ਯਾਦ ਤਾਂ ਇਹੀ ਹੈ ਕਿ ਉਹ ਇਸ ਪਿੰਡ ਦਾ ਮਾਣ, ਆਪਾਂ ਕਹਿੰਦੇ ਸੀ ਹੌਲੀ ਹੌਲੀ ਜਦੋਂ ਸਰਦੂਲ ਨੇ ਨਵਾਂ ਸ਼ੁਰੂ ਕੀਤਾ, ਰੋਡਵੇਜ਼ ਦੀ ਲਾਰੀ ਤੋਂ ਸ਼ੁਰੂ ਕਰਦੇ ਨੇ ਕੈਰੀਅਰ, ਸਾਗਰ ਜੀ ਦੇ ਬੇਟੇ ਇਹ ਤਿੰਨੇ ਬੇਟੇ ਬਹੁਤ ਹੋਣਹਾਰ ਬੇਟੇ, ਜਿਨ੍ਹਾਂ ਵਿੱਚ ਗਮਦੂਰ, ਭਰਪੂਰ ਤੇ ਸਰਦੂਲ ਤਿੰਨੋਂ ਭਰਾ। ਸੋ ਸਾਈਕਲਾਂ ਤੋਂ ਲੈ ਕੇ ਸਫ਼ਰ ਸ਼ੁਰੂ ਕੀਤਾ, ਵੱਡੀਆਂ ਗੱਡੀਆਂ ਤੱਕ ਸਰ ਕੀਤੀਆਂ, ਵੱਡੀਆਂ ਦੁਨੀਆ ਦੇ ਵੱਡੇ ਮੁਲਕਾਂ ਦੇ ਵਿੱਚ ਸ਼ੋਅ ਲਾਏ। ਆਪਣੇ ਨਾਂ ਦਾ ਖੇੜੀ ਨੌਤ ਸਿੰਘ ਦਾ ਨਾਂ, ਸਰਦੂਲ ਦਾ ਜਦੋਂ ਨਾਂ ਲੈਣੇ ਖੇੜੀ ਨੌਤ ਸਿੰਘ ਦਾ ਨਾਂ ਵੀ ਪੂਰੀ ਦੁਨੀਆ 'ਚ ਜਾਂਦਾ ਹੈ। ਸੋ ਮੈਂ ਸਮਝਦਾ ਇਹ ਸਭ ਤੋਂ ਵੱਡੀ ਯਾਦ ਸੀ ਉਹਨਾਂ ਦੀ। ਪਰ ਜਿਹੜੀਆਂ ਯਾਦਾਂ ਦੀ ਮੈਂ ਗੱਲ ਕਰਨੀ ਚਾਹੁੰਦਾ ਕਿ ਉਹ ਯਾਦ ਹੀ ਸਭ ਤੋਂ ਵੱਡੀ ਹੈ ਕਿ ਅਸੀਂ ਥੋੜ੍ਹੀ ਸਿਹਤ ਸਰਦੂਲ ਉਹਨਾਂ ਦੀ ਖਰਾਬ ਸੀ, ਅਕਤੂਬਰ ਦੇ ਵਿੱਚ ਬੁਖਾਰ ਸੀ ਥੋੜ੍ਹਾ। ਨੂਰੀ ਭੈਣ ਜੀ ਨੂੰ ਅਸੀਂ ਕਹਿਣ ਆਏ ਕਿ ਤੁਸੀਂ ਸਾਡੇ ਉੱਥੇ ਕਿਸਾਨੀ ਅੰਦੋਲਨ ਦੇ ਵਿੱਚ ਆਓ, ਯੋਗਰਾਜ ਹੋਰੀ ਹੋਰ ਸਾਰੇ ਬੰਦੇ, ਸਰਦਾਰ ਸੋਹੀ, ਸ਼ਵਿੰਦਰ ਮਹਾਲ, ਸਾਰੇ ਬੰਦੇ ਉਸ ਅੰਦੋਲਨ 'ਚ ਉੱਥੇ ਮਰੰਡੇ ਪਹੁੰਚੇ ਸੀ। ਤਾਂ ਸਰਦੂਲ ਕਹਿੰਦਾ ਨਹੀਂ ਯਾਰ ਮੇਰੀ ਸਿਹਤ ਨੂੰ ਕੁਝ ਨਹੀਂ ਹੋਇਆ, ਮੈਂ ਜ਼ਰੂਰ ਜਾਊਂਗਾ। ਸਗੋਂ ਹੱਸ ਕੇ ਜਦੋਂ ਦਿੱਲੀ ਜਾਣ ਦੀ ਉਹਨਾਂ ਨੇ ਗੱਲ ਕੀਤੀ, ਅਸੀਂ ਦਿੱਲੀ ਜਾਣ ਤੋਂ ਅਸੀਂ ਹਜੇ ਮਨਾ ਕਰਦੇ ਸੀ, ਹਾਲਾਂਕਿ ਅਸੀਂ ਆਪ ਦਿੱਲੀ ਰਹਿੰਦੇ ਹਾਂ ਜ਼ਿਆਦਾ ਟਾਈਮ। ਉਹ ਕਹਿੰਦੇ ਸੀ ਯਾਰ ਸਾਰੇ ਲੋਕ ਉੱਥੇ ਸੰਘਰਸ਼ ਵਿੱਚ ਲੱਗੇ ਹੋਏ ਨੇ, ਜੇ ਮੇਰੇ ਵਰਗਾ ਬੰਦਾ ਕੁਰਬਾਨ ਹੋ ਜਾਊਗਾ ਫਿਰ ਕੀ ਵੱਡੀ ਗੱਲ ਹੈ। ਮਤਲਬ ਅੱਜ ਉਹ ਗੱਲਾਂ, ਉਦੋਂ ਸ਼ਾਇਦ ਸਾਨੂੰ ਉਨੀ ਅਹਿਮੀਅਤ ਨਹੀਂ ਸੀ, ਪਰ ਅੱਜ ਗੱਲਾਂ ਸਾਨੂੰ ਯਾਦ ਆਉਂਦੀਆਂ ਨੇ ਸਰਦੂਲ ਦੀਆਂ, ਜਦੋਂ ਸਰਦੂਲ ਕਿਉਂਕਿ ਜ਼ਮੀਨ ਨਾਲ ਜੁੜਿਆ ਇਹੋ ਜਿਹਾ ਬੰਦਾ ਗੱਲਾਂ ਕਰ ਸਕਦਾ। ਇੱਕ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਥੋੜ੍ਹੀ ਯਾਦ ਸਾਂਝੀ ਕਰਨੀ ਚਾਹੁੰਦਾ ਉਹ ਇਹ ਹੈ ਕਿ ਜਦੋਂ ਵੀ ਕੋਈ ਮਸ਼ਹੂਰ ਬੰਦਾ ਇਸ ਦੁਨੀਆ ਤੋਂ ਜਾਂਦਾ ਹੈ, ਇਸ ਦੁਨੀਆ ਨੂੰ ਰੁਖਸਤ ਕਹਿੰਦਾ ਹੈ, ਜਦੋਂ ਵੀ ਕੋਈ ਅਮੀਰ ਬੰਦਾ ਇਸ ਦੁਨੀਆ ਤੋਂ ਜਾਂਦਾ ਹੈ ਤਾਂ ਉਹ ਜਾਣ ਤੋਂ ਪਹਿਲਾਂ ਆਪਣੇ ਬੱਚਿਆਂ ਨਾਲ, ਆਪਣੇ ਗਾਰਡੀਅਨਸ ਨਾਲ, ਆਪਣੇ ਵਾਈਫ ਦੇ ਨਾਲ ਜਾਂ ਆਪਣੇ ਰਿਸ਼ਤੇਦਾਰਾਂ ਨਾਲ ਇਹ ਗੱਲਾਂ ਕਰਦਾ ਕਿ ਆਪਾਂ ਨੇ ਫਲਾਣੇ ਬੰਦੇ ਤੋਂ ਇੰਨੇ ਪੈਸੇ ਲੈਣੇ, ਆਪਣੀ ਜਾਇਦਾਦ ਫਲਾਣੇ ਕੋਲ ਹੈ, ਫਲਾਣੇ ਕੋਲ ਆ ਗੱਲਬਾਤ ਹੈ। ਪਰ ਜਿਹੜਾ ਅਖੀਰਲੇ ਸਮੇਂ ਸਰਦੂਲ ਇਹ ਗੱਲਾਂ ਕਰਦਾ ਸੀ ਕਿ ਕਿਸਾਨੀ ਅੰਦੋਲਨ ਦਾ ਕੀ ਹਾਲ ਹੈ, ਉੱਥੇ ਅੰਦੋਲਨ ਕਿਵੇਂ ਚੱਲ ਰਿਹਾ, ਕਲਾਕਾਰ ਕਿੰਨੇ ਕੁ ਜਾ ਰਹੇ ਨੇ, ਕਲਾਕਾਰ ਉਹਦੇ ਬਾਰੇ ਕੀ ਕਹਿ ਰਹੇ ਨੇ। ਸੋ ਇਹ ਕਮਾਲ ਦੀ ਗੱਲ ਹੈ। ਇਹ ਉਹੀ ਬੰਦਾ ਗੱਲ ਕਰ ਸਕਦਾ ਜਿਹੜਾ ਆਪ ਜ਼ਮੀਨ ਨਾਲ ਜੁੜਿਆ ਹੋਵੇ, ਨਹੀਂ ਤਾਂ ਬੰਦਿਆਂ ਨੂੰ ਉਹੀ ਗੱਲਾਂ ਹੁੰਦੀਆਂ ਨੇ ਕਿ ਯਾਰ ਮੈਂ ਇੰਨੇ ਗੀਤ ਗਾਉਣੇ ਸੀ, ਮੈਂ ਇੰਨੀਆਂ ਰਿਕਾਰਡਿੰਗਾਂ ਕਰਾਉਣੀਆਂ ਸੀ, ਮੇਰੇ ਆਹ ਪੈਸੇ ਨੇ, ਮੇਰੀ ਆਹ ਫੜੀ ਹੈ, ਇਹ ਗੱਲਾਂ ਸੀ। ਸੋ ਸਰਦੂਲ ਦੇ ਹਿੱਸੇ ਗੱਲਾਂ ਆਉਂਦੀਆਂ ਨੇ ਬਹੁਤ ਥੋੜ੍ਹੇ ਕਲਾਕਾਰਾਂ ਦੇ। ਸਾਡੇ ਕਲਾਕਾਰਾਂ 'ਤੇ ਇੱਕ ਸਵਾਲ ਬਹੁਤ ਸਦੀਆਂ ਤੋਂ ਚੱਲਦਾ ਆਇਆ, ਉਹ ਹੈ ਕਿ ਜਿਹੜੀ ਕਲਾ ਹੈ ਉਹ ਕਿਹਦੇ ਲਈ ਹੋਵੇ? ਉਹ ਕਲਾ ਲੋਕਾਂ ਲਈ ਹੋਣੀ ਚਾਹੀਦੀ, ਕਲਾ ਪੈਸੇ ਲਈ ਹੋਣੀ ਚਾਹੀਦੀ ਹੈ। ਸੋ ਸਰਦੂਲ ਹੋਰਾਂ ਦੀ ਜਿਹੜਾ ਪੂਰਾ ਜੀਵਨ ਹੈ, ਮੈਂ ਸਮਝਦਾ ਉਹ ਜਿਹੜੀ ਉਹਨਾਂ ਦੀ ਕਲਾ ਸੀ ਉਹ ਲੋਕਾਂ ਲਈ ਕਲਾ ਸੀ, ਲੋਕਾਂ ਦਾ ਕਲਾਕਾਰ ਸੀ ਸਰਦੂਲ। ਇਸ ਕਰਕੇ ਅੱਜ ਐਡਾ ਬੜਾ ਇਕੱਠ ਹੋਇਆ, ਇਸ ਕਰਕੇ ਅੱਜ ਲੋਕਾਂ ਦੇ ਮਨਾਂ 'ਚ ਦੁੱਖ ਹੈ ਕਿ ਸਰਦੂਲ ਦੀ ਹਜੇ ਉਮਰ ਨਹੀਂ ਸੀ ਜਾਣ ਦੀ, ਸਰਦੂਲ ਦੀ ਸਾਨੂੰ ਹਜੇ ਬਹੁਤ ਲੋੜ ਸੀ। ਸੋ ਇਸੀ ਮਲਕੀਤ ਰੋਣੀ ਜੀ ਜਿਹੜੇ ਕਿ ਲਾਸਟ ਮੂਮੈਂਟਸ ਤੱਕ ਉਹਨਾਂ ਦੇ ਨਾਲ ਜੁੜੇ ਰਹੇ ਸੀ ਤੇ ਉਹਨਾਂ ਨੇ ਕਿਹਾ ਹੈ ਕਿ ਉਹ ਅੰਤਿਮ ਸਮੇਂ ਤੱਕ ਵੀ ਕਿਸਾਨਾਂ ਬਾਰੇ, ਕਿਸਾਨਾਂ ਦਾ ਹਾਲ ਪੁੱਛਦੇ ਰਹੇ ਤੇ ਕਿਸਾਨਾਂ ਦੇ ਨਾਲ ਜੁੜੇ ਹੋਏ ਸੀ। ਸੋ ਵੇਖ ਸਕਦੇ ਹੋ ਜੀ ਕਿੰਨਾ ਜ਼ਿਆਦਾ ਭਾਰੀ ਇਕੱਠ ਵੇਖਣ ਨੂੰ ਮਿਲ ਰਿਹਾ ਹੈ। ਹਰ ਇੱਕ ਕਲਾਕਾਰ ਆਪਣੀ ਸ਼ਰਧਾਂਜਲੀ ਲੈ ਕੇ ਪਹੁੰਚ ਚੁੱਕਿਆ ਹੈ। ਮੱਟ ਸ਼ੇਰੋਂ ਵਾਲਾ ਉਹ ਵੀ ਆਏ ਨੇ, 2 ਸ਼ਬਦ ਸ਼ਰਧਾਂਜਲੀ ਦੇ ਲਈ। ਹਾਂਜੀ ਬਿਲਕੁਲ, ਬੜਾ ਕਦੇ ਵੀ ਪੂਰਾ ਹੋਣ ਵਾਲਾ ਘਾਟਾ ਜਿਹੜਾ ਪਿਆ, ਨਾ ਪੂਰਾ ਹੋਣ ਵਾਲਾ ਘਾਟਾ ਸਾਨੂੰ ਪਿਆ ਜੀ। ਮੈਂ ਛੋਟਾ ਜਿਹਾ ਗੀਤਕਾਰ ਹਾਂ, ਮੈਂ ਤਾਂ ਗੀਤ ਰਾਹੀਂ ਕਹਿ ਸਕਦਾ ਕਿ ਸੁਰ ਬੈਠੇ ਨੇ ਉਦਾਸ ਮੂਹਰੇ ਦੇਖ ਤੇਰੀ ਲਾਸ, ਸੁਰ ਬੈਠੇ ਨੇ ਉਦਾਸ ਮੂਹਰੇ ਵੇਖ ਤੇਰੀ ਲਾਸ, ਜਿਹੜੇ ਆ ਬੁੱਤ ਬਣੇ ਬੈਠੇ ਨੇ ਇਹਨਾਂ ਸਰੀਰਾਂ ਦਾ ਵਾਸਤਾ, ਬੋਲਦਾ ਕਿਉਂ ਨਹੀਂ ਸਿਕੰਦਰਾ ਤੈਨੂੰ ਨੂਰੀ ਦੇ ਨੀਰਾਂ ਦਾ ਵਾਸਤਾ, ਬੋਲਦਾ ਕਿਉਂ ਨਹੀਂ ਸਰਦੂਲਿਆ ਤੈਨੂੰ ਨੂਰੀ ਦੇ ਨੀਰਾਂ ਦਾ ਵਾਸਤਾ, ਰੰਗ ਦਿਆ ਕਾਲਿਆ ਤੂੰ ਕਾਲੀ ਕੀਤੀ ਆ, ਕਾਲੀ ਵੀ ਤੇ ਥੋੜ੍ਹੀ ਨਹੀਂ ਉਹ ਬਾਹਲੀ ਕੀਤੀ ਆ, ਆ ਜਿਹੜੇ ਰੱਬ ਵਾਂਗੂ ਤੈਨੂੰ ਮੰਨਦੇ ਸੀ ਇਹਨਾਂ ਭੈਣਾਂ ਵੀਰਾਂ ਦਾ ਵਾਸਤਾ, ਬੋਲਦਾ ਕਿਉਂ ਨਹੀਂ ਸਿਕੰਦਰਾ ਤੈਨੂੰ ਨੂਰੀ ਦੇ ਨੀਰਾਂ ਦਾ ਵਾਸਤਾ। ਇਹ ਢੋਲ ਤੂੰਬੀ ਬਾਜੇ ਗਿਟਾਰ ਵੇਖ ਲੈ, ਤੈਨੂੰ ਸਾਜ਼ ਸਾਰੇ ਰੋ ਰੋ ਕੇ ਰਹੇ ਆਵਾਜ਼ਾਂ ਮਾਰ ਦੇਖ ਲੈ, ਜਿਹੜੇ ਰੱਬ ਵਾਂਗੂ ਤੈਨੂੰ ਮੰਨਦੇ ਆ ਸਰੋਤੇ ਤੇ ਭੈਣਾਂ ਵੀਰਾਂ ਦਾ ਵਾਸਤਾ, ਬੋਲਦਾ ਕਿਉਂ ਨਹੀਂ ਸਿਕੰਦਰਾ ਤੈਨੂੰ ਨੂਰੀ ਦੇ ਡਿੱਗਦੇ ਨੀਰਾਂ ਦਾ ਵਾਸਤਾ।
ਐਡਾ ਉੱਚਾ ਇਨਸਾਨ ਹੋ ਕੇ, ਐਡਾ ਨਾਮਵਰ ਇਨਸਾਨ ਹੋ ਕੇ ਇੱਕ ਜ਼ਮੀਨ ਨਾਲ ਜੁੜੇ ਰਹਿਣਾ ਇਹ ਬਹੁਤ ਵੱਡੀ ਗੱਲ ਹੈ। ਨਹੀਂ ਤੇ ਅੱਜ ਕੱਲ੍ਹ ਕਲਾਕਾਰਾਂ ਦਾ ਇੱਕ ਗਾਣਾ ਚੱਲਦਾ ਹੈ, ਉਹ ਜ਼ਮੀਨ ਛੱਡ ਦਿੰਦਾ ਹੁੰਦਾ ਹੈ। ਤੇ ਸੁਰਾਂ ਦਾ ਸਿਕੰਦਰ ਸਮੁੰਦਰ ਉਹ ਰੱਬ, ਉਹ ਸਾਡਾ ਹੀਰੋ ਜਿਹੜਾ ਅੱਜ ਸਾਡੇ 'ਚ ਨਹੀਂ ਰਿਹਾ, ਪਰ ਹਮੇਸ਼ਾ ਉਹਨਾਂ ਦੇ ਗਾਣੇ, ਉਹਨਾਂ ਦਾ ਭੋਲਾਪਣ, ਉਹਨਾਂ ਦੀਆਂ ਆਦਤਾਂ ਸਾਡੇ 'ਚ ਹਮੇਸ਼ਾ ਰਹਿਣਗੀਆਂ। ਤੇ ਇਨਸਾਨ ਚੰਗਾ ਹੋਣਾ ਚਾਹੀਦਾ ਹੈ। ਇਨਸਾਨ ਬਹੁਤ ਵਧੀਆ ਸੀਗੇ, ਗਾਉਂਦੇ ਤਾਂ ਵਾਕਮਾਲ ਹੈਗੀ ਸੀ, ਇਹਦੇ 'ਚ ਕੋਈ ਦੋ ਰਹਿ ਨਹੀਂ, ਪਰ ਇਨਸਾਨ ਬਹੁਤ ਵਧੀਆ ਸੀ। ਜਿਹੜੇ ਬੰਦੇ ਚੰਗੇ ਹੁੰਦੇ ਨੇ ਸਾਡੀ ਤਾਂ ਹਮੇਸ਼ਾ ਉਹਨਾਂ ਨਾਲ ਬਣਦੀ ਹੈ। ਇਹ ਮੈਟਰ ਨਹੀਂ ਕਰਦਾ ਹੁੰਦਾ ਕਿ ਤੁਸੀਂ ਕਿਹੜੇ ਰੈਂਕ 'ਤੇ ਹੋ, ਕਿਹੜੀ ਕੁਰਸੀ 'ਤੇ ਹੋ, ਤੁਸੀਂ ਕੌਣ ਹੋ, ਪਰ ਇਹ ਮੈਟਰ ਕਰਦਾ ਹੁੰਦਾ ਕਿ ਚੰਗਾ ਲਿਖਣਾ, ਸੋਹਣਾ ਗਾਉਣਾ, ਉੱਚਾ ਉਹਦਾ ਨਾਂ ਚਮਕਾਉਣਾ। ਇਹ ਗੱਲ ਮਹਿਨਾ ਨਹੀਂ ਰੱਖਦੀ ਜੇ ਬੰਦਾ ਹੈ ਨਹੀਂ ਚੰਗਾ, ਉਹਦੇ ਨਾਲ ਖੜਕੂਆ ਡੰਡਾ ਸਾਡੀ ਨਿਭ ਨਹੀਂ ਸਕਦੀ। ਜੇ ਕੋਈ ਮਹਿਲਾਂ ਵਿੱਚ ਬੁਲਾ ਕੇ ਰੱਖੇ, ਪੈਰਾਂ ਵਿੱਚ ਬਿਠਾ ਕੇ ਉਹ ਤੋਂ ਝੁੱਗੀਆਂ ਚੰਗੀਆਂ ਨੇ, ਤੋਤਾ ਬੇਸ਼ੱਕ ਮਿੱਠਾ ਬੋਲੇ, ਜੇ ਉਹਦੀ ਚੁੰਝ ਗੰਦ ਫਰੋਲੇ ਉਹ ਤੋਂ ਘੁੱਗੀਆਂ ਚੰਗੀਆਂ ਨੇ। ਗੋਰੇ ਰੰਗ ਨੂੰ ਦੱਸ ਕੀ ਚੱਟਣਾ, ਰੰਗ ਦੇ ਬੇਸ਼ੱਕ ਕਾਲੇ ਸੀ ਪਰ ਦਿਲ ਦੇ ਸਾਫ਼ ਬਹੁਤ ਸੀਗੇ ਸਾਡੇ ਸਰਦੂਲ ਭਾਜੀ, ਕਿ ਗੋਰੇ ਰੰਗ ਨੂੰ ਦੱਸ ਕੀ ਚੱਟਣਾ, ਜੇ ਵਿੱਚ ਹੋਵੇ ਕੱਖ ਨਾ, ਸੋਹਣੀ ਸੂਰਤ ਨਹੀਂ ਜੱਜਦੀ, ਜੇ ਬੰਦਾ ਹੈ ਨਹੀਂ ਚੰਗਾ, ਉਹਦੇ ਨਾਲ ਖੜਕੋ ਡੰਡਾ ਸਾਡੀ ਨਿਭ ਨਹੀਂ ਸਕਦੀ। ਚੰਗਾ ਲਿਖਣਾ, ਸੋਹਣਾ ਗਾਉਣਾ, ਉੱਚਾ ਉਹਦਾ ਨਾਂ ਚਮਕਾਉਣਾ, ਇਹ ਗੱਲ ਮਹਿਨਾ ਨਹੀਂ ਰੱਖਦੀ। ਚੰਗਾ ਲਿਖਣ ਗਾਉਣ ਵਾਲੇ ਬਹੁਤ ਨੇ, ਪਰ ਇਹੋ ਜਿਹੇ ਇਨਸਾਨ ਮੈਂ ਕਹਿੰਦਾ ਕਿ ਮੈਂ ਸਲੂਟ ਕਰਦਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅਮਰ ਨੂਰੀ ਭੈਣ ਤੇ ਆਪਣੇ ਸਰਦੂਲ ਭਾਜੀ ਦੀ ਜੋੜੀ ਨੂੰ ਮੈਂ ਸਲੂਟ ਕਰਦਾ ਕਿ ਇੱਕ ਦੂਜੇ ਨਾਲ ਇੰਨਾ ਪਿਆਰ। ਨਹੀਂ ਤਾਂ 90% ਤਲਾਕਾਂ ਦੇ ਕੇਸ ਚੱਲਦੇ ਅੱਜ ਕੱਲ੍ਹ ਕੋਰਟਾਂ ਦੇ ਵਿੱਚ। ਗੁਜ਼ਰੇ ਸਮੇਂ 'ਚ ਪਤਾ ਲੱਗਿਆ ਕਿ ਨੂਰੀ ਭੈਣ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਕੋਈ ਡੋਨਰ ਨਹੀਂ ਲਿਆ, ਆਪ ਡੋਨੇਟ ਕੀਤੀ। ਉਹਨਾਂ ਦਾ ਜਿਹੜੀ ਉਹਨਾਂ ਦੀ ਨਿਮਰਤਾ ਸੀਗੀ, ਉਹਨਾਂ ਦਾ ਸਾਦਾਪਣ ਇਹ ਵਾਕਮਾਲ ਸੀਗਾ। ਤੇ ਅੱਜ ਸਾਡੇ ਕੋਲ ਸ਼ਬਦ ਨਹੀਂ। ਮੈਂ ਸਭ ਤੋਂ ਵੱਡੀ ਜੇ ਮੈਨੂੰ ਗਿਲਟੀ ਮਹਿਸੂਸ ਹੁੰਦੀ ਹੈ ਜਾਂ ਮੈਨੂੰ ਪਛਤਾਵਾ ਇਸ ਗੱਲ ਦਾ ਕਿ ਮੈਂ ਸਰਦੂਲ ਭਾਜੀ ਨੂੰ ਮਿਲ ਨਹੀਂ ਸਕਿਆ। ਫੋਨ ਤੇ ਮੇਰੀ ਬਹੁਤ ਵਾਰ ਗੱਲ ਹੋਈ ਹੈ। ਆਪਾਂ ਤਾਂ ਕੁਦਰਤ ਨੂੰ ਇਹੀ ਕਹਾਂਗੇ ਕਿ ਪ੍ਰਮਾਤਮਾ ਆਪਣੇ ਚਰਨਾਂ 'ਚ ਰੱਬ ਨੂੰ ਵੀ ਚੰਗੇ ਲੋਕਾਂ ਦੀ ਲੋੜ। ਬਿਲਕੁਲ ਜੀ, ਉੱਥੇ ਵੀ ਉਹਨਾਂ ਨੇ ਜਾ ਕੇ ਮਹਿਫਲਾਂ ਲਾਉਣੀਆਂ ਨੇ। ਸੋ ਸ਼ੇਰੋਵਾਲਾ ਮੱਟ ਜੀ ਆਪਣੇ ਬੋਲਾਂ ਦੇ ਰਾਹੀਂ ਇੰਨੇ ਵਧੀਆ ਬੋਲ ਲਿਖਦੇ ਨੇ ਤੇ ਕਿੰਨੇ ਸੋਹਣੇ ਬੋਲ ਉਹਨਾਂ ਨੇ ਸਰਦੂਲ ਸਿਕੰਦਰ ਜੀ ਦਿੱਤੇ ਨੇ ਕਿ ਰੰਗ ਦੇ ਚਾਹੇ ਕਾਲੇ ਸੀ ਪਰ ਸਾਡੀ ਰੂਹ ਜਿਹੜੀ ਹੈ, ਰੂਹ ਸੋਹਣੀ ਹੋਣੀ ਚਾਹੀਦੀ ਹੈ ਤੇ ਰੱਬ ਨੂੰ ਵੀ ਚੰਗੇ ਲੋਕਾਂ ਦੀ ਲੋੜ ਹੈ। ਪੀਰ ਹੋ ਜਾਂਦੇ ਆ ਫਿਰ ਜਦੋਂ ਆਪਣੀ ਮੰਜ਼ਿਲ ਨੂੰ ਕ੍ਰਾਸ ਕਰਦੇ ਆ ਨਾ, ਪੀਰ ਹੋ ਜਾਂਦੇ ਨੇ ਫਿਰ ਸ਼ਹੀਦਾਂ ਦੇ ਵਿੱਚ ਪੀਰਾਂ ਦੇ ਵਿੱਚ। ਭਗਵੰਤ ਮਾਨ ਸਾਹਿਬ ਨਾਲ ਗੱਲ ਹੋਈ, ਉਹ ਕਹਿੰਦੇ ਸੀ ਜੇਕਰ ਕਦੇ ਘੰਟੇ ਲਈ ਵੀ ਮਿਲਣ ਜਾਣਾ ਤਾਂ 2-2 ਦਿਨ ਨਹੀਂ ਆਉਣ ਦਿੰਦੇ ਸੀ। ਇਹ ਤਾਂ 2-2 ਦਿਨ ਆਪਣੇ ਅਸੀਂ ਕਈ ਵਾਰ ਨਾ ਜਦੋਂ ਕਲਾਕਾਰਾਂ ਕੋਲ ਅੱਜਕੱਲ ਫੋਟੋ ਖਿਚਾਉਣ ਦਾ ਵੀ ਟਾਈਮ ਨਹੀਂ ਹੈ ਤੇ ਹਰ ਬੰਦਾ ਫਕੀਰ ਸੀ, ਹਰ ਬੰਦਾ ਬਿਜ਼ੀ ਹੈ ਆਪਣੇ ਸ਼ਡਿਊਲ। ਥੋੜ੍ਹਾ ਉਹਨਾਂ ਦੇ ਕਰਮ ਸਦਕਾ, ਉਹਨਾਂ ਦੀ ਆਸ਼ੀਰਵਾਦ ਸਦਕਾ ਬਿਜ਼ੀ ਹੋ ਗਏ। ਅਸੀਂ ਡਰਨ ਲੱਗ ਜਾਂਦੇ ਸੀ ਵੀ ਜੇ ਸਰਦੂਲ ਭਾਜੀ ਕੋਲ ਚਲੇ ਗਏ ਉਹਨਾਂ ਨੇ ਸਾਨੂੰ 3-3 4-4 ਦਿਨ ਆਉਣ ਨਹੀਂ ਦੇਣਾ, ਰਾਤਾਂ ਨੂੰ ਸੌਣ ਨਹੀਂ ਸੀ ਦਿੰਦੇ 4-4 ਵਜੇ ਤੱਕ 5-5 ਤੱਕ। ਇੰਨਾ ਪਿਆਰ ਮੁਹੱਬਤ ਔਰ ਸਿੰਪਲ ਸਾਦ ਇਨਸਾਨ। ਕਈਆਂ ਦਾ ਕਹਿਣਾ ਕਿ ਸਦੀ ਵਿੱਚ ਇੱਕ ਇਹੋ ਜਿਹਾ ਸਿੰਗਰ ਪੈਦਾ ਹੁੰਦਾ ਹੈ, ਉਹਨਾਂ ਦਾ ਘਾਟਾ ਤਾਂ ਕਦੇ ਨਹੀਂ ਹੋ ਸਕਦਾ। ਇਹ ਇਦਾਂ ਦੇ ਕਲਾਕਾਰਾਂ ਦਾ ਘਾਟਾ ਨਹੀਂ ਪੂਰਾ ਹੋ ਸਕਦਾ। ਸਦੀ ਗਈ ਹੈ ਨਾ, ਹਜ਼ਾरों साल नरगिस अपनी बेनूरी पे रोती है तब कहीं जाकर होता है चमन में दीदावर पैदा। ऐसी हाँ ਇਹ ਚੀਜ਼ਾਂ ਸਾਬਤ ਕਰ ਰਹੀਆਂ ਨੇ ਨਾ, ਨਹੀਂ ਤਾਂ ਬਹੁਤ ਦੁਨੀਆ ਚਲੀ ਜਾਂਦੀ ਹੈ। ਮਰਨਾ ਕੀ ਅੱਜ ਹਰ ਇੱਕ ਕਲਾਕਾਰ ਇੱਥੇ ਆਇਆ ਹੈ ਸ਼ਰਧਾਂਜਲੀ ਦੇਣ ਦੇ ਲਈ ਪੰਜਾਬ। ਬਿਲਕੁਲ ਜਿਨ੍ਹਾਂ ਟਾਈਮ ਲੱਗਿਆ ਸਾਰੇ ਬੰਦੇ ਆਏ ਨੇ, ਕਿਉਂਕਿ ਸਭ ਦਾ ਹੀ ਭਾਜੀ ਨਾਲ ਬਹੁਤ ਸਤਿਕਾਰ ਪਿਆਰ ਸੀਗਾ। ਹਰ ਇੱਕ ਨੇ ਮਰਨਾ, ਤੁਸੀਂ ਕਿਸੇ ਨੇ ਵੀ ਇੱਥੇ ਕਿੱਲੇ ਨਹੀਂ ਗੱਡੇ ਹੋਏ, ਕਿਸੇ ਨੇ ਸੰਗਲ ਨਹੀਂ ਬੰਨੇ ਹੋਏ, ਪਰ ਮੈਂ ਜੋ ਅੱਜ ਦਾ ਮਰਨਾ ਦੇਖਿਆ, ਮੈਂ ਅੱਲਾਹ ਪਾਕ ਅੱਗੇ ਖੁਦਾ ਅੱਗੇ ਦੁਆ ਕਰਦਾ ਕਿ ਹਰ ਇੱਕ ਦਾ ਮਰਨਾ ਇਦਾਂ ਦਾ ਹੋਵੇ। ਜਾਣਾ ਸਭ ਨੇ, ਹਰ ਇੱਕ ਦਾ ਮਰਨਾ ਇਦਾਂ ਦਾ ਹੋਣਾ ਚਾਹੀਦਾ। ਸੋ ਸਰਦਾਰ ਅਲੀ ਜੀ, ਇਹਨਾਂ ਦਾ ਕਹਿਣਾ ਕਿ ਐਸੀ ਮਰਨੀ ਜੋ ਮਰੇ ਬਹੁਤ ਨਾ ਮਰਨਾ ਹੋਵੇ। ਅਸਲ ਮਰਨਾ ਅੱਜ ਦੇਖਣ ਨੂੰ ਮਿਲ ਰਿਹਾ ਹੈ ਖੇੜੀ ਨੌਦ ਸਿੰਘ ਪਿੰਡ ਦੇ ਵਿੱਚ। ਸੋ ਹਾਂਜੀ, ਸ਼ਬਦ ਤਾਂ ਵੈਸੇ ਅੱਜ ਕਿਆ ਕਹਿਣੇ ਆ, ਗਲੇ ਸੁੱਕੇ ਪਏ ਵੈਸੇ, ਪਰ ਇੱਕ ਇਹ ਜ਼ਰੂਰ ਹੈ ਕਿ ਇੱਕ ਕਬੀਰ ਸਾਹਿਬ ਦਾ ਸ਼ਲੋਕ ਹੈ ਕਿ ਕਬੀਰਾ ਜਬ ਹਮ ਪੈਦਾ ਹੋਏ ਜਗ ਹਸੇ ਹਮ ਰੋਏ, ਐਸੀ ਕਰਨੀ ਕਰ ਚਲੋ ਹਮ ਹਸੇ ਜਗ ਰੋਏ। ਅੱਜ ਸਾਡੇ ਨਾਲ ਉਹ ਵੀ ਵਾਕਿਆਤ ਹੋਏ ਹੈ ਕਿ ਜਦੋਂ ਸਾਡੇ ਨਾਲ ਸਾਂਝ ਕਈ ਲੋਕਾਂ ਦੀ ਹੈ, ਹੋਰਾਂ ਦੀ ਜਿਹੜੇ ਨਾਨ ਮਿਊਜ਼ੀਕਲ ਵੀ ਨਹੀਂ ਹੈ, ਤੇ ਉਹਨਾਂ ਦੀ ਜਦੋਂ ਸਾਂਝ ਹੁੰਦੀ ਹੈ, ਸਾਡੇ ਨਾਲ ਸਾਂਝ ਕਰਦੇ ਆ ਕਿ ਸਰਦੂਲ ਸਿਕੰਦਰ ਜੀ ਚਲੇ ਗਏ ਹੈ। ਉਹ ਲੋਕ ਜਿਨ੍ਹਾਂ ਨਾਲ ਉਹਨਾਂ ਦਾ ਕੋਈ ਵਾਹ ਵਾਸਤਾ ਨਹੀਂ, ਉਹ ਵੀ ਭੁੱਬਾ ਮਾਰ ਕੇ ਰੋਂਦੇ ਹੈ। ਤੇ ਇਹ ਜਿਹੜਾ ਦੋਹਾ ਕਬੀਰ ਸਾਹਿਬ ਦਾ, ਸਾਡੇ ਵੱਡੇ ਭਰਾ, ਸਾਡੇ ਉਸਤਾਦ ਸਰਦੂਲ ਸਿਕੰਦਰ ਜੀ ਦੇ ਫਿੱਟ ਹੁੰਦੇ ਬਈ ਐਸੀ ਜਦੋਂ ਉਹ ਗਏ ਆ ਨਾ, ਤੇ ਇਹ ਸਾਰੀ ਦੁਨੀਆ ਰੋ ਰਹੀ ਹੈ, ਉਹਨਾਂ ਨੂੰ ਰੋ ਰਹੀ ਹੈ। ਉਹਨਾਂ ਨੇ ਬਹੁਤ ਪਿਆਰ ਬੀਜਿਆ, ਉਹਨਾਂ ਦੀ ਮਿਲਣੀ ਇੱਦਾਂ ਦੀ ਹੁੰਦੀ ਸੀ, ਉਹਨਾਂ ਦੀ ਮਿਲਣੀ ਇੱਦਾਂ ਦੀ ਹੈ ਕਿ ਨਾ
ਤੁਸੀਂ ਉਹਨਾਂ ਕੋਲ ਬੈਠ ਕੇ ਛੋਟਾ ਨਹੀਂ ਮਹਿਸੂਸ ਕਰਦੇ। ਅਸਲ ਵਿੱਚ ਉਹ ਵੱਡੇ ਬੰਦੇ ਸੀਗੇ, ਜਿਨ੍ਹਾਂ ਨੂੰ ਕਹਿੰਦੇ ਨੇ ਇੱਕ ਵੱਡਾ ਬੰਦਾ ਕੀ ਹੁੰਦਾ, ਉਹ ਵੱਡੇ ਬੰਦੇ ਸੀ। ਉਹ ਵੱਡੇ ਬੰਦੇ ਉਹ ਹੈ ਕਿ ਤੁਸੀਂ ਉਹਨਾਂ ਕੋਲ ਬੈਠ ਕੇ ਆਪਣੇ ਆਪ ਨੂੰ ਛੋਟਾ ਨਹੀਂ ਮਹਿਸੂਸ ਕਰੋਗੇ। ਬਸ ਜੀ, ਥੈਂਕ ਯੂ। ਸੋ ਵੇਖ ਸਕਦੇ ਹੋ ਜੀ, ਮੁਹੰਮਦ ਸਦੀਕ ਜੀ ਵੀ ਪਹੁੰਚ ਚੁੱਕੇ ਨੇ ਸ਼ਰਧਾਂਜਲੀ ਦੇਣ ਦੇ ਲਈ। ਦੋ ਸ਼ਬਦ ਬੋਲਣਗੇ ਸ਼ਰਧਾਂਜਲੀ ਦੇ ਲਈ ਸਰਦੂਲ ਸਿਕੰਦਰ ਜੀ। ਮੈਡਮ, ਜਿਹੜੀ ਹਾਲਤ ਦੇ ਵਿੱਚ ਅੱਜ ਅਸੀਂ ਸੰਗੀਤ ਨਾਲ ਸੰਬੰਧਿਤ ਲੋਕ ਬੈਠੇ ਹਾਂ, ਸਾਡੇ ਅਲਫਾਜ਼ ਮੁੱਕੇ ਹੋਏ ਨੇ, ਸਾਡੇ ਕੋਲ ਕਹਿਣ ਵਾਸਤੇ ਕੋਈ ਵੀ ਗੱਲ ਰਹਿ ਨਹੀਂ ਗਈ ਹੈ। ਜੋ ਕਲਾਕਾਰ ਸਾਡੇ ਵਿੱਚੋਂ ਚਲਿਆ ਗਿਆ, ਪਰਮਾਤਮਾ ਨੇ ਸਾਥੋਂ ਖੋਹ ਲਿਆ। ਇਸ ਕਿਸਮ ਦੇ ਕਲਾਕਾਰ ਜੰਮਣੇ ਬਹੁਤ ਔਖੇ ਹੁੰਦੇ ਨੇ। ਐਸਾ ਮਲਟੀ ਆਰਟਿਸਟ ਸੀ ਉਹਨੂੰ ਕਿਤੇ ਵੀ ਬਿਠਾ ਦਿਓ, ਕਿਤੇ ਕੰਮ ਤੇ ਲਾ ਦਿਓ। ਕੰਮ ਤੋਂ ਮੇਰਾ ਭਾਵ ਜੇ ਗਾਉਣ ਲਾ ਦਿਓ ਤਾਂ ਉਹ ਸੁਰਾਂ ਦਾ ਬਾਦਸ਼ਾਹ ਸੀਗਾ, ਸਟੇਜ ਤੇ ਖੜ੍ਹ ਕੇ ਉਹ ਸਟੇਜ ਦਾ ਬਾਦਸ਼ਾਹ ਸੀਗਾ। ਜਗਰਾਤਾ ਕਰਾ ਲਓ, ਉਹ ਜਗਰਾਤੇ ਦਾ ਬਾਦਸ਼ਾਹ ਸੀਗਾ। ਜੇ ਕਿਤੇ ਮਹਿਫਿਲ 'ਚ ਬੈਠਾ ਤਾਂ ਉਹ ਹਾਸਿਆਂ ਦਾ ਬਾਦਸ਼ਾਹ ਸੀਗਾ। ਜੇ ਕਿਸੇ ਸਾਜ਼ ਤੇ ਬਿਠਾ ਦਿਓ, ਉਹ ਸਾਜ਼ ਦੀ ਤੌਬਾ ਕਰਾ ਦਿੰਦਾ ਸੀ ਵਜਾ ਕੇ। ਮੇਰੀ ਸਮਝ ਤੋਂ ਬਾਹਰ ਹੈ। ਪਰਮਾਤਮਾ ਨੇ ਉਹਨੂੰ ਇੰਨੇ ਗੁਣ ਦਿੱਤੇ ਔਰ ਉਹਨੇ ਮਿਹਨਤ ਕਰਕੇ, ਇੰਨੀ ਮਿਹਨਤ ਕਰਕੇ ਉਹਨੇ ਆਪਣਾ ਨਾਮ ਬਣਾਇਆ, ਆਪਣੀ ਪਛਾਣ ਬਣਾਈ। ਐਡੀ ਛੇਤੀ ਜਦ ਕਿ ਲੋਕਾਂ ਨੂੰ ਹਾਲੇ ਉਹਦੀ ਬਹੁਤ ਜ਼ਰੂਰਤ ਸੀ। ਇਹ ਦੁੱਖ ਇਕੱਲਾ ਮੈਨੂੰ ਨਹੀਂ ਹੈ, ਉਹਦੇ ਇਕੱਲੇ ਪਰਿਵਾਰ ਨੂੰ ਨਹੀਂ ਹੈ। ਇਹ ਜੇ ਦੁੱਖ ਤੁਸੀਂ ਦੇਖਣਾ ਹੈ ਜਾਂ ਸੁਣਨਾ ਹੈ, ਤੁਸੀਂ ਉਹਦੇ ਸਰੋਤਿਆਂ ਨੂੰ ਦੇਖੋ, ਉਹਦੇ ਸਰੋਤਿਆਂ ਨੂੰ ਸੁਣੋ, ਉਹ ਕੀ ਕਹਿੰਦੇ ਕੀ ਨੇ। ਇਹ ਠੀਕ ਹੈ, ਸਰੀਰਕ ਤੌਰ 'ਤੇ ਸਾਡੇ ਵਿੱਚ ਨਹੀਂ ਹੈ, ਪਰ ਮੈਂ ਸਮਝਦਾ ਲੱਖਾਂ ਸਰੋਤਿਆਂ ਦੇ ਦਿਲ ਟੁੱਟੇ ਨੇ ਵੀ ਨਹੀਂ, ਹਾਲੇ ਉਹਦੀ ਲੋੜ ਸੀ, ਹਾਲੇ ਉਹਨੇ ਬਹੁਤ ਕੁਝ ਕਰਨਾ ਸੀ ਇਸ ਸੰਗੀਤ ਦੇ ਪਿੰਡ ਦੇ ਵਿੱਚ, ਔਰ ਉਹਨੇ ਬਹੁਤ ਕੁਝ ਕੀਤਾ ਵੀ ਹੈ। ਬਾਪੂ ਸਾਹਿਬ ਨੇ ਲਿਖਿਆ, ਮਰਨਾ ਸਫਲ ਉਹਨਾਂ ਦਾ ਬਾਬੂ, ਜੀਣ ਜਿਨ੍ਹਾਂ ਦੀਆਂ ਯਾਦਾਂ, ਉਸ ਸ਼ਖਸ ਦੀ ਯਾਦ ਹਮੇਸ਼ਾ ਰਹੇਗੀ। ਬਸ ਅਸੀਂ ਤਾਂ ਦੁਆ ਕਰਦੇ ਹਾਂ ਕਿ ਖੁਦਾਵੰਦ ਕਰੀਮ ਉਹਨੂੰ ਜੰਨਤ ਨਸੀਬ ਕਰੇ, ਪਰਮਾਤਮਾ ਉਹਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਵੇ। ਇਹੀ ਗੱਲ ਕਰ ਸਕਦੇ। ਅਸਲ ਮਰਨਾ ਕਿਹਨੂੰ ਕਹਿੰਦੇ ਨੇ, ਅੱਜ ਵੇਖਣ ਨੂੰ ਮਿਲ ਰਿਹਾ ਖੇੜੀ ਨੌਤ ਸਿੰਘ ਪਿੰਡ ਵਿਖੇ ਕਿ ਅਸਲ ਮਰਨਾ ਕਿਹਨੂੰ ਕਹਿੰਦੇ ਨੇ। ਤੁਸੀਂ ਦੇਖ ਲੈਣਾ ਇੱਕ ਗਰੀਬ ਕਰਕੇ ਉੱਠ ਕੇ ਅੱਜ ਜੋ ਇੱਥੇ ਮੇਲਾ ਲੱਗਿਆ ਹੋਇਆ ਲੋਕਾਂ ਦਾ, ਉਹਨੂੰ ਸ਼ਰਧਾ, ਉਹਦੇ ਆਖਰੀ ਦਰਸ਼ਨ ਕਰਨ ਵਾਸਤੇ ਜੋ ਲੈ ਕੇ ਹੋਏ। ਇੱਕ ਤਾਂ ਮਿਹਨਤ ਦਾ ਫਲ ਹੈ, ਇੱਕ ਸੰਗੀਤ ਨਾਲ ਜੁੜੇ ਹੋਏ ਬੰਦੇ, ਉਸ ਦਾ ਜਿਹਨੇ ਸੰਗੀਤ ਵਾਸਤੇ ਇੰਨੀ ਮਿਹਨਤ ਕੀਤੀ। ਮੈਂ ਕਹਿੰਦਾ ਉਹਨੂੰ ਬਹੁਤ ਸਾਰੇ ਬੰਦਿਆਂ ਨੇ ਆਨੰਦ ਕਾਰਜ ਕਰਾਉਂਦੇ ਨੂੰ ਦੇਖਿਆ ਹੋਊਗਾ, ਸ਼ਬਦ ਗਾਉਂਦੇ ਨੂੰ ਦੇਖਿਆ ਹੋਊਗਾ, ਗਜ਼ਲ ਗਾਉਂਦੇ ਨੂੰ ਦੇਖਿਆ। ਮੈਂ ਕਹਿੰਦਾ ਉਹ ਕਿਹੜਾ ਮੈਦਾਨ ਹੈ, ਕਿਹੜਾ ਪਿੰਡ ਹੈ, ਉਹ ਕਿਹੜਾ ਫੀਲਡ ਹੈ ਜਿੱਥੇ ਉਹ ਬਾਦਸ਼ਾਹ ਨਹੀਂ ਸੀਗਾ। ਵੈਸੇ ਵੀ ਉਹਦਾ ਨਾਮ ਸਿਕੰਦਰ ਸੀਗਾ, ਮਾਂ ਬਾਪ ਨੇ ਬੜਾ ਸੋਚ ਕੇ ਨਾਂ ਰੱਖਿਆ, ਔਰ ਉਹਨੇ ਸਿਕੰਦਰ ਵਾਲੀ ਗੱਲ ਹਰ ਮੈਦਾਨ ਫਤਿਹ ਉਹਨੇ ਕਰਕੇ ਦਿਖਾ ਦਿੱਤਾ। ਤੇ ਅੱਜ ਉਹ ਸਾਡੇ 'ਚ ਨਹੀਂ ਹੈ, ਇਹ ਦੁੱਖ ਅਕਹਿ ਵੀ ਹੈ, ਅਸਹਿ ਵੀ ਹੈ। ਬੜਾ ਦੁੱਖ ਲੱਗਿਆ ਜੀ ਇਹ ਗੱਲ ਸੁਣ ਕੇ। ਮੈਨੂੰ ਕੱਲ੍ਹ ਪਤਾ ਲੱਗਿਆ ਵੀ ਸਰਦੂਲ ਭਾਜੀ ਨਹੀਂ ਰਹੇ, ਤੇ ਇੱਦਾਂ ਲੱਗਿਆ ਵੀ ਜਿਵੇਂ ਸਿਰ ਦੇ ਉੱਤੇ ਨਾ ਕੋਈ ਹੱਥ ਰੱਖਿਆ ਹੁੰਦਾ ਹੈ ਨਾ, ਵੀ ਸਾਇਆ ਹੁੰਦਾ, ਵੀ ਉਹਨਾਂ ਦੀ ਛਤਰ ਛਾਇਆ ਹੇਠ ਅਸੀਂ, ਕਿਉਂਕਿ ਉਹਨਾਂ ਨੂੰ ਸੁਣ ਕੇ ਅਸੀਂ ਮਾੜਾ ਮੋਟਾ ਜਿੰਨੇ ਗਾਉਣ ਜੋਗੇ ਹੋਏ ਹਾਂ, ਪਰ ਉਹ ਗੱਲਬਾਤ ਨਹੀਂ ਸਾਡੇ ਤੋਂ ਕਦੇ ਵੀ ਬਣ ਸਕਦੀ ਜਿਹੜੀ ਗਾਇਕੀ ਉਹਨਾਂ ਦੀ ਸੀ, ਕਿਉਂਕਿ ਉਹ ਸੁਰਾਂ ਦੇ ਸਿਕੰਦਰ ਸੀ। ਮੈਨੂੰ ਇਹ ਮਹਿਸੂਸ ਹੋ ਰਿਹਾ ਵੀ ਜਿਵੇਂ ਨੁਸਰਤ ਸਾਹਿਬ ਪਾਕਿਸਤਾਨ ਦੇ ਗਵਈਏ ਸਨ, ਇੱਦਾਂ ਹੀ ਸਰਦੂਲ ਭਾਜੀ ਸਾਡੇ ਪੰਜਾਬ ਦੇ ਹੋਏ ਸੀ। ਸੋ ਇਹਨਾਂ ਦਾ ਘਾਟਾ ਜਿਹੜਾ ਉਹ ਕਦੇ ਪੂਰਾ ਨਹੀਂ ਹੋ ਸਕਦਾ। ਕਈਆਂ ਦਾ ਕਹਿਣਾ ਹੈ ਸਦੀ ਵਿੱਚ ਇੱਕ ਇਹੋ ਜਿਹਾ ਸਿੰਗਰ ਪੈਦਾ ਹੁੰਦਾ ਹੈ, ਇੰਨੇ ਵੱਡੇ ਬੁਲੰਦੀਆਂ ਨੂੰ ਛੂਹਣ ਵਾਲੇ ਸਿੰਗਰ, ਫਿਰ ਵੀ ਇੰਨੀ ਨਿਮਾਨਤਾ, ਇੰਨੀ ਹੰਬਲਨੈਸ ਸਮਰਥ। ਤੁਸੀਂ ਇਕੱਠ ਦੇਖ ਲਓ ਹੈ ਨਾ, ਉਹਨਾਂ ਦੀ ਮਜ਼ਲ ਕਹਿ ਸਕਦੇ ਆਪਾਂ ਵੀ ਉਹਦੇ ਤੇ ਆਏ ਆ ਸਾਰੇ। ਇੱਥੇ ਕੋਈ ਸੱਦੇ ਤੇ ਨਹੀਂ ਆਇਆ ਕੋਈ ਵੀ, ਉਹ ਉਹਨਾਂ ਦਾ ਪਿਆਰ ਸੀ, ਉਹ ਮਿਲਾਪੜੇ ਸੁਭਾਅ ਦੇ ਸੀ, ਤੇ ਕਦੇ ਕਿਸੇ ਨਾਲ ਮੈਂ ਕਦੇ ਆਪਣੀ ਜ਼ਿੰਦਗੀ 'ਚ ਉਹਨਾਂ ਦੇ ਮੱਥੇ ਵੱਟ ਨਹੀਂ ਦੇਖਿਆ, ਤੇ ਹਰੇਕ ਨੂੰ ਬਹੁਤ ਪਿਆਰ ਸਤਿਕਾਰ ਦੇਣ ਵਾਲੇ ਬੰਦੇ ਸੀ। ਸੋ ਬਹੁਤ ਅਫਸੋਸ ਹੋਇਆ ਇਸ ਚੀਜ਼ ਦਾ ਸੁਣ ਕੇ ਵੀ ਹਾਂ ਵੀ ਭਾਜੀ ਨਹੀਂ ਰਹੇ, ਯਕੀਨ ਨਹੀਂ ਆ ਰਿਹਾ ਉਸ ਚੀਜ਼ ਦਾ ਵੀ ਹਾਂ ਵੀ ਇਹ ਗੱਲ ਹੋ ਗਈ। ਵੀਡੀਓਜ਼ ਦੇਖਦੇ ਨੇ ਅੱਜ ਕੱਲ੍ਹ ਲੋਕ ਸਟੇਟਸ ਪਾ ਰਹੇ ਨੇ, ਸਟੋਰੀਜ਼ ਪਾ ਰਹੇ ਨੇ, ਵੀਡੀਓਜ਼ ਦੇਖਦੇ ਮਤਲਬ ਸਰੀਰ ਤਾਂ ਉੱਥੇ ਰਹਿੰਦਾ, ਇੱਕ ਰੂਹ ਹੀ ਨਿਕਲ ਜਾਂਦੀ ਹੈ ਬਾਹਰ, ਪਰ ਬੰਦਾ ਤਾਂ ਉੱਥੇ ਹੀ ਪਿਆ, ਸਰੀਰ ਜਿਹਦੇ ਨਾਲ ਅਸੀਂ ਗੱਲਾਂ ਕਰਦੇ ਸੀ ਉਹ ਤਾਂ ਉੱਥੇ ਹੀ ਇਹ ਚੀਜ਼, ਪਰ ਇੱਕ ਰੂਹ ਚਲੀ ਗਈ ਛੱਡ ਕੇ। ਦੇਖੋ ਜੀ, ਉਹ ਅਮਰ ਰੂਹ ਸੀ, ਉਹ ਪਰਮਾਤਮਾ ਨੂੰ ਇਹੋ ਜਿਹੇ ਬੰਦਿਆਂ ਦੀ ਲੋੜ ਆ, ਅਸੀਂ ਤਾਂ ਇਹੀ ਕਹਿ ਸਕਦੇ, ਕਿਉਂਕਿ ਬਹੁਤ ਵੱਡਾ ਘਾਟਾ ਪਰਿਵਾਰ ਨੂੰ ਵੀ ਹੈ, ਸਾਰਿਆਂ ਨੂੰ, ਜਿੰਨੇ ਸੰਗੀਤ ਜਗਤ ਨੂੰ, ਇੰਡਸਟਰੀ ਨੂੰ ਪੂਰੀ ਨੂੰ ਹੋ ਗਿਆ, ਤੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਇਹੀ, ਕਿਉਂਕਿ ਉਹ ਇੱਦਾਂ ਦੀ ਉਹ ਤਾਂ ਹੈ ਨਹੀਂ ਵੀ ਅਸੀਂ ਉਹਨਾਂ ਨੂੰ ਭੁੱਲ ਜਾਈਏ, ਕਿਉਂਕਿ ਉਹਨਾਂ ਦੇ ਗੀਤ ਉਹਨਾਂ ਨੂੰ ਅਮਰ ਰੱਖਣਗੇ ਸਾਡੇ ਜੀ।
ਹਰ ਇੱਕ ਸ਼ਖਸੀਅਤ ਪਹੁੰਚੀ ਹੈ ਜੀ, ਹਰ ਇੱਕ ਛੋਟੇ ਤੋਂ ਛੋਟੇ ਕਲਾਕਾਰ ਤੋਂ ਲੈ ਕੇ ਵੱਡੇ ਤੋਂ ਵੱਡਾ ਕਲਾਕਾਰ ਇੱਥੇ ਸਪੁਰਦੇ ਖਾਕ ਕੀਤਾ ਜਾਵੇਗਾ। ਕਵਰ ਪੁੱਟੀ ਗਈ ਹੈ, ਪਿੰਡ ਦੇ ਸਰਪੰਚ ਨੇ ਸਪੈਸ਼ਲ ਜਗ੍ਹਾ ਦਿੱਤੀ ਹੈ ਸੁਰਾਂ ਦੇ ਬਾਦਸ਼ਾਹ ਸਿਕੰਦਰ ਜੀ ਨੂੰ। ਸੋ ਸੰਤਾ ਬੰਤਾ ਜੀ ਪਹੁੰਚੇ ਨੇ ਦੋ ਸ਼ਬਦ ਸ਼ਰਧਾਂਜਲੀ। ਪੂਰੇ ਪੰਜਾਬੀ ਜਗਤ ਦਾ ਇੱਕ ਸਭ ਤੋਂ ਵੱਡਾ ਘਾਟਾ ਹੈ ਜੋ ਅੱਜ ਹੋਇਆ। ਬਿਲਕੁਲ ਸੋਚ ਵੀ ਨਹੀਂ ਸਕਦੇ ਸੀ ਕਿ ਸਾਡੀ ਦੁਨੀਆ 'ਚ ਇੱਕਦਮ ਸਾਡੇ ਕੋਲ ਸਰਦੂਲ ਜੀ ਨੂੰ ਖੋ ਕੇ ਲੈ ਜਾਏਗਾ, ਰੱਬ ਪਰਮਾਤਮਾ ਅੱਲਾ ਖੋ ਕੇ ਲੈ ਜਾਏਗਾ। ਇੰਨੇ ਕੁ ਵਧੀਆ ਕਲਾਕਾਰ, ਇੰਨੇ ਵਧੀਆ ਇਨਸਾਨ, ਇੰਨੇ ਵਧੀਆ ਕਮੇਡੀਅਨ ਅਸੀਂ ਸ਼ਾਇਦ 1984 ਤੋਂ ਇਹਨਾਂ ਦੇ ਨਾਲ ਕੰਮ ਕੀਤਾ। ਤੇ ਇੱਕ ਦਿਨ ਪਹਿਲਾਂ ਆਪਾਂ ਇਹਨਾਂ ਨੂੰ ਜਾਣਦੇ ਨਹੀਂ ਸੀਗੇ ਤੇ ਅਸੀਂ ਚਾਚਾ ਰੌਣਕੀ ਰਾਮ ਜੀ ਆਪਾਂ ਦੂਰਦਰਸ਼ਨ ਖੜ੍ਹੇ ਸੀ ਤੇ ਉਹ ਆ ਕੇ ਜਿੱਦਾਂ ਸਟਰਗਲ ਕਰਦੇ ਨਾ, ਇੱਕ ਮੇਰਾ ਗੀਤ ਸੁਣ ਲਓ। ਤੇ ਚਾਚਾ ਰੌਣਕੀ ਰਾਮ ਨੂੰ ਕੀ ਪਤਾ ਕਿ ਮਤਲਬ ਉਹਨਾਂ ਨੂੰ ਦੇਖ ਕੇ ਕਿ ਕਲਾਕਾਰ ਨੇ ਕੀ ਹੈਗੇ ਤੇ ਨਾ ਹੀ ਕੋਈ ਸੋਚ ਵੀ ਨਹੀਂ ਸਕਦੇ ਸੀ। ਉਹਨਾਂ ਨੇ ਨਾ ਰੋਡਵੇਜ਼ ਦੀ ਲਾਰੀ ਸੁਣਾਈ ਕਿ ਗੁਰਦਾਸ ਮਾਨ ਜੀ ਗਾਣਗੇ ਤੇ ਕਿੱਦਾਂ ਗਾਣਗੇ, ਸੁਰਿੰਦਰ ਸ਼ਿੰਦਾ ਜੀ ਗਾਣਗੇ ਕਿੱਦਾਂ ਗਾਣਗੇ, ਆ ਗਈ ਰੋਡਵੇਜ਼ ਦੀ ਲਾਰੀ ਨਾ ਕਿ ਬੂਹਾ ਪੂਰੀ ਪਾਰੀ। ਤੇ ਆਪਾਂ ਉਦੋਂ ਕਮੇਡੀ ਆਪਾਂ ਵੀ ਕਮੇਡੀ ਸ਼ੁਰੂ ਕੀਤੀ ਸੀ। ਆਪਾਂ ਕਿਹਾ ਯਾਰ ਤੇ ਸਾਡੇ ਤੋਂ ਵੱਡਾ ਕੋਈ ਕਮੇਡੀਅਨ ਆ ਗਿਆ, ਇਹ ਸਾਡੀ ਗੱਲ ਨਹੀਂ ਬਣਨੀ ਇੱਥੇ। ਰਾਤੀ ਸਰਦੂਲ ਸੀਗਾ, ਸਵੇਰੇ ਸਰਦੂਲ ਸਿਕੰਦਰ ਜੀ ਹੋ ਗਏ ਸੀਗੇ। ਇੰਨਾ ਕੁ ਜ਼ਿਆਦਾ ਉਹਨਾਂ ਨੂੰ ਉਸ ਗਾਣੇ ਤੋਂ, ਉਸ ਗੀਤ ਤੋਂ ਕਹਿ ਲਓ ਕਿ ਇਸ ਕਮੇਡੀ ਤੋਂ ਇੰਨਾ ਕੁ ਜ਼ਿਆਦਾ ਉਹਨਾਂ ਨੂੰ ਮਤਲਬ ਹੁੰਗਾਰਾ ਮਿਲਿਆ। ਜਾਂ ਚੈਨਲ ਇੱਕ ਸੀਗਾ, ਪਰ ਚੈਨਲ ਇੱਕ ਹੋਣ ਦੇ ਬਾਵਜੂਦ ਵੀ ਇੰਨੇ ਕੁ ਵਧੀਆ ਕਲਾਕਾਰ ਸੀ ਜੋ ਉਹਨਾਂ ਨੇ ਪਰਫਾਰਮ ਕੀਤਾ। ਤੇ ਜੇ ਗੁਰਦਾਸ ਮਾਨ ਜੀ ਦਾ ਗੀਤ ਸੁਣਾਇਆ ਤੇ ਉਹਨਾਂ ਨੇ ਐਕਸ਼ਨ ਵੀ ਗੁਰਦਾਸ ਮਾਨ ਜੀ ਵਾਲੇ ਕੀਤੇ, ਜਿਹੜੇ ਮਤਲਬ ਸਿੰਗਰ ਦਾ ਉਹਨਾਂ ਨੇ ਆਵਾਜ਼ ਕੱਢੀ। ਬਸ ਉਹ ਦਿਨ ਗਿਆ ਸਰਦੂਲ ਸਿੰਘ ਜੀ ਇੱਦਾਂ ਜਾਂਦੇ ਚੜ੍ਹਦੇ ਗਏ। ਪਰ ਇੰਨਾ ਜ਼ਿਆਦਾ ਚੜ੍ਹ ਜਾਣਗੇ, ਇੰਨਾ ਜ਼ਿਆਦਾ ਉੱਤੇ ਚਲੇ ਜਾਣਗੇ। ਆਪਾਂ ਕੋਈ ਉਹਨਾਂ ਨੇ ਇਹ ਚੀਜ਼ ਸੋਚੀ ਸੀ ਕਿ ਆਪਾਂ ਦੀ ਉਹਨਾਂ ਚੜ੍ਹਾਈ ਚਾਹੁੰਦੇ ਸੀ, ਪਰ ਉਹ ਚੜ੍ਹਾਈ ਕਰ ਗਏ। ਕਹਿੰਦੇ ਨੇ ਬੰਦਾ ਜਦੋਂ ਜਾਂਦਾ ਹੈ ਜਹਾਨ ਤੋਂ ਤਾਂ ਖਾਲੀ ਹੱਥ ਜਾਂਦਾ ਹੈ। ਸਿਕੰਦਰ ਬਾਦਸ਼ਾਹ ਨੇ ਵੀ ਆਪਣੇ ਹੱਥ ਬਾਹਰ ਕੱਢਤੇ ਸੀ ਅਰਥੀ ਤੋਂ, ਪਰ ਅੱਜ ਵੇਖਣ ਨੂੰ ਮਿਲ ਰਿਹਾ ਖਾਲੀ ਹੱਥ ਨਹੀਂ ਜਾਂਦਾ। ਸਾਡੇ ਚੰਗੇ ਕਰਮਾਂ ਦਾ ਅਕਾਊਂਟ, ਸਾਡੀ ਜਿਹੜੀਆਂ ਅਸੀਂ ਆਪਣੇ ਕਰਮਾਂ ਨਾਲ ਜਿੱਤਿਆ ਹੁੰਦਾ ਆਪਣੇ ਹੁਨਰ ਦੇ ਨਾਲ, ਉਹ ਨਾਲ ਜਾਂਦਾ। ਅੱਜ ਵੇਖਣ ਨੂੰ ਮਿਲ ਰਿਹਾ ਇਕੱਠ ਦੱਸਦੇ। ਬਿਲਕੁਲ ਜੀ, ਇਹ ਇਕੱਠ ਦੀ ਆਪਾਂ ਗੱਲ ਕਰਦੇ ਹਾਂ ਕਿ ਮੇਰੀ ਵੀ ਤੁਸੀਂ ਉਮਰ ਤੋਂ ਅੰਦਾਜ਼ਾ ਲਾ ਲਓਗੇ, ਉਮਰ ਕਾਫੀ ਹੋ ਗਈ ਹੈ। ਮੈਂ ਤਾਂ ਸਰਦੂਲ ਜੀ ਦਾ ਤਕਰੀਬਨ ਸੇਮ ਈਅਰ 'ਚ ਮੇਰਾ ਬਰਥ ਹੋਇਆ ਉਹਨਾਂ ਨਾਲ। ਉਹ ਵੀ 60 ਸਾਲ ਦੇ ਹੋ ਗਏ ਤੇ ਮੈਂ ਵੀ 60 ਸਾਲ ਦਾ ਹੋ ਗਿਆ। ਤੇ 60 ਸਾਲ ਦੇ ਵਿੱਚ ਮੈਂ ਪਹਿਲੀ ਵਾਰੀ ਕਿਸੇ ਦੇ ਮਤਲਬ ਇਹ ਸੰਸਕਾਰ ਦੇ ਮੌਕੇ 'ਤੇ ਜਾਂ ਕਹਿੰਦੇ ਦਫਨਾਨ ਦੇ ਮੌਕੇ 'ਤੇ ਪਹਿਲੀ ਵਾਰੀ ਇੰਨਾ ਰਸ਼ ਦੇਖਿਆ ਜੀ। ਤੇ ਕਹਿੰਦੇ ਸਿਆਣੇ ਕਹਿੰਦੇ ਨੇ, ਕਹਿੰਦੇ ਬੰਦੇ ਦੇ ਜਾਣ ਤੋਂ ਬਾਅਦ ਪਤਾ ਲੱਗਦਾ ਉਹਦੇ ਪਿੱਛੇ ਦੁਨੀਆ ਕਿੰਨੀ। ਤੇ ਇੱਥੇ ਤਾਂ ਦੇਖੋ 3 ਘੰਟੇ ਲੇਟ ਹੋ ਗਏ, ਗੱਡੀ ਪਿੱਛੇ ਖਰਾਬ ਹੋ ਗਈ। 3 ਘੰਟੇ ਦੇ ਵਿੱਚ ਉੱਧਰੋਂ ਦੁਨੀਆ ਇੰਨੀ ਆਂਦੀ ਦੇਖੀ, ਜਾਂਦੀ ਕੋਈ ਨਹੀਂ ਦੇਖੀ। ਹਰ ਇੱਕ ਦੀ ਇੱਛਾ ਹੈ ਕਿ ਬਸ ਮਤਲਬ ਉਹ ਆਉਣ ਤੇ ਉਹਨਾਂ ਦੀ ਸ਼ਰਧਾਂਜਲੀ ਆਪਾਂ ਭੇਟ ਕਰੀਏ। ਵਿੱਚੋਂ 90% ਬੰਦੇ ਇੱਦਾਂ ਦੇ ਜਿਹਨਾਂ ਸਰਦੂਲ ਜੀ ਨੂੰ ਕਦੀ ਮਿਲੇ ਵੀ ਨਹੀਂ ਹੋਣੇ, ਜਿਹਨਾਂ ਸਕਰੀਨ ਤੇ ਦੇਖਿਆ ਹੋਣਾ। ਅਸੀਂ ਮਿਲੇ ਸੀ, ਮੈਂ ਇੱਕ ਐਂਕਰ ਨਾਲ ਲਾਈਵ ਸ਼ੋਜ਼ ਵੀ ਕਰਦੇ ਹਾਂ। ਵੈਸੇ ਵੀ ਜੇ ਇਨਵਾਈਟ ਕੀਤਾ ਹੋਵੇ ਕਦੇ ਕਿਸੇ ਫੰਕਸ਼ਨ ਤੇ ਉਹਨਾਂ ਨੂੰ ਉੱਥੇ ਵੀ 1-2 ਗਾਣੇ ਗਾ ਜਾਂਦੇ ਸੀ। ਨਹੀਂ ਤਾਂ ਇਹਨਾਂ 'ਚ ਹੰਕਾਰ ਬੜਾ ਹੁੰਦਾ, ਕਈ ਵਾਰ ਕਲਾਕਾਰਾਂ 'ਚ ਹੰਕਾਰ ਰਹਿੰਦਾ, ਐਨੇ ਨਹੀਂ ਮਾਣੇ ਤੇ ਫਿਰ ਵੀ 1-2 ਗਾਣੇ ਗਾ ਜਾਣੇ। ਕਿਡਨੀ ਟ੍ਰਾਂਸਪਲਾਂਟ ਹੋਇਆ ਸੀ ਉਹਨਾਂ ਦਾ, ਉਹਦੀ ਵਾਈਫ ਨੇ ਡੋਨੇਟ ਕੀਤਾ। ਬਗੈਰ ਵੀ ਮਾਈਕ ਫੜਿਆ ਦੇਖਿਆ ਉਹਨਾਂ ਨੂੰ ਨਾ, ਕਿ ਜਦੋਂ ਉਹਨਾਂ ਨੂੰ ਕਿਹਾ ਵੀ ਨਹੀਂ ਕਿ ਸ਼ਰਮਾਂਦੇ ਰਹੇ ਕਿ ਪੇਮੈਂਟ ਨਹੀਂ ਦਿੱਤੀ ਤੇ ਆਪਣਾ ਆਏ ਤੇ ਸਰਦੂਲ ਜੀ ਨੂੰ ਕਹੋ ਆ ਕੇ ਥੋੜ੍ਹਾ, ਉਹਨਾਂ ਆਪੇ ਨਾ ਜਦੋਂ ਆ ਕੇ ਉੱਠ ਕੇ ਤੇ ਜਦੋਂ ਹੰਸਰਾਜ ਜੀ ਹੰਸ ਤੇ ਸਰਦੂਲ ਜੀ ਆਪਾਂ ਇਕੱਠੇ ਪ੍ਰੋਗਰਾਮ ਕਰਦੇ ਹੁੰਦੇ ਸੀ, ਉਦੋਂ ਦੋ ਇਹਨਾਂ ਬਰਾਬਰ ਦੀ ਚੋਟ ਤੇ ਉੱਤੇ ਕੰਮ ਕਰਦੇ ਸੀਗੇ। ਤੇ ਇਹਨਾਂ ਨੇ ਜਦੋਂ ਆਪਣਾ ਹੰਸ ਜੀ ਨੇ ਗਾਣਾ ਨਾ ਪਿੱਛੇ ਕੋਰਸ ਦੇਣਾ ਆ ਜਾਣਾ। ਬਹੁਤ ਛੋਟੇ ਕਲਾਕਾਰ ਕੋਰਸ ਦਿੰਦੇ, ਉਹਨੇ ਕੋਰਸ ਦੇਣਾ ਆ ਜਾਣਾ। ਫਿਰ ਜਦੋਂ ਉਹਨਾਂ ਨੇ ਹੰਸ ਜੀ ਨੇ ਗਾਣਾ, ਉਹਨਾਂ ਨੇ ਆਪਣੇ ਕੀਬੋਰਡ ਦੇ ਉੱਤੇ ਕੀਬੋਰਡ ਵਜਾਉਣਾ ਸ਼ੁਰੂ ਕਰ ਦੇਣਾ। ਹਾਲੇ ਕਿ ਉਹਨਾਂ ਨੂੰ ਪੇਸ਼ ਕਰਨਾ ਹੁੰਦਾ ਸੀ। ਹਾਲੇ ਜਦੋਂ ਵੱਡੇ ਕਲਾਕਾਰ ਨੂੰ ਪੇਸ਼ ਕਰੀਦਾ, ਉਹ ਚਾਹੁੰਦੇ ਮੇਰੀ ਬੰਬਾਸਟਿਕ ਐਂਟਰੀ ਹੋਵੇ। ਉਹ ਆਪਣੀ ਐਂਟਰੀ ਤੋਂ ਪਹਿਲਾਂ ਹੀ ਆ ਕੇ ਆਪਣਾ ਫੇਸ ਦਿਖਾ ਦਿੰਦੇ ਸੀ। ਉਹਨਾਂ ਨੂੰ ਇੰਨਾ ਸ਼ੌਂਕ ਸੀ ਮਿਊਜ਼ਿਕ। ਆਪਾਂ ਕਮੇਡੀ ਕਰਦੇ ਸੀਗੇ ਤੇ ਸਾਡੀ ਇੱਕ ਮਾਈ ਮੈਂ ਬਿਲਕੁਲ ਜੇ ਤਾਂ ਮਿਊਜ਼ਿਕ ਦੀ ਲੋੜ ਹੁੰਦੀ ਸੀ ਤੇ ਸਾਡੇ ਕੋਲ ਮਿਊਜ਼ੀਸ਼ੀਅਨ ਕੋਈ ਨਹੀਂ ਸੀ ਹੁੰਦਾ, ਤੇ ਅਸੀਂ ਮਿਊਜ਼ੀਸ਼ੀਅਨ ਨੂੰ ਕਹਿੰਦੇ ਹੁੰਦੇ ਸੀ ਕਿ ਯਾਰ ਸਾਡੇ ਪਿੱਛੇ ਮਿਊਜ਼ਿਕ ਦੇਗਾ, ਇਹਨਾਂ ਭੱਜੇ ਆਉਣਾ ਪਿੱਛੇ ਆ ਕੇ। ਉਹ ਕਹਿੰਦੇ ਉਹਨਾਂ ਕੋਲ ਬੈਠ ਕੇ ਕਦੀ ਇਹ ਨਹੀਂ ਲੱਗਦਾ ਸੀ ਕਿ ਤੁਸੀਂ ਛੋਟੇ ਹੋ। ਇੰਨੀ ਬੁਲੰਦੀਆਂ ਨੂੰ ਛੂਹਣ ਦੇ ਬਾਵਜੂਦ ਵੀ ਇੰਨੀ ਨਹੀਂ ਮਾਣੀ ਰੂਹ। ਤੇ ਅੱਜ ਘਰ ਵੀ ਗਏ ਨੇ, ਆਸ-ਪਾਸ ਗੁਆਂਢੀ ਜਿਹੜੇ ਵੀ ਸੀਗੇ ਜਦੋਂ ਵੀ ਇੱਥੇ ਆਉਂਦੇ ਸੀ ਨਾ ਤੇ ਹਰ ਘਰ 'ਚ ਸਭ ਨੂੰ ਮਿਲ ਕੇ ਜਾਂਦੇ ਸੀਗੇ। ਤਾਂ ਕਲਾਕਾਰਾਂ ਕੋਲ ਇੰਨਾ ਟਾਈਮ ਕਿੱਥੇ, ਅੱਜ ਆਏ ਨੇ ਸ਼ਰਧਾਂਜਲੀ ਦੇਣ ਆਏ ਨੇ। ਲੋਕੀ ਵੀ ਵੈਸੇ ਤੰਗ ਕਰਦੇ ਨੇ ਸੈਲਫੀਜ਼ ਨੂੰ, ਪਰ ਅੱਜ ਕੱਲ੍ਹ ਤਾਂ ਵਿਹਲੇ ਬੰਦੇ ਕੋਲ ਟਾਈਮ ਨਹੀਂ ਹੈ ਜੀ। ਟਾਈਮ ਨਹੀਂ, ਆਕੜ ਜਿੰਨੀ ਹੋ ਜਾਂਦੀ ਬੰਦੇ ਦਾ। 2 ਗੀਤ ਚੱਲ ਜਾਂਦੇ, ਉਹ ਬੰਦਾ ਆਪਣੇ ਆਪ ਨੂੰ ਪਤਾ ਨਹੀਂ ਸਮਝ ਲੱਗ ਪੈਂਦਾ ਮੈਂ ਅਸਮਾਨ ਨੂੰ ਛੂਹਣ ਲੱਗ ਪਿਆ। ਪਰ ਡਾਊਨ ਟੂ ਅਰਥ ਸੀਗੇ ਕਿ ਲੋਕ ਗੀਤ ਬਣ ਕੇ ਆਉਣਗੇ। ਅੱਜ ਤੋਂ 200 ਸਾਲ 300 ਸਾਲ ਬਾਅਦ ਵੀ ਇਹਨਾਂ ਦਾ ਨਾਮ ਦੁਨੀਆ ਵਿੱਚ ਹੋਏਗਾ ਤੇ ਇਹਨਾਂ ਦੇ ਗੀਤ ਸਾਰੇ ਲੋਕ ਗੀਤ ਕਰਕੇ ਗਾਣਗੇ। ਰੱਬ ਨੂੰ ਵੀ ਚੰਗੇ ਲੋਕਾਂ ਦੀ ਲੋੜ ਹੈ, ਤਾਂ ਹੀ ਉਹ ਚੰਗੇ ਲੋਕਾਂ ਨੂੰ
ਬਾਕੀ ਜਿਹੜਾ ਘਾਟਾ ਹੈ, ਕਦੀ ਘਾਟਾ ਪੂਰਾ ਨਹੀਂ ਹੋ ਸਕਦਾ, ਇੱਦਾਂ ਦਾ ਘਾਟਾ ਪਿਆ ਖਾਸ ਕਰਕੇ ਸਾਡੀ ਕਲਾਕਾਰਾਂ ਦੀ ਜਿਹੜੀ ਇੰਡਸਟਰੀ ਜਿਹੜੀ ਹੈ, ਬਾਬਾ ਬੋੜ ਸੀਗੇ ਤੇ ਉਹ ਮਤਲਬ ਕਿ ਸਾਡੇ ਕੋਲ ਚਲੇ ਗਏ, ਬਰਦਾਸ਼ਤ ਨਹੀਂ ਹੁੰਦਾ। ਦੇਖੋ ਤੁਸੀਂ ਕਿੰਨੀ ਦੁਨੀਆ, ਕੈਮਰਾ ਘੁਮਾ ਕੇ ਦੇਖੋ, ਸਾਰੇ ਲੋਕੀ ਖੜੇ ਨੇ ਵੇਟ ਕਰਦੇ ਪਏ, 2-2 3-3 4 ਘੰਟੇ ਹੋ ਗਏ ਸਾਨੂੰ ਵੀ ਆਇਆ ਨੂੰ, ਪਰ ਕੋਈ ਵਾਪਸ ਨਹੀਂ ਜਾ ਰਿਹਾ। ਸਾਰੇ ਆਪਣੀ ਸ਼ਰਧਾਂਜਲੀ ਦੇਣਾ ਚਾਹੁੰਦੇ ਨੇ। ਇਹਨਾਂ ਦਾ ਸਰੀਰ ਹੀ ਗਿਆ ਜੀ ਦੁਨੀਆ 'ਚੋਂ, ਇਹ ਦੁਨੀਆ 'ਚੋਂ ਨਹੀਂ ਗਏ, ਕਿਉਂਕਿ ਹਮੇਸ਼ਾ ਆਪਾਂ ਨੂੰ ਸਕਰੀਨ 'ਚ ਦੇਖਾਂਗੇ। ਘਰਦਿਆਂ ਨੂੰ ਤਾਂ ਬਹੁਤ ਇੱਕ ਧੱਕਾ ਲੱਗਿਆ ਜਿਹੜੇ ਉਹਨਾਂ ਦੇ ਕੋਲ ਰਹਿੰਦੇ ਸੀ। ਰੰਗ ਦੇ ਕਾਲੇ ਸੀ ਪਰ ਰੂਹ ਬੜੀ ਸੋਹਣੀ ਸੀ। ਬੜੀ ਸੋਹਣੀ ਸੀ। ਉਹ ਹੀ ਮੈਂ ਇੱਕ ਗੱਲ ਤੁਹਾਨੂੰ ਕਹਿਣ ਲੱਗਾ ਸੀਗਾ, ਜਦੋਂ ਪਹਿਲੀ ਵਾਰੀ ਆਏ ਨਾ, ਜਦੋਂ ਰੌਣਕੀ ਰਾਏ ਨੂੰ ਮਿਲੇ, ਆਪਾਂ ਰੰਗ ਦੇ ਕੇ ਸੋਚਿਆ ਇਹਨਾਂ ਨੂੰ ਮੌਕਾ ਹੀ ਨਹੀਂ ਮਿਲਣਾ, ਪਰ ਉਹ ਦੇਖੋ ਰੰਗ ਦੇ ਕਾਲੇ ਹੋ ਕੇ ਕਹਿੰਦੇ ਕਿੱਥੇ ਦੇ ਕਿੱਥੇ, ਮਤਲਬ ਵਧੀਆ। ਸੋ ਇਹ ਸੀ ਸੰਤਾ ਬੰਤਾ ਜੀ। ਅੱਜ ਹਰ ਇੱਕ ਅੱਖ ਰੋਈ ਹੈ, ਐਸੀ ਯਾਦ ਸੱਜਣਾ ਵੇ ਤੇਰੀ ਆਈ, ਅੱਖੀਆਂ ਨੂੰ ਰੋਣਾ ਪੈ ਗਿਆ। ਸੋਹਣ ਸਿਕੰਦਰ ਜੀ, ਸਰਦੂਲ ਸਿਕੰਦਰ ਜੀ ਇਹਨਾਂ ਦੇ ਮਾਮਾ ਜੀ ਸੀ। ਸੋ ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਹਮੇਸ਼ਾ ਇਹ ਗੱਲ ਕਹਿਣਾ ਨਾ, ਮੌਤ ਬਚਪਨ ਨਾ ਕਿਸੇ ਦਾ ਵੇਖਦੀ ਹੈ, ਨਾ ਜਵਾਨੀ ਉਮਰੇ ਟਲੀ ਵੇਖੀ, ਤੋੜ ਤੋੜ ਕੇ ਖਾ ਕੇ ਰਲਾਈ ਜਾਵੇ, ਨਾ ਇਹ ਫੁੱਲ ਵੇਖੀ ਨਾ ਇਹ ਕਲੀ ਵੇਖੀ, ਇਹਦੇ ਅੱਗੇ ਨਾ ਕਿਸੇ ਦਾ ਜ਼ੋਰ ਚੱਲੇ, ਬੜੇ ਬੜੇ ਸ਼ਾਹ ਜ਼ੋਰ ਤੇ ਵਲੀ ਵੇਖੇ। ਮੌਤ ਗੌਸ ਅਵਦਾਲ ਨਾ ਕੁਤਬ ਵੇਖੇ, ਨਾ ਨਬੀ ਵੇਖੇ ਨਾ ਅਲੀ ਵੇਖੇ। ਮੌਤ ਜਿਹੜੀ ਉਹ ਨਹੀਂ ਦਿਖਦੀ, ਪਰ ਇਹ ਐਸੇ ਇਨਸਾਨ ਸੀਗੇ ਜਿੱਡੇ ਬੜੇ ਗਵਈਏ ਸੀਗੇ, ਉਦੋਂ ਜ਼ਿਆਦਾ ਵਧੀਆ ਇਹਨਾਂ ਦਾ ਸੁਭਾਅ ਸੀ। ਜਿੱਡਾ ਬੜਾ ਇਹਨਾਂ ਦਾ ਨਾਮ ਸੀ, ਉਦੋਂ ਜ਼ਿਆਦਾ ਵਧੀਆ ਇਹ ਮਲਾਪੜੇ ਸੀਗੇ। ਸਾਡੀ ਮਿਊਜ਼ਿਕ ਇੰਡਸਟਰੀ ਨੂੰ ਇਹ ਜਿਹੜਾ ਘਾਟਾ ਪੂਰਾ ਨਹੀਂ ਹੋ ਸਕਦਾ। ਸਰਦੂਲ ਸਿਕੰਦਰ ਜੀ ਵਰਗੇ ਗਾਇਕ ਇਨਸਾਨ ਪੈਦਾ ਹੀ ਨਹੀਂ ਹੋ ਸਕਦੇ ਜੀ। ਮਾਮਾ ਜੀ ਸੀ ਤੁਹਾਡੇ, ਹੈ ਨਾ? ਹਾਂਜੀ, ਮੇਰੇ ਮਾਮਾ ਜੀ ਲੱਗਦੇ ਸੀ ਜੀ, ਬਿਲਕੁਲ। ਮੈਂ ਉਹਨਾਂ ਨੂੰ ਦੇਖ ਦੇਖ ਕੇ ਮੈਂ ਆਪਣਾ ਨਾਮ ਰੱਖਿਆ ਸੋਹਣ ਸਿਕੰਦਰ, ਤੇ ਮੈਨੂੰ ਬਹੁਤ ਪਿਆਰ ਕਰਦੇ ਸੀ, ਮੇਰੇ ਕੋਲ ਮਿਲਦੇ ਵੀ ਸੀ, ਮੈਨੂੰ ਘਰੇ ਵੀ ਸੱਦਦੇ ਸੀਗੇ, ਕੰਪੋਜ਼ੀਸ਼ਨਾਂ ਵਗੈਰਾ ਸੁਣਦੇ ਸੀ, ਮੇਰੇ ਤੋਂ ਪੁੱਛਦੇ ਸੀ ਵੀ ਤੂੰ ਕਿੱਥੋਂ ਕੰਪੋਜ਼ੀਸ਼ਨਾਂ ਬਣਾਉਣਾ, ਕਿੱਦਾਂ ਕਰਦਾ, ਤੇ ਉਹ ਵਾਹ ਕਮਾਲ ਗਏ ਸੀਗੇ ਜੀ। 16 ਕਰਾਂ ਸੰਪੂਰਨ ਸੀਗੇ। ਸਾਡੇ ਵਰਗੇ ਆਮ ਆਦਮੀ ਨੂੰ ਕੋਈ ਕਹਿ ਦੇਵੇ ਅੱਜ ਤੈਨੂੰ ਮਿਲਣ ਆਉਣਾ, ਅਸੀਂ ਕਹਿੰਦੇ ਨਹੀਂ ਜੀ ਸਾਡੇ ਕੋਲ ਟਾਈਮ ਨਹੀਂ ਹੈ, ਅਸੀਂ ਦੁਨੀਆਦਾਰੀ ਤੋਂ ਇੰਨਾ ਮਤਲਬ ਫੈਡ ਅਪ ਹੋ ਚੁੱਕੇ ਹਾਂ। ਤੇ ਉਹ ਇੰਨੇ ਵੱਡੇ ਕਲਾਕਾਰ ਹੋਣ ਦੇ ਬਾਵਜੂਦ ਵੀ ਕਿੰਨਾ ਟਾਈਮ ਦਿੰਦੇ ਸੀ। ਭਗਵੰਤ ਮਾਨ ਜੀ ਦਾ ਕਹਿਣਾ ਜੇ 2 ਘੰਟੇ ਲਈ ਵੀ ਜਾਓ ਤਾਂ 2 ਦਿਨ ਨਹੀਂ ਆਉਣ ਦਿੰਦੇ ਸੀ। ਮਤਲਬ ਇੰਨਾ ਸਮਾਂ ਦੇਣਾ ਕਿੰਨੀ ਵੱਡੀ ਗੱਲ ਹੈ, ਇੰਨੀ ਨਹੀਂ ਮਿਹਨਤ, ਇੰਨੀ ਹਮਦਰਦੀ ਜੀ। ਉਹਨਾਂ ਦਾ ਇਹ ਰਿਕਾਰਡ ਸੀਗਾ ਜੀ। 3 ਭਰਾ ਸੀਗੇ, ਵੱਡੇ ਗਮਦੂਰ ਤੇ ਛੋਟੇ ਉਦੋਂ ਭਰਪੂਰ, ਤੇ ਇਹ ਉਦੋਂ ਛੋਟੇ ਸੀਗੇ ਸਰਦੂਲ। ਤੇ ਬਚਪਨ 'ਚ ਇਹਨਾਂ ਦੇ ਡੈਡੀ ਜਿਹੜੇ ਸਾਡੇ ਨਾਨਾ ਜੀ, ਉਹ ਗੁਜ਼ਰ ਗਏ ਸੀ। ਇਹਨਾਂ ਨੇ ਉਹਨਾਂ ਨੂੰ ਦੇਖਿਆ ਨਹੀਂ ਹੈਗਾ ਚੰਗੀ ਤਰ੍ਹਾਂ, ਤੇ ਇਹ ਆਪਣੇ ਜਿਹੜੇ ਵੱਡੇ ਭਰਾ ਸੀ ਇਹਨਾਂ ਦੇ ਗਮਦੂਰ ਜੀ, ਤੇ ਉਹਨਾਂ ਨੇ ਇਹਨਾਂ ਨੂੰ ਪ੍ਰੇਰਿਆ। ਤੇ ਇਹਨਾਂ ਦਾ ਇੱਕ ਸੀਗਾ, ਇਹਨਾਂ ਨੂੰ ਕੋਈ ਕਹਿੰਦਾ ਵੀ ਤੁਹਾਡਾ ਐਡਾ ਵੱਡਾ ਨਾਮ ਆ, ਤੁਸੀਂ ਚੰਡੀਗੜ੍ਹ, ਦਿੱਲੀ, ਬੰਬੇ ਰਹਿਣੇ ਚਾਹੀਦੇ ਹੋ। ਫਿਰ ਇਹ ਕੈਨੇਡਾ ਵਿੱਚ ਪੱਕੇ ਹੋ ਗਏ ਸੀ PR, ਉੱਥੇ ਵੀ ਨਹੀਂ ਰਹੇ। ਇਹਨਾਂ ਦਾ ਇੱਕੋ ਹੀ ਕੰਮ ਸੀ, ਕਹਿਣਾ ਸੀਗਾ ਕਿ ਜਿੱਥੇ ਮੇਰੀ ਆਖਰੀ ਮੇਰੇ ਸਾਹ ਨਿਕਲਣੇ ਨੇ, ਮੈਂ ਉੱਥੇ ਲਵੇ ਤਵੇ ਰਹਿਣਾ ਚਾਹੁੰਦਾ। ਇਸ ਕਰਕੇ ਇਹਨਾਂ ਨੇ ਆਪਣਾ ਸ਼ਹਿਰ ਖੰਨਾ ਨਹੀਂ ਛੱਡਿਆ, ਤੇ ਆਪਣਾ ਪਿੰਡ ਨਹੀਂ ਛੱਡਿਆ, ਭੈਣਾਂ ਭਾਈਆਂ ਨੂੰ ਨਹੀਂ ਛੱਡਿਆ। ਅੱਜ ਉੱਥੇ ਹੀ ਫਿਰ ਸੁਰ ਦੇ ਖਾਕ ਹੋ ਰਹੇ ਨੇ। ਸੋ ਇਹ ਸੀ ਸੋਹਣ ਸਿਕੰਦਰ ਜੀ, ਸਰਦੂਲ ਸਿਕੰਦਰ ਜੀ ਇਹਨਾਂ ਦੇ ਮਾਮਾ ਜੀ ਲੱਗਦੇ ਸੀ। ਸੋ ਉਸੀ ਜਗ੍ਹਾ ਤੇ ਖੜੇ ਹਾਂ ਜਿੱਥੇ ਸਪੁਰਦੇ ਖਾਕ ਕੀਤਾ ਜਾਵੇਗਾ। ਇਹਨਾਂ ਦਾ ਕਹਿਣਾ ਸਰਦੂਲ ਸਿਕੰਦਰ ਜੀ ਦਾ ਹਮੇਸ਼ਾ ਤੋਂ ਇਹੀ ਸੁਪਨਾ ਰਿਹਾ ਕਿ ਉਸੀ ਜਗ੍ਹਾ ਦੇ ਨੇੜੇ ਰਹਿਣਾ ਚਾਹੁੰਦੇ ਨੇ ਜਿੱਥੇ ਉਹਨਾਂ ਦਾ ਜਨਮ ਹੋਇਆ, ਜਿੱਥੇ ਉਹਨਾਂ ਨੂੰ ਸਪੁਰਦੇ ਖਾਕ ਕੀਤਾ ਜਾਵੇਗਾ, ਉਹਦੇ ਪਿੰਡ ਖੇੜੀ ਨੋਟ ਸਿੰਘ। ਗੱਡੀ ਸਾਹਮਣੇ ਐਸਟੀਮ ਗੱਡੀ ਲਈ ਸੀ ਬਾਈਕ, ਔਰ ਉਹਨਾਂ ਨੇ ਜਦੋਂ ਵੀ ਸ਼ੋਅ ਤੇ ਜਾਣਾ ਸਾਡੇ ਨਾਲ, ਅਸੀਂ ਮੈਟਾਡੋਰ 'ਚ ਬੈਠਦੇ ਸਾਂ ਤੇ ਇਹ ਗੱਡੀ ਛੱਡ ਦਿੰਦੀ ਸੀ, ਸਿਰਫ ਸਾਥੀ ਕੋ ਲੈ ਕੇ ਜਾਂਦਾ। ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਭਾਜੀ ਦਾ ਫਿਰ ਮੈਂ ਸਮਝਦਾ ਦੂਸਰਾ ਦੌਰ ਜਿਹੜਾ ਵੀ ਸ਼ੋਹਰਤ ਦਾ ਸ਼ੁਰੂ ਹੋਇਆ ਸੀ, ਉਹ ਹੋਇਆ ਸੀ ਫੁੱਲਾਂ ਦੀ ਕੱਚੀ ਹੈ ਵਪਾਰ ਨੇ। ਉਹ ਗੀਤ ਇਹ ਭਾਈ ਨੂੰ ਵੀ 20-25 ਦਿਨ ਹੋ ਗਏ ਸੀ, ਜ਼ਿਆਦਾ ਪਤਾ ਨਹੀਂ ਸੀ ਲੱਗ ਰਿਹਾ ਉਸ ਕੈਸਟ ਦਾ। ਭਾਜੀ ਉਦੋਂ ਪ੍ਰੋਡਿਊਸਰ ਸੀ ਪ੍ਰੋਗਰਾਮ ਰੌਣਕ ਮੇਲਾ ਦੇ। ਇਹਨਾਂ ਨੇ ਫੁੱਲਾਂ ਦੀ ਕੱਚੀ ਹੈ ਵਪਾਰ ਦੇ ਗਾਣਾ ਵੀਡੀਓ ਬਣਾਇਆ, ਇਹਨਾਂ ਦੇ ਗਾਣੇ ਕਪੂਰਥਲੇ ਸ਼ੂਟ ਹੋਇਆ ਸੀ, ਕਪੂਰਥਲੇ ਸਾਇੰਸ ਸਕੂਲ ਵੀ ਹੋਇਆ। ਉਸ ਤੋਂ ਬਾਅਦ ਉਹ ਗੀਤ ਨਾਲ ਜਲੰਧਰ ਇੱਕ ਲੋਟਸ ਬਾਵਾ ਉਹਨਾਂ ਦੇ ਲੌਂਸ ਬੜੇ ਵਧੀਆ। ਬੱਬੂ ਮਾਨ ਸਾਹਿਬ ਕੁਝ 2 ਸ਼ਬਦ ਬੋਲ ਦਿਓ ਪਲੀਜ਼, 2 ਸ਼ਬਦ ਬੋਲ ਨਹੀਂ, ਦਿਓ। ਅਜੇ ਤਾਂ ਆਵਾਜ਼ ਨਹੀਂ ਨਿਕਲਦੀ, ਸਮਝ ਨਹੀਂ ਆਉਂਦੀ ਕੁਝ ਵੀ ਬੋਲ ਦਿਓ। ਬੱਬੂ ਮਾਨ ਸਾਹਿਬ ਹੋਰ ਵੀ ਇੰਨੀਆਂ ਸ਼ਖਸੀਅਤਾਂ ਪਹੁੰਚੇ ਨੇ, ਸਭ ਨੇ ਆਪਣੀ ਸ਼ਰਧਾਂਜਲੀ ਦੇ 2-2 ਸ਼ਬਦ ਕਹੇ ਨੇ, ਹੈ ਨਾ। ਹੋਰ ਤਰ੍ਹਾਂ ਦਾ ਤਾਲੁਕ ਸੀ, ਮੇਰੇ ਕੋਲ ਸ਼ਬਦ ਬੱਬੂ ਮਾਨ ਸਾਹਿਬ ਅਸਲ ਕਹਿੰਦੇ ਨੇ ਅਸਲ ਮਰਨਾ ਕਿਹਨੂੰ ਕਹਿੰਦੇ ਨੇ, ਅੱਜ ਵੇਖਣ ਨੂੰ ਮਿਲ ਰਿਹਾ ਹੈ ਖੇੜੀ ਨੋਟ ਸਿੰਘ ਪਿੰਡ ਵਿਖੇ ਇੱਕ ਮੇਲਾ ਲੱਗਿਆ ਹੋਇਆ ਹੈ ਨਾ। ਉਹਨਾਂ ਨੇ ਇੱਕ ਬੁਲੰਦੀਆਂ ਨੂੰ ਛੂਇਆ, ਫਿਰ ਵੀ ਇੰਨਾ ਨਿਮਾਣਾਪਣ, ਕਹਿੰਦੇ ਉਹਦੇ ਕੋਲ ਕੋਈ ਜਦੋਂ ਬੈਠਦਾ ਸੀ ਤਾਂ ਮੀਨਸ ਕਹਿੰਦੇ ਕਦੀ ਛੋਟਾ ਨਹੀਂ
ਮਹਿਸੂਸ ਕਰਦੇ ਸੀ। ਸੋ ਕਿ ਇੰਨਾ ਨਹੀਂ ਮਾਣਾਰੂ ਹੋ ਸੀ ਉਹ, ਹੈ ਨਾ। ਪਰ ਅੱਜ ਕੱਲ੍ਹ ਦੇ ਕਲਾਕਾਰਾਂ 'ਚ ਹੰਕਾਰ ਬੜਾ ਹੈ ਨਾ, ਅਤੇ ਤੁਹਾਨੂੰ ਇੰਨੀ ਡਿਸਟਰਬੈਂਸ, ਤੁਸੀਂ ਜਿੱਥੇ ਵੀ ਜਾਂਦੇ ਹੋ ਉੱਥੇ ਇੰਨਾ ਇਕੱਠ ਹੋ ਜਾਂਦਾ ਹੈ, ਤੁਹਾਨੂੰ ਬਹੁਤ ਡਿਸਟਰਬੈਂਸ ਹੁੰਦੀ ਹੈ, ਫਿਰ ਵੀ ਤੁਸੀਂ ਪਹੁੰਚੇ ਹੋ ਇੱਥੇ ਸ਼ਰਧਾਂਜਲੀ ਦੇਣ ਦੇ ਲਈ। ਮੈਂ ਤਾਂ ਬੱਚਾ ਉਹਨਾਂ ਦਾ, ਮੈਂ ਬਾਅਦ 'ਚ ਗੱਲ ਕਰੂੰਗਾ ਤੁਹਾਡੇ ਨਾਲ, ਕਰਕੇ ਜਾਊਂਗਾ। 2 ਸ਼ਬਦ ਬੋਲ ਦਿਓ। ਪੱਕਾ ਕਰਕੇ ਜਾਊਂਗਾ। ਅਜੇ ਮੇਰੇ ਕੋਲ ਸ਼ਬਦ ਹੈ ਨਹੀਂ, ਮੈਂ ਆਈ ਵਿਲ ਟਾਕ ਟੂ ਯੂ। ਸੋ ਬੱਬੂ ਮਾਨ ਸਾਹਿਬ ਜੀ ਪਹੁੰਚ ਚੁੱਕੇ ਨੇ। ਇੰਨੇ ਇਕੱਠ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਡਿਸਟਰਬ ਕੀਤਾ ਗਿਆ, ਫਿਰ ਵੀ ਉਹ ਪਹੁੰਚੇ ਹੋਏ ਨੇ। ਲੋਕੀ ਬਹੁਤ ਡਿਸਟਰਬ ਕਰਦੇ ਨੇ, ਫੈਨ ਫੋਲੋਇੰਗ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਸੈਲਫੀਜ਼ ਦੇ ਲਈ, ਪਰ ਉਹ ਫਿਰ ਵੀ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਹੋਏ। ਉਹਨਾਂ 'ਤੇ 2 ਸ਼ਬਦ ਵੀ ਨਹੀਂ ਬੋਲੇ ਗਏ। ਉਹ ਕਹਿੰਦੇ ਨੇ ਕਿ ਸਾਡੇ ਕੋਲ ਸ਼ਬਦ ਹੀ ਮੁੱਕ ਗਏ ਨੇ, ਇੰਨਾ ਜ਼ਿਆਦਾ ਪਿਆਰ ਸੀ। ਪਰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੇ ਹੋਏ ਨੇ ਖੇੜੀ ਨੋਦ ਸਿੰਘ ਪਿੰਡ ਵਿਖੇ। ਏਕਤਾ ਵੈਲਫੇਅਰ ਕਲੱਬ, ਜਿਸ ਦੇ ਸਰਪ੍ਰਸਤ ਸਿਰਦੂਲ ਸਿਕੰਦਰ ਜੀ ਸੀ, ਭਾਈ ਮਰਦਾਨਾ ਜੀ ਇੱਕ ਰਬਾਬ ਕਮੇਟੀ ਆ, ਉਸ ਦੇ ਵੀ ਪ੍ਰਧਾਨ ਸੀ ਉਹ। ਸੋ ਕੀ ਕਹਿਣਾ ਚਾਹੁੰਦੇ ਹੋ ਸ਼ਰਧਾਂਜਲੀ ਦੇਣ ਆਏ ਅੰਤਿਮ ਯਾਤਰਾ ਵਾਲੀ ਵੈਨ ਪਿੱਛੇ ਖੜੀ ਹੈ? ਥੈਂਕ ਯੂ ਮੈਡਮ। ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਹੈ ਕਿ ਸਾਡੇ ਜਨਾਬ ਸਰਦੂਲ ਸਿਕੰਦਰ, ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ, ਜਿਨ੍ਹਾਂ ਨੂੰ ਕਿ ਸਾਰੀ ਮਤਲਬ ਪੰਜਾਬੀਅਤ, ਸਾਰੀ ਜਿਹੜੀ ਪੰਜਾਬੀ ਕੌਮ ਹੈ, ਸਾਰੀ ਸਰਦੂਲ ਸਿਕੰਦਰ ਜੀ ਨਾਲ ਜਾਣੀ ਜਾਂਦੀ ਹੈ। ਅਤੇ ਉਹਨਾਂ ਦੇ ਸਾਨੂੰ ਛਤਰ ਛਾਇਆ ਥੱਲੇ ਅਸੀਂ ਏਕਤਾ ਵੈਲਫੇਅਰ ਕਲੱਬ ਹੈ ਸਾਡਾ, ਜਿਹੜਾ ਕਿ 18 ਸਾਲ ਤੋਂ ਚੱਲ ਰਹੇ हैं। 17 ਸਾਲ ਹੋ ਗਏ ਮਾਤਾ ਰਾਣੀ ਦਾ ਗੁਣਗਾਨ ਕਰਕੇ ਜਾਗਰਣ ਕਰਾਉਂਦੇ ਹਾਂ, ਅਤੇ ਉਸ 'ਚ 8-10 ਹਜ਼ਾਰ ਤੋਂ ਬੰਦੇ ਦੀ ਗੈਦਰਿੰਗ ਹੁੰਦੀ ਹੈ। ਅਤੇ ਜਿਹੜਾ ਕਿ ਇਹਨਾਂ ਦੀ ਸਰਪ੍ਰਸਤੀ, ਇਹਨਾਂ ਦੀ ਛਤਰ ਛਾਇਆ ਥੱਲੇ ਅਸੀਂ ਸਾਰਾ ਇਹ ਕਰਦੇ ਸੀ ਮਾਤਾ ਰਾਣੀ ਦਾ। ਅਤੇ ਬਾਕੀ ਸੋਸ਼ਲ ਹੋਰ ਵੀ ਐਕਟੀਵਿਟੀਜ਼ ਅਸੀਂ ਕਾਫੀ ਕਰਦੇ ਸੀ, ਜਿਵੇਂ ਜਿਸ ਤਰ੍ਹਾਂ ਕਿ ਜਿੰਨਾ ਕੁ ਕੁੜੀਆਂ ਦਾ ਵਿਆਹ ਦਾ ਹੋ ਸਕੇ ਸਾਡੇ ਤੋਂ, ਜਿੰਨਾ ਸਾਡੇ ਤੋਂ ਤਿਲ ਫੁੱਲ ਇਕੱਠਾ ਹੁੰਦਾ ਅਸੀਂ ਉਹ ਇਕੱਠਾ ਕਰਕੇ। ਏਕਤਾ ਵਾਲਾ ਸਾਡਾ ਗੁਰੂ ਤੇਗ ਬਹਾਦਰ ਨਗਰ ਹੈ, ਕੁਝ ਸਾਡੇ ਮੰਡੀ ਗੋਬਿੰਦਗੜ੍ਹ ਤੋਂ ਹੈ, ਕੁਝ ਕ੍ਰਿਸ਼ਨਾ ਨਗਰ ਤੋਂ ਹੈ, ਕਈ ਸਾਥੀ ਹੈ ਸਾਡੇ, ਅਤੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਰਲ ਮਿਲ ਕੇ ਤਿਲ ਫੁੱਲ ਪਾ ਕੇ ਮਹੱਲੇ 'ਚੋਂ GTB ਨਗਰ ਗੁਰੂ ਤੇਗ ਬਹਾਦਰ ਨਗਰ 'ਚ ਏਕਤਾ ਵੈਲਫੇਅਰ ਕਲੱਬ ਵੱਲੋਂ, ਜਿਹੜੇ ਕਿ ਸਾਡੀ ਸ਼ਾਨ ਸਰਦੂਲ ਸਿਕੰਦਰ ਜੀ, ਸਾਡਾ ਅੱਜ ਥੰਮ ਟੁੱਟ ਗਿਆ, ਪਿੱਲਰ ਟੁੱਟ ਗਿਆ, ਉਹਨਾਂ ਦੇ ਜਾਣ ਨਾਲ ਸਾਨੂੰ ਇੰਨਾ ਘਾਟਾ ਹੋਇਆ, ਮਤਲਬ ਸਾਡੇ ਕੋਲ ਸ਼ਬਦ ਨਹੀਂ ਹੈਗੇ ਵੀ ਅਸੀਂ ਕੀ ਸ਼ਬਦ ਕਹੀਏ। ਅਤੇ ਉਹਨਾਂ ਦੇ ਜਾਣ ਨਾਲ ਤਾਂ ਸਾਨੂੰ ਇਹੀ ਲੱਗਦਾ ਸਾਡੀ ਤਾਂ ਦੁਨੀਆ ਹੀ ਖਤਮ ਹੋ ਗਈ। ਸਾਨੂੰ ਮਤਲਬ ਹੋਰ ਕੁਝ ਕਹਿਣਾ ਵੀ ਸਾਡੇ ਲਈ ਬਹੁਤ ਔਖਾ ਹੈ। ਜਾਗਰਣ ਕਰਾਏ ਆ, ਹੋਰ ਸਾਨੂੰ ਉਹਨਾਂ ਦਾ ਮਤਲਬ ਸਾਨੂੰ ਉਹਨਾਂ ਸਾਨੂੰ ਬੱਚਿਆਂ ਦੀ ਤਰ੍ਹਾਂ ਟਰੀਟ ਕਰਦੇ। ਅਸੀਂ ਸਾਰੇ ਉਹਨਾਂ ਨੂੰ ਮਤਲਬ ਸਾਡੇ ਬੜੇ ਭਾਈ ਲਾ ਲਓ, ਚਾਹੇ ਐਜ਼ ਏ ਫਾਦਰ ਲਾ ਲਓ, ਬੀਇੰਗ ਅ ਫਾਦਰ, ਮਤਲਬ ਇੰਨੀ ਸਪੋਰਟ ਕਰਦੇ ਸੀ ਸਾਨੂੰ। ਸਮਝਾਉਣਾ, ਇਕੱਠੇ ਰੱਖਣਾ, ਇਕਜੁੱਟ ਰੱਖਣਾ ਬਹੁਤ ਔਖਾ ਹੈ। ਇੰਨਾ ਟਾਈਮ ਸੰਸਥਾ ਨੂੰ ਜੋੜ ਕੇ ਰੱਖਣਾ ਬਹੁਤ ਬੜੀ ਗੱਲ ਹੈ। ਇਹ ਸਿਰਫ ਤੇ ਸਿਰਫ ਸਰਦੂਲ ਸਿਕੰਦਰ ਜੀ ਕਰਕੇ ਸੀ, ਜਿਹੜਾ ਕਿ ਅਸੀਂ ਨਾਮ ਲੈਂਦੇ ਹੋਏ ਵੀ ਸਾਨੂੰ ਸਿਰਫ ਮਾਣ ਹੁੰਦਾ, ਸਾਨੂੰ ਸਾਡੀ ਛਾਤੀ ਚੌੜੀ ਹੁੰਦੀ ਕਿ ਅਸੀਂ ਉਹਨਾਂ ਦੇ ਕਲੱਬ ਦੇ ਇੱਕ ਨਿਮਾਣੇ ਜਿਹੇ ਮੈਂਬਰ ਹਾਂ, ਅਤੇ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਇੱਥੇ ਹਾਂ। ਅਤੇ ਸਾਰੀ ਜ਼ਿੰਦਗੀ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਸਾਡੇ ਏਕਤਾ ਵੈਲਫੇਅਰ ਕਲੱਬ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਰਿਆਂ ਨੇ ਇੱਥੇ ਕੋਆਪਰੇਸ਼ਨ ਕੀਤੀ ਹੈ। ਸਾਰਿਆਂ ਦਾ, ਵੀਰਾਂ ਭੈਣਾਂ ਦਾ, ਮਤਲਬ ਕੋਈ ਬੱਚਾ, ਕੋਈ ਬੁੜਾ, ਕੋਈ ਲੇਡੀਜ਼, ਕੋਈ ਬੰਦਾ ਇਹੋ ਜਿਹਾ ਨਹੀਂ ਜਿਹਦੇ ਅੱਖਾਂ 'ਚ ਅੰਜੂ ਨਹੀਂ ਸੀ। ਅੱਜ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਰਿਆਂ ਨੇ ਉਹਨਾਂ ਦਾ ਮਤਲਬ ਕੀ ਕਹਾਂ ਮੈਂ ਉਹਨਾਂ ਦੇ ਬਾਰੇ, ਵਰਡਸ ਨਹੀਂ ਹੈਗੇ ਸਾਡੇ ਕੋਲ। ਤੁਸੀਂ ਵੇਖ ਸਕਦੇ ਹੋ ਇਸ ਵਾਨ ਦੇ ਵਿੱਚ ਸਰਦੂਲ ਸਿਕੰਦਰ ਜੀ ਦੀ ਅੰਤਿਮ ਯਾਤਰਾ ਅਕਾਲ ਚਲਾਣਾ ਉਹ ਕਰ ਗਏ ਨੇ। ਇਸ ਦੇ ਵਿੱਚ ਉਹਨਾਂ ਦੀ ਬੋਡੀ ਨੂੰ ਲਿਆਂਦਾ ਗਿਆ ਖੰਨੇ ਸ਼ਹਿਰ ਤੋਂ ਉਹਨਾਂ ਦੇ ਪਿੰਡ ਖੇੜੀ ਨੌਤਸਿਓ ਵਿਖੇ। ਸੋ ਵੇਖ ਸਕਦੇ ਹੋ ਜਿਵੇਂ ਇੱਕ ਤਰ੍ਹਾਂ ਨਗਰ ਕੀਰਤਨ ਨਿਕਾਲਿਆ ਜਾਂਦਾ ਹੈ, ਉਸ ਤਰ੍ਹਾਂ ਉਹਨਾਂ ਦੀ ਬੋਡੀ ਨੂੰ ਲਿਆਂਦਾ ਗਿਆ ਖੰਨੇ ਤੋਂ ਲੈ ਕੇ ਖੇੜੀ ਨੌਤਸਿਓ ਪਿੰਡ, ਜਿਹੜਾ ਕਿ ਉਹਦਾ ਜੱਦੀ ਪੁਸ਼ਤੈਨੀ ਪਿੰਡ ਹੈ, ਉਸ ਪਿੰਡ ਦੇ ਵਿੱਚ ਇਹਨਾਂ ਨੂੰ ਲਿਆਂਦਾ ਗਿਆ। ਵੇਖ ਸਕਦੇ ਹੋ ਇੱਕ ਤਰ੍ਹਾਂ ਦਾ ਮੇਲਾ ਅੱਜ ਵੇਖਣ ਨੂੰ ਮਿਲ ਰਿਹਾ ਹੈ ਜੀ ਖੇੜੀ ਨੌਤ ਸਿੰਘ ਪਿੰਡ ਵਿਖੇ। ਹਰ ਇੱਕ ਸ਼ਖਸੀਅਤ ਪਹੁੰਚੀ ਹੈ ਇੱਥੇ, ਪੰਜਾਬ ਦਾ ਹਰ ਇੱਕ ਕਲਾਕਾਰ ਇੱਥੇ ਪਹੁੰਚਿਆ ਹੈ ਸਰਦੂਲ ਸਿਕੰਦਰ ਜੀ ਨੂੰ ਸ਼ਰਧਾਂਜਲੀ ਦੇਣ ਦੇ ਲਈ। ਉਹਨਾਂ ਦੀ ਸਪੁਰਦੇ ਖਾਕ ਜਦੋਂ ਉਹਨਾਂ ਨੂੰ ਕੀਤਾ ਜਾਵੇਗਾ, ਉਸ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਣ ਦੇ ਲਈ।
ਸੋ ਉਸ ਰਾਹ 'ਤੇ ਖੜੀਆਂ ਜਿਸ ਰਾਹ ਤੋਂ ਲਿਜਾਇਆ ਜਾਏਗਾ ਸਿਰਦੂਲ ਸਿਕੰਦਰ ਜੀ ਨੂੰ। ਵੇਖ ਸਕਦੇ ਹੋ ਕਿੰਨਾ ਜ਼ਿਆਦਾ ਇਕੱਠ ਹੈ, ਹਰ ਇੱਕ ਸ਼ਖਸੀਅਤ ਪਹੁੰਚੀ ਹੋਈ ਹੈ ਆਪਣਾ ਬਣਦਾ ਮਾਣ, ਆਪਣੀ ਬਣਦੀ ਸ਼ਰਧਾਂਜਲੀ ਦੇਣ ਦੇ ਲਈ। ਕਿੰਨਾ ਜ਼ਿਆਦਾ ਇਕੱਠ ਇੱਥੇ ਇਕੱਠਾ ਹੋਇਆ ਹੈ। ਅਸਲ ਮਰਨਾ ਕਿਸ ਨੂੰ ਕਹਿੰਦੇ ਨੇ, ਅੱਜ ਉਹ ਮਰਨਾ ਵੇਖਣ ਨੂੰ ਮਿਲਿਆ ਖੇੜੀ ਨੌਦ ਸਿੰਘ ਪਿੰਡ ਵਿਖੇ। ਇਹ ਉਸ ਰਾਹ, ਇਸੀ ਰਾਹ ਤੋਂ ਲੈ ਜਾਇਆ ਜਾਏਗਾ ਉਹਨਾਂ ਨੂੰ ਸਪੁਰਦੇ ਖਾਕ ਕਰਨ ਦੇ ਲਈ। ਸੋ ਵੇਖ ਸਕਦੇ ਹੋ ਜੀ। ਤੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿੰਡ ਦੇ ਸਰਪੰਚ ਨੇ ਕਬਰਿਸਤਾਨ ਤੋਂ ਹਟ ਕੇ ਸਪੈਸ਼ਲ ਜਗ੍ਹਾ ਦਿੱਤੀ ਹੈ ਜਿੱਥੇ ਉਹਨਾਂ ਨੂੰ ਸਪੁਰਦੇ ਖਾਕ ਕੀਤਾ ਜਾਵੇਗਾ। ਸੋ ਇੱਕ ਤਰ੍ਹਾਂ ਦਾ ਮੇਲਾ ਅੱਜ ਲੱਗਿਆ ਹੋਇਆ ਹੈ ਖੇੜੀ ਨੌਦ ਸਿੰਘ ਪਿੰਡ ਵਿਖੇ। ਸੋ ਵੇਖ ਸਕਦੇ ਹੋ ਜੀ, ਇਹ ਉਹ ਸਥਾਨ ਹੈ, ਇਹ ਉਹ ਕਬਰ ਪੁੱਟੀ ਗਈ ਹੈ ਜਿੱਥੇ ਕਿ ਸੁਰਾਂ ਦੇ ਬਾਦਸ਼ਾਹ ਸਿਰਦੂਲ ਸਿਕੰਦਰ ਜੀ ਨੂੰ ਸਪੁਰਦੇ ਖਾਕ ਕੀਤਾ ਜਾਵੇਗਾ। ਕਿਹਾ ਜਾਂਦਾ ਹੈ ਕਿ ਜਿੱਥੇ ਕਬਰ ਪੁੱਟੀ ਜਾਂਦੀ ਹੈ, ਇਹ ਮੁਸਲਿਮਇਜ਼ਮ ਦੇ ਵਿੱਚ ਇੱਥੇ ਲੇਡੀਜ਼ ਦਾ ਆਉਣ ਦੀ ਇੱਥੇ ਮਨਾਹੀ ਹੁੰਦੀ ਹੈ। ਸੋ ਇਹ ਉਹ ਕਬਰ ਹੈ ਜਿੱਥੇ ਅੱਜ ਸੁਰਾਂ ਦੇ ਬਾਦਸ਼ਾਹ ਸਿਰਦੂਲ ਸਿਕੰਦਰ ਜੀ ਜਿਹੜੇ ਕਿ ਅਕਾਲ ਚਲਾਣਾ ਕਰ ਗਏ ਨੇ, ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਨੇ ਕੱਲ੍ਹ ਤੇ। ਸੋ ਉਹਨਾਂ ਨੂੰ ਇੱਥੇ ਸਪੁਰਦੇ ਖਾਕ ਕੀਤਾ ਜਾਵੇਗਾ। ਹਰ ਇੱਕ ਕਲਾਕਾਰ, ਹਰ ਇੱਕ ਸ਼ਖਸੀਅਤ ਇੱਥੇ ਸ਼ਰਧਾਂਜਲੀ ਦੇਣ ਉਹਨਾਂ ਨੂੰ ਪਹੁੰਚ ਚੁੱਕੀ ਹੈ। ਸੋ ਵੇਖ ਸਕਦੇ ਹੋ ਇੱਕ ਮੇਲਾ ਲੱਗਿਆ ਹੋਇਆ ਹੈ ਖੇੜੀ ਨੌਦ ਸਿੰਘ ਪਿੰਡ ਵਿਖੇ। ਸੋ ਵੇਖ ਸਕਦੇ ਹੋ ਜੀ, ਉਹਨਾਂ ਦੀ ਬੋਡੀ ਨੂੰ ਲੈ ਕੇ ਆਂਦਾ ਜਾ ਰਿਹਾ ਹੈ। ਵੇਖ ਸਕਦੇ ਹੋ ਉਹਨਾਂ ਦੀ ਬੋਡੀ ਨੂੰ ਲਿਆਂਦਾ ਜਾ ਰਿਹਾ ਹੈ। ਕਿੰਨੀ ਜ਼ਿਆਦਾ ਦੁਨੀਆ ਅੱਜ ਹਰ ਇੱਕ ਅੱਖ ਰੋ ਰਹੀ ਹੈ ਜਿਹੜੀ ਸੁਰਾਂ ਦੇ ਬਾਦਸ਼ਾਹ ਸਿਰਦੂਲ ਸਿਕੰਦਰ ਜੀ ਨੂੰ ਪਿਆਰ ਕਰਦੀ ਹੈ। ਵੇਖ ਸਕਦੇ ਹੋ ਇੱਕ ਤਰ੍ਹਾਂ ਦਾ ਮੇਲਾ ਲੱਗਿਆ ਹੋਇਆ ਹੈ ਖੇੜੀ ਨੌਦ ਸਿੰਘ ਪਿੰਡ ਵਿਖੇ। ਉਹਨਾਂ ਦੀ ਡੈੱਡ ਬੋਡੀ ਤੁਸੀਂ ਵੇਖ ਸਕਦੇ ਹੋ। ਅਸੀਂ ਉਹਨਾਂ ਦੀ ਅੰਤਿਮ ਯਾਤਰਾ ਦੇ ਵਿੱਚ ਅਸੀਂ ਨਾਲ ਹਾਂ। ਉਹਨਾਂ ਦੇ ਸਿਰਦੂਲ ਸਿਕੰਦਰ ਜੀ ਸੁਰਾਂ ਦੇ ਬਾਦਸ਼ਾਹ ਲੈ ਕੇ ਜਾ ਰਹੇ ਨੇ ਜੀ ਉਹਨਾਂ ਨੂੰ ਸਪੁਰਦੇ ਖਾਕ ਕਰਨ ਦੇ ਲਈ। ਸੁਰਾਂ ਦਾ ਬਾਦਸ਼ਾਹ ਸਿਕੰਦਰ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਹੈ। जीना झूठ है, मरना सच है। मरना ਜਿਹੜੀ ਕਿ ਜ਼ਿੰਦਗੀ ਦੀ ਅਸਲ ਸੱਚਾਈ ਹੈ। ਅਸੀਂ ਸਾਰਿਆਂ ਨੇ ਕੁੰਡਾ ਮਾਰ ਕੇ ਤੁਰ ਜਾਣਾ ਇੱਕ ਦਿਨ ਇਸ ਫਾਨੀ ਸੰਸਾਰ ਨੂੰ, ਪਰ ਅਸਲ ਮਰਨਾ ਕਿਹਨੂੰ ਕਹਿੰਦੇ ਨੇ ਉਹ ਅੱਜ ਵੇਖਣ ਨੂੰ ਮਿਲ ਰਿਹਾ ਹੈ ਖੇੜੀ ਪਿੰਡ ਨੌਦ ਸਿੰਘ ਵਿਖੇ। ਹਰ ਇੱਕ ਉਹ ਅੱਖ ਰੋਈ ਹੈ ਜਿਹੜੀ ਕਿ ਸੁਰਾਂ ਦੇ ਬਾਦਸ਼ਾਹ ਸਿਰਦੂਲ ਸਿਕੰਦਰ ਜੀ ਨੂੰ ਪਿਆਰ ਕਰਦੀ ਸੀ। ਵੇਖ ਸਕਦੇ ਇੱਕ ਪੂਰਾ ਮੇਲਾ ਲੱਗਿਆ ਹੋਇਆ ਹੈ। ਸਪੁਰਦੇ ਖਾਕ ਕਰਨ ਲੈ ਕੇ ਗਏ ਸੁਰਾਂ ਦੇ ਬਾਦਸ਼ਾਹ ਸਿਰਦੂਲ ਸਿਕੰਦਰ ਜੀ ਨੂੰ ਇੱਕ ਇੰਨੀ ਨਿਮਾਣੀ ਰੂਹ, ਇੰਨੀ ਹੰਬਲ ਰੂਹ, ਇੰਨੀ ਵੱਡੀ ਬੁਲੰਦੀਆਂ ਨੂੰ ਜਿਨ੍ਹਾਂ ਨੇ ਛੂਇਆ, ਉਸ ਦੇ ਬਾਵਜੂਦ ਵੀ ਉਹਨਾਂ ਦੇ ਕੋਲ ਬੈਠ ਕੇ ਕਦੇ ਕਿਸੇ ਨੂੰ ਇਹ ਨਹੀਂ ਮਹਿਸੂਸ ਹੋਇਆ ਕਿ ਕੋਈ ਛੋਟੇ ਇਨਸਾਨ ਨੇ। ਸੋ ਅਕਾਲ ਚਲਾਣਾ ਕਰ ਗਏ ਨੇ। ਅੱਜ ਉਹਨਾਂ ਦੇ ਰੂਹ ਤਾਂ ਉਹ ਤਾਂ ਜ਼ਿੰਦੇ ਰਹਿਣਗੇ ਇਤਿਹਾਸ ਦੇ ਵਿੱਚ ਹਮੇਸ਼ਾ, ਪਰ ਜਿਹੜਾ ਸਰੀਰ ਹੈ ਉਸ ਨੂੰ ਸਪੁਰਦੇ ਖਾਕ ਕੀਤਾ ਜਾ ਰਿਹਾ ਹੈ ਖੇੜੀ ਪਿੰਡ ਨੌਦ ਸਿੰਘ ਵਿਖੇ। ਮੌਤ ਵੀ ਨਹੀਂ ਆਉਣੀ ਮੈਨੂੰ ਤੇਰੇ ਤੋਂ ਬਗੈਰ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਡੇ ਚੈਨਲ ਸਬਸਕ੍ਰਾਈਬ ਕਰੋ ਤੇ ਘੰਟੀ ਦਾ ਬਟਨ ਜ਼ਰੂਰ ਦਬਾਓ ਨਵੀਆਂ ਤੇ ਤਾਜ਼ਾ ਖਬਰਾਂ ਸੁਣਨ ਦੇ ਲਈ।